ਸਤਿ ਸ਼੍ਰੀ ਅਕਾਲ ਦੋਸਤੋ, ਸਲਾਮ ਦੁਆ। ਮੈਂ ਤੁਹਾਡਾ ਰੋਬੀ ਬੈਨੀਪਾਲ ਅੱਜ ਫਿਰ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਹਾਜ਼ਰੀ ਲਵਾਉਣ ਆ ਗਿਆ। ਪ੍ਰੋਗਰਾਮ ਦਾ ਨਾਮ ਹੈ ਈਸਟ ਵੈਸਟ ਵਿਦ ਬੈਨੀਪਾਲ। ਪ੍ਰੋਗਰਾਮ ਦੀ ਇਸ ਕੜੀ ਦੇ ਵਿੱਚ ਬਹੁਤ ਸਾਰੇ ਮਨ ਦੇ ਵਿੱਚ ਵਿਚਾਰ ਜਿਹੜੇ ਵਾਲੇ ਮਾਰ ਰਹੇ ਨੇ। ਕਨਫਿਊਜ਼ ਆ ਖੁਦ ਹੀ ਕਿ ਕਿਹੜਾ ਵਿਚਾਰ ਪਹਿਲਾਂ ਸਾਂਝਾ ਕੀਤਾ ਜਾਵੇ। ਅੱਜ ਜਦੋਂ ਇਸ ਸ਼ੋਅ ਨੂੰ ਤੁਹਾਡੇ ਅੱਗੇ ਅਸੀਂ ਪੇਸ਼ ਕਰ ਰਹੇ ਹਾਂ ਤਾਂ ਸਾਡੇ ਪੰਜਾਬ ਦੇ ਵਿੱਚ ਸਾਡੀ ਉਸ ਗੁਰੂਆਂ ਦੀ ਧਰਤੀ ਦੇ ਉੱਪਰ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਜਦੋਜਹਿਦ ਚੱਲ ਰਹੀ ਹੈ। ਇੱਕ ਖਿੱਚੋਤਾਣ ਚੱਲ ਰਹੀ ਹੈ ਉਸ ਦਿੱਲੀ ਦੇ ਤਖਤ ਦੇ ਨਾਲ। ਅਜੇ ਉਹ ਨਸਲ ਜਿਹੜੀ ਨੇ ਇੱਕ ਬਹੁਤ ਵੱਡਾ ਦੁੱਖ 84 ਤੋਂ ਬਾਅਦ ਭੋਗਿਆ, ਉਸ ਦੇ ਜ਼ਖਮ ਅਜੇ ਪੂਰੇ ਭਰੇ ਹੀ ਨੇ ਸਨ। ਔਰ ਇੱਕ ਨਵਾਂ ਜਿਹੜਾ ਮੁਹਿੰਮ ਜਿਹੜੀ ਆ ਸਾਡੇ ਪੰਜਾਬੀਆਂ ਦੇ ਪੱਲੇ ਪਈ ਹੈ। ਇਹ ਕਿੱਥੇ ਨੂੰ ਜਾਂਦੀ ਆ, ਇਹਦੇ ਬਾਰੇ 'ਚ ਅਸੀਂ ਕੀ ਕਰ ਸਕਦੇ ਹਾਂ ਵਿਦੇਸ਼ ਦੇ ਵਿੱਚ ਬੈਠੇ, ਔਰ ਉੱਥੋਂ ਵਾਲੇ ਇਸ ਦੇ ਵਿੱਚ ਕੀ ਕਰ ਸਕਦੇ ਨੇ। ਹੁਣ ਤੱਕ ਕਿੰਨੇ ਕੁ ਕਦਮ ਸਹੀ ਦਿਸ਼ਾ ਦੇ ਵਿੱਚ ਗਏ ਨੇ, ਜਿੰਨੇ ਕੁ ਵਿਚਾਰ ਸਾਡੇ ਮਨ ਦੇ ਵਿੱਚ ਨੇ ਉਹ ਅਸੀਂ ਤੁਹਾਡੇ ਨਾਲ ਖੁਦ ਤਾਂ ਸਾਂਝੇ ਕਰਾਂਗੇ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਵਿੱਚ ਵਸਦੇ, ਨਿਊਜ਼ੀਲੈਂਡ ਵਿੱਚ ਵਸਦੇ ਪੱਤਰਕਾਰ ਭਾਈਚਾਰੇ ਨਾਲ ਵੀ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਵੀ ਇੱਕ ਮੰਚ ਤੇ ਇਕੱਠੇ ਕਰਾਂਗੇ, ਤਾਂ ਜੋ ਕਿਸੇ ਨਾ ਕਿਸੇ ਦਿਸ਼ਾ ਵੱਲ ਅਸੀਂ ਵਿਦੇਸ਼ ਦੇ ਵਿੱਚ ਬੈਠੇ, ਈਸਟ ਵਾਲੇ ਵੈਸਟ ਦੇ ਵਿੱਚ ਬੈਠੇ ਆਪਣੀ ਦਿਸ਼ਾ ਨੂੰ ਨਿਰਧਾਰਿਤ ਕਰ ਸਕੀਏ। ਅਸੀਂ ਵੀ ਇੱਕ ਆਪਣਾ ਕਦਮ ਪੁੱਟ ਸਕੀਏ ਜਿਹੜਾ ਉਸ ਦਿੱਲੀ ਵੱਲ ਜਾਂਦੇ ਅਨੇਕਾਂ ਕਦਮਾਂ ਦੇ ਨਾਲ ਆਪਣਾ ਕਦਮ ਮਿਲਾ ਸਕੇ। ਅੱਜ ਦੀ ਇਸ ਵਿਚਾਰ ਚਰਚਾ ਦੇ ਵਿੱਚ, ਇਸ ਗੱਲਬਾਤ ਦੇ ਵਿੱਚ ਮੇਰੇ ਨਾਲ ਜਿਹੜਾ ਰਾਬਤਾ ਬਣਾਇਆ ਉਹ ਰਿਸ਼ੀ ਗੁਲਾਟੀ ਜੀ ਹੋਰਾਂ ਨੇ। ਰਿਸ਼ੀ ਗੁਲਾਟੀ ਜੀ ਜਿਹੜੀਆਂ ਮਾਨਸਿਕ ਜਿਹੜੀਆਂ ਗੱਲਾਂ ਬਾਤਾਂ ਨੇ, ਦਿਮਾਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਗੁੰਝਲਾਂ ਨੇ, ਉਹਨਾਂ ਦੇ ਡਾਕਟਰ ਵੀ ਨੇਗੇ। ਮੈਂ ਡਾਕਟਰ ਹੀ ਕਹੂੰਗਾ, ਥੈਰੇਪਿਸਟ ਕਹਿੰਦੇ ਨੇ ਉਹ ਆਪਣੇ ਆਪ ਨੂੰ। ਬਟ ਉਹ ਹੁਣ ਤੱਕ 2 ਕਿਤਾਬਾਂ ਲਿਖਣ ਦੇ ਨਾਲ ਉਹਨਾਂ ਦਾ ਇੰਨਾ ਕੁ ਤਜਰਬਾ, ਸਰਚ ਹੋ ਚੁੱਕੀ ਆ। ਇਹ ਇਸ ਪੂਰੇ ਮੁੱਦੇ ਨੂੰ ਮਨੋਵਿਗਿਆਨਕ ਤਰੀਕੇ ਦੇ ਨਾਲ ਦੇਖਣਗੇ ਕਿ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਸੋਚਦੇ ਹਾਂ, ਔਰ ਉੱਥੇ ਜਿਹੜੇ ਲੋਕ ਉਸ ਪੂਰੇ ਸੰਘਰਸ਼ ਦਾ ਹਿੱਸਾ ਨੇ, ਜਿਸ ਦੇ ਹੱਥ ਦੇ ਵਿੱਚ ਇੱਕ ਵੱਟਾ ਤੇ ਜਿਸ ਦੇ ਹੱਥ ਦੇ ਵਿੱਚ ਇੱਕ ਪਾਣੀ ਦਾ ਕੱਪ ਆ, ਉਹਨਾਂ ਦੀ ਮਨੋਦਸ਼ਾ ਦੇ ਵਿੱਚ ਕੀ ਫਰਕ ਆ। ਜਿਸ ਦੇ ਹੱਥ ਦੇ ਵਿੱਚ ਗਨ ਆ, ਜਿਸ ਦੇ ਹੱਥ ਦੇ ਵਿੱਚ ਬੈਰੀਅਰ ਆਗਾ, ਜਾਂ ਜਿਸ ਦੇ ਹੱਥ ਦੇ ਵਿੱਚ ਪਾਣੀ ਛਿੜਕਣ ਵਾਲੀ ਉਹ ਪੈਪ ਆ, ਉਹਨਾਂ ਦੀ ਮਨੋਦਸ਼ਾ ਦੇ ਵਿੱਚ ਕੀ ਫਰਕ ਆ। ਕਿੱਥੇ ਹੁਕਮ ਦੀ ਜਿਹੜੀ ਪਾਲਣਾ ਹੋ ਰਹੀ ਆ, ਕਿੱਥੇ ਇਮੋਸ਼ਨਸ ਦੇ ਨਾਲ ਐਕਸ਼ਨ ਲਿੱਤਾ ਜਾ ਰਿਹਾ। ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਉੱਪਰ ਚਾਨਣਾ ਰਿਸ਼ੀ ਗੁਲਾਟੀ ਜੀ ਸਾਡੇ ਨਾਲ ਪਾਉਣਗੇ। ਰਿਸ਼ੀ ਜੀ, ਸਵਾਗਤ ਹੈ। बहुत बहुत शुक्रिया रोबी जी, बहुत प्यार भरी सत श्रीकाल ते सारे दर्शकों को बहुत प्यार भरी सत श्रीकाल। शुक्रिया जी, अज फिर मौका मिला इस मंच ते गलबात करने का जी। ऋषि जी, मन किते दुखी भी है, किते थोड़ा मान भी हो रहा कि ਅਸੀਂ ਉਸ ਧਰਤੀ ਤੇ ਜਾਏ ਹਾਂ ਜਿੱਥੇ ਜਦੋਂ ਕੋਈ ਲਹਿਰ ਪੈਦਾ ਹੁੰਦੀ ਆ ਉਹ ਸਾਰੇ ਧਰਮਾਂ ਨੂੰ ਇੱਕ ਰੰਗ 'ਚ ਹੀ ਰੰਗ ਦਿੰਦੀ ਆ। ਤੇ ਉੱਥੇ ਕਿੰਨੇ ਚਿਰ ਤੋਂ ਪਿਛਲੇ ਸਾਲਾਂ ਨੂੰ ਜੇ ਦੇਖੀਏ, ਉੱਥੋਂ ਦੇ এনवायरमेंट ਨੂੰ ਅਲੱਗ-ਅਲੱਗ ਲੀਲੇ ਪੀਲੇ ਰੰਗਾਂ ਦੇ ਵਿੱਚ, ਧਾਰਮਿਕ ਰੰਗਾਂ ਦੇ ਵਿੱਚ ਰੰਗਣ ਵਾਸਤੇ ਇੰਨਾ ਕੁਝ ਜਦੋਜਹਿਦ ਕੀਤੀ ਜਾ ਰਹੀ ਆ। ਮੇਰੇ ਤਾਂ ਇੱਕ ਛੋਟਾ ਜਿਹਾ ਹਲਾਰਾ ਆ ਤੇ ਸਾਰਿਆਂ ਨੂੰ ਇੱਕੋ ਰੰਗ ਦੇ ਵਿੱਚ ਰੰਗ ਗਿਆ। ਬਿਲਕੁਲ। ਔਰ ਜੋ ਮੰਜ਼ਰ ਅਸੀਂ ਸਾਰਿਆਂ ਨੇ ਕੱਲ ਦੇਖਿਆ ਤਾਂ ਮਤਲਬ ਫੀਲ ਹੋ ਰਿਹਾ ਸੀ ਕਿ ਯਾਰ ਮਤਲਬ ਅਸੀਂ ਉੱਥੋਂ ਦੇ ਜਾਏ ਆ। ਉਹਨਾਂ ਦੀ ਜਿਹੜੀ ਡੈਡੀਕੇਸ਼ਨ ਦੇਖੋ, ਔਰ ਮੌਤ ਜਾਂ ਗੁੱਸੇ ਦੇ ਜਾਂ ਮਤਲਬ ਹੈਂਕੜ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਖੜਨਾ, ਜੁਰਅਤ ਮੈਨੂੰ ਲੱਗਦਾ ਨਹੀਂ ਪੰਜਾਬ ਤੋਂ ਇਲਾਵਾ ਕਿਸੇ ਹੋਰ ਧਰਤੀ ਨੂੰ ਨਸੀਬ ਆ ਦੁਨੀਆ। ਇੱਥੇ ਨਾ ਆਪਾਂ ਗੱਲ ਪੋਜ਼ਿਟਿਵਿਟੀ ਤੋਂ ਸ਼ੁਰੂ ਕਰੀਏ ਜੀ। ਆਪਾਂ ਨਾ ਬਹੁਤ ਦਹਾਕਿਆਂ ਤੋਂ ਇਹ ਸੁਣਦੇ ਆਉਂਦੇ ਪੰਜਾਬ ਕਰਕੇ ਗਿਆ, ਨਸ਼ਿਆਂ ਦੇ ਵਿੱਚ ਕਰਕੇ ਗਿਆ। ਜੀ। ਦੇਖੋ ਪੰਜਾਬ ਦੀ ਜਵਾਨੀ ਹਾਂ ਹੈ ਠਾਠਾ ਮਾਰਦੀ, ਹਾਂ,
ਇੱਕ ਟੈਂਕਰ ਤੋਂ ਦੂਜੇ ਤੇ ਛਾਲ ਹਾਂ, ਮਾਰਦੀ ਆ, ਹਾਂ। ਚੱਕ ਕੇ ਵੱਡਾ ਵੱਡਾ ਜਿਹੜਾ ਔਰ ਵੱਡਾ ਹੁੰਦੀ ਆ। ਉਹ ਇੱਕ ਨੌਜਵਾਨ ਨੇ ਇਹ ਕੰਮ ਕੀਤਾ ਸੀ ਜਿਹਦੀ ਕਿ ਉਮਰ ਹੈਗੀ ਇਹ ਕੰਮ ਕਰਨ ਦੀ, ਪਰ ਉਹਦੇ ਵਿੱਚ ਜਿਹੜਾ ਮੈਸੇਜ ਸੀ ਨਾ, ਮੈਸੇਜ ਬਹੁਤ ਪਾਵਰਫੁਲ ਸੀ। ਦੈਟ ਇਜ਼ ਮਚ ਮੋਰ ਇੰਪੋਰਟੈਂਟ। ਔਰ ਜਦੋਂ ਕਿ ਖਾਸ ਤੌਰ ਤੇ ਇੱਕ ਦਿੱਲੀ ਦੇ ਵੱਡੇ ਲੀਡਰ ਆਏ ਸੀ ਕਈ ਸਾਲ ਪਹਿਲਾਂ, ਉਹਨਾਂ ਨੇ ਬਹੁਤ ਖੁੱਲ੍ਹ ਕੇ ਕਿਹਾ ਸੀ ਵੀ ਪੰਜਾਬ ਦੇ ਕਿੰਨੇ 70-80% ਮੇਬੀ ਜੀ। ਮੋਰ ਇੰਨੇ ਨੌਜਵਾਨ ਨਸ਼ੇ। ਗਰਕ ਚੁੱਕੇ ਨਸ਼ਿਆਂ ਦੇ ਵਿੱਚ। ਔਰ ਦੇਖੋ ਪੰਜਾਬ ਦੀ ਜਵਾਨੀ ਕਿੰਨੀ ਡਟ ਕੇ ਉਸੇ ਦਿੱਲੀ ਦੇ ਨਾਲ ਚ ਮੱਥਾ ਲਾ ਰਹੀ ਮੱਥਾ ਹੈ। ਲਾ ਰਹੀ ਹੈ। ਬੇਸ਼ੱਕ ਚਿਹਰਾ ਵੱਖਰਾ ਹੈ, ਪਰ ਅੰਦਰੋਂ ਸਾਰੇ ਇੱਕੋ ਜਿਹੇ ਨੇ, ਜੇ ਆਪਾਂ ਭਾਵਨਾਵਾਂ ਦੀ ਗੱਲ ਮੈਨੂੰ ਇਹ ਲੱਗਦਾ ਇਸ ਵਾਰੀ ਦਾ ਜਿਹੜਾ ਪੂਰਾ ਇਹ ਉੱਥੇ ਚੱਲ ਰਿਹਾ ਹੈਗਾ, ਉਹਦੇ ਵਿੱਚ ਜਿਹੜਾ ਅਗਰੈਸ਼ਨ ਆ, ਜਿਹੜਾ ਗੁੱਸਾ, ਉਹਨੂੰ ਹੋਲਡ ਬਹੁਤ ਕੀਤਾ ਹੋਇਆ ਹਾਂ ਕਿ ਉਸ ਨੂੰ ਹੋਲਡ ਕਰਕੇ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਡਿਲੀਵਰ ਕੀਤਾ ਜਾ ਰਿਹਾ। ਤਾਂ ਮੈਂ ਜਿਹੜੀ ਪਿੱਛੋਂ ਨਾ ਕਨਵਰਸੇਸ਼ਨ ਸੁਣ ਰਿਹਾ ਸੀ ਕਿ ਅਸੀਂ 10-10 ਦਾ ਗਰੁੱਪ ਬਣਾ ਕੇ ਅੱਗੇ ਜਾ ਰਹੇ ਹਾਂ, ਅੱਗੇ ਜਾ ਰਹੇ ਹਾਂ। ਔਰ ਇੱਕ ਪਲਾਨ ਸੀਗਾ ਕਿ ਇੱਕ ਗਰੁੱਪ ਸੀਗਾ ਜਿਹੜਾ ਆਪਣੇ ਤੇ ਪਾਣੀ ਦੀਆਂ ਵਿਛਾੜਾਂ ਪਵਾ ਰਿਹਾ ਸੀਗਾ ਤੇ ਦੂਜਾ ਐਕਸ਼ਨ ਕਰ ਰਿਹਾ ਸੀ। Action ਕਰ ਰਿਹਾ। ਤਾਂ ਮਤਲਬ ਸਟ੍ਰੈਟੇਜਿਕ ਅਪਰੋਚ ਸੀਗੀ। ਸੋ ਉਹ ਬੜੀ ਵੱਡੀ ਚੰਗੀ ਗੱਲ ਆ ਕਿ ਜੇ ਪੰਜਾਬੀ ਨੌਜਵਾਨ ਆਪਣੇ ਤਾਕਤ ਨੂੰ ਸਹੀਵੰਦ ਇੱਕ ਵਿਉਂਤਬੰਦ ਤਰੀਕੇ ਦੇ ਨਾਲ ਯੂਜ਼ ਕਰ ਰਿਹਾ, ਤਾਂ ਉਹ ਅਗਲੇ ਜਿਹੜੇ ਮੋਰਚੇ ਨੇ ਉਹਨਾਂ ਨੂੰ ਫਤਿਹ ਕਰਨ ਦੀ ਖਮਤਾ ਰੱਖਦਾ। ਬਿਲਕੁਲ, ਇਹ ਅਕਸਰ ਕਿਹਾ ਜਾਂਦਾ ਹੈ ਕਿ ਇੰਡੀਆ ਤੋਂ ਪੰਜਾਬ ਤੋਂ ਜਿਹੜਾ ਬ੍ਰੇਨ ਆਊਟ ਡਰੇਨ ਹੋ ਰਿਹਾ, ਬਟ ਦੇਖੋ ਮਤਲਬ ਜਿਹੜੇ ਨੌਜਵਾਨ ਕਿਸਾਨੀ ਦੇ ਵਿੱਚ ਨੇ, ਜਾਂ ਹੋ ਸਕਦਾ ਹੈ ਕੁਝ ਉਹਨਾਂ ਚ ਮਜ਼ਦੂਰ ਵੀਰ ਵੀ ਹੋਣ, ਜੀ ਪੋਸੀਬਿਲਿਟੀ ਹੈਗੀ ਇਸ ਚੀਜ਼ ਦੀ, ਕਿਉਂਕਿ ਇਹ ਸੰਘਰਸ਼ ਇਕੱਠਾ ਸੰਘਰਸ਼ ਹੈਗਾ ਜੀ ਜੀ। ਤਾਂ ਉਹ ਲੋਕ ਕਿੱਡੇ ਵਧੀਆ ਤਰੀਕੇ ਨਾਲ ਚੱਲ ਰਹੇ ਨੇ। ਔਰ ਖਾਸ ਗੱਲ ਰੋਬੀ ਜੀ ਇਹ ਹੈ, ਕੋਈ ਇੱਕ ਖਾਸ ਲੀਡਰ ਵੀ ਨਜ਼ਰ ਨਹੀਂ ਆ ਰਿਹਾ। ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਉੱਥੇ ਐਕਟਿਵ ਤੌਰ ਤੇ ਲੱਗੀ ਹੋਈ ਹੈ ਨਾਲ, ਪਰ ਕੋਈ ਬੰਦਾ ਨਿਰਦੇਸ਼ ਦਿੰਦਾ ਨਜ਼ਰ ਨਹੀਂ ਆ ਰਿਹਾ ਵੀ ਤੁਸੀਂ 10 ਬੰਦੇ ਨੇ ਪਹਿਲਾਂ ਜਾਣਾ, ਬਾਕੀ 10 ਨੇ ਬਾਅਦ ਜਾਣਾ, ਤੁਸੀਂ ਭਾਈ ਫਲਾਣੇ ਕਰ ਜਾਂ ਉਹਨਾਂ ਨੂੰ ਇਹ ਧਿਆਨ ਹੋਵੇ ਕਿ ਅਸੀਂ ਕੈਮਰੇ ਅੱਗੇ ਜਾ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੀਏ। ਔਰ ਜਿੰਨੇ ਵੀ ਕੈਮਰੇ ਵਾਲੇ, ਜਦੋਂ ਪੂਰਾ ਪੀਕ ਤੇ ਸੀਗਾ ਪੂਰਾ এনवायरमेंट ਸ਼ੰਭੂ ਬਾਰਡਰ ਦੇ ਉੱਪਰ, ਜਦੋਂ ਉਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਕੈਮਰੇ ਵਾਲਿਆਂ ਨੂੰ ਇੱਥੋਂ ਵਾਲੇ ਜਿਹੜੇ ਸਟੂਡੀਓ ਦੇ ਵਿੱਚ ਬੈਠੇ ਲੋਕ ਜਾਂ ਜਿਹੜੇ ਰਿਪੋਰਟਰ ਨੇਗੇ, ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਸੀਗੇ ਪ੍ਰੈਜ਼ੈਂਟਰ ਰਿਪੋਰਟਰ ਨੂੰ, ਤਾਂ ਉਹ ਕਹਿੰਦਾ ਸੀਗਾ ਕਿ ਹੁਣ ਇਹ ਕਿਸੇ ਨਾਲ ਗੱਲ ਕਰਨ ਦੇ ਮੂਡ 'ਚ ਨਹੀਂ ਹੈ। ਉਹ ਕਹਿੰਦੇ ਵੀ ਤੁਸੀਂ ਪਰੇ ਹੋ ਜਾਓਗੇ ਤੇ ਤੁਹਾਡੇ ਨਾਲ ਵੱਜ ਜੇ ਕੁਛ। ਸੋ ਮਤਲਬ ਉਹ ਕਹਿੰਦੇ ਵੀ ਸਾਨੂੰ ਇਹ ਨਹੀਂ ਹੈ ਕਿ ਸਾਨੂੰ ਕੌਣ ਕਵਰ ਕਰ ਰਿਹਾ, ਅਸੀਂ ਦਿਖਾਵੇ 'ਚ ਨਹੀਂ, ਹੁਣ ਅਸੀਂ ਐਕਸ਼ਨ 'ਚ ਔਰ ਰਾਈਟ ਐਕਸ਼ਨ 'ਚ, ਔਰ ਸਾਡੀ ਕਰੋ ਜਾਂ ਮਰੋ ਦੀ ਇੱਕ ਪਾਲਿਸੀ ਹੈ ਕਿ ਅਸੀਂ ਜਾਵਾਂਗੇ, ਅਸੀਂ ਪਹੁੰਚਾਂਗੇ। ਹੁਣ ਜਿਹੜੀ ਇਹ ਅਪਰੋਚ ਹੈ, ਜਿੱਦਾਂ ਕਿ ਬੀਤੀ ਰਾਤ ਥੋੜਾ ਜਿਹਾ ਪਥਰਾਅ ਵੀ ਹੋਇਆ, ਮਤਲਬ ਨੌਜਵਾਨਾਂ ਨੇ ਪੱਥਰ ਵੀ ਸੁੱਟੇ ਨੇ, ਉਹ ਚੀਜ਼ ਜਿਹੜੀ ਰੋਬੀ ਜੀ ਚਿੰਤਾ ਪੈਦਾ ਕਰਦੀ ਹੈ। ਜੇਕਰ ਇਸੇ ਤਰ੍ਹਾਂ ਹੋ ਸਕਦਾ ਵਿੱਚੋਂ ਕੁਝ ਸ਼ਰਾਰਤੀ ਤੱਤ ਵੀ ਰਲੇ ਹੋਣ ਜੀ, ਕਿਸੇ ਦੇ ਵੱਲੋਂ ਪਲਾਟ ਕੀਤੇ ਗਏ ਹੋਣ, ਜੀ, ਅਗਰ ਉਹ ਕੋਈ ਇਹੋ ਜਿਹਾ ਐਕਸ਼ਨ ਕਰਦੇ ਨੇ ਤੇ ਕਿਤੇ ਸੰਘਰਸ਼ ਨੂੰ ਕੋਈ ਹੋਰ ਰੂਪ ਨਾ ਦੇ ਦਿੱਤਾ ਜਾਵੇ, ਇਸ ਚੀਜ਼ ਦੀ ਵੀ ਸ਼ੰਕਾ ਮੈਨੂੰ ਇਸ ਰਿਸ਼ੀ ਜੀ ਇਸ ਗੱਲ ਦੀ ਵੀ ਚਿੰਤਾ ਹੈ ਕਿ ਜਿਸ ਹਿਸਾਬ ਨਾਲ NDTV ਨੇ ਜਾਂ ਕੁਝ ਹੋਰ TV ਚੈਨਲਸ ਨੇ ਜਿਹੜੀ ਦਿੱਲੀ ਦੇ ਵਿੱਚ ਹੋਈ ਤਿਆਰੀ ਦੀਆਂ ਜਿਹੜੀਆਂ ਵੀਡੀਓਜ਼ ਦਿਖਾਈਆਂ ਨੇ ਸਾਨੂੰ, ਉਹਦੇ ਵਿੱਚ ਜਿਸ ਤਰ੍ਹਾਂ ਦਾ ਜਿਹੜੀਆਂ 2 ਜਾਂ 3 ਜਿਹੜੀਆਂ ਟੁਕੜੀਆਂ ਨੇ ਜਿਹੜੀਆਂ ਉਹ ਲਾਈਆਂ ਗਈਆਂ, ਆਰਮੀ ਦੀਆਂ ਵੀ ਲਾਈਆਂ ਹੋਈਆਂ ਨੇ, ਅਲੱਗ-ਅਲੱਗ ਤਰੀਕੇ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਹੋਲਡ ਕੀਤਾ, ਤਾਂ ਉਹ ਤਾਂ ਇਹ ਲੱਗ ਰਿਹਾ ਕਿ ਕੋਈ ਦੂਜਾ ਕੰਟਰੀ ਜਿੱਦਾਂ ਕਿਸੇ ਤੇ ਹਮਲਾ ਕਰਨ ਆ ਰਿਹਾ ਹੋਵੇ, ਤੇ ਜਦੋਂ ਕਿ ਜਿਹੜੇ ਆ ਰਹੇ ਨੇ ਉਹਨਾਂ ਕੋਲ ਕੋਈ ਹਥਿਆਰ ਹੀ ਨਹੀਂ ਹੈ, ਕੋਈ ਹਥਿਆਰ ਨਹੀਂ ਹੈਗੇ। ਔਰ ਹੁਣ ਤੱਕ ਬਹੁਤ ਕੁਝ ਕੀਤਾ ਗਿਆ ਹੈਗਾ, ਜਸਟ ਲਾਈਕ ਬੈਰੀਕੇਡ ਲਗਾਏ ਗਏ ਨੇ ਜੀ, ਠੀਕ ਹੈ, ਪੱਥਰ, ਵੱਡੇ ਵੱਡੇ ਪੱਥਰ, ਜਿਹੜਾ ਕਿ ਇਨਸਾਨ ਦੇ ਵੱਸ ਦਾ ਰੋਗ ਹੀ ਨਹੀਂ ਹੈਗਾ ਹਿਲਾਉਣਾ, ਬਟ ਇਨਸਾਨੀ ਤਾਕਤ ਤੇ ਉਹ ਵੀ ਨਹੀਂ ਰੋਕ ਸਕੇ। ਬਟ ਇੱਕ ਕੋਸ਼ਿਸ਼ ਬਹੁਤ ਵੱਡੀ ਸੀ, ਮਿੱਟੀ ਦੇ ਟਿੱਲੇ ਐਂਡ ਪਾਣੀ ਦੀਆਂ ਬੁਛਾਰਾਂ, ਕੰਡਿਆੜੀ ਤਾਰ ਐਂਡ ਇਸ ਤੋਂ ਨਾਲ ਅਥਰੂ ਗੈਸ ਦੇ ਗੋਲੇ, ਠੀਕ ਹੈ। ਜਦੋਂ ਇਹ ਸਾਰਾ ਕੁਝ ਕਾਮਯਾਬ ਨਹੀਂ ਹੋਇਆ ਤਾਂ ਅਗਲੇ ਜੋ ਬੈਰੀਅਰ ਲਗਾਏ ਗਏ ਨੇ ਉਹ ਕਿੱਦਾਂ ਲਗਾਏ ਗਏ ਨੇ, ਜਿਹੜੀਆਂ ਪ੍ਰਾਈਵੇਟ ਗੱਡੀਆਂ ਨੇ ਜੀ, ਵੱਡੀਆਂ ਗੱਡੀਆਂ, ਉਹਨਾਂ ਨੂੰ ਉੱਥੇ ਖੜਾ ਕਰਕੇ ਰੋਡ ਤੇ ਰੋਡਾਂ ਬਲੌਕ ਕਰ ਦਿੱਤੀਆਂ ਗਈਆਂ, ਚਾਬੀਆਂ ਪੁਲਿਸ ਵਾਲਿਆਂ ਕੋਲੇ। ਐਂਡ ਨੈਕਸਟ ਸਟੈਪ ਕੀ ਹੋਇਆ ਕਿ ਉੱਥੇ ਸੜਕ ਹੀ ਪੱਟ ਦਿੱਤੀ ਗਈ ਹੈ ਜੀ, ਭਾਰਤ ਦਾ ਰਾਸ਼ਟਰੀ ਮਾਰਗ ਉਹੀ ਪੱਟ ਦਿੱਤਾ ਗਿਆ, ਔਰ ਬਿਲਕੁਲ ਸਰਕਾਰ ਦੇ ਵੱਲੋਂ ਸਾਰਾ ਕੁਝ ਰਿਹਾ। ਅਸੀਂ ਜਾ ਕੇ ਉੱਥੇ ਸਵਾਲ ਕਰਨਾ ਚਾਹ ਰਹੇ ਹਾਂ, ਤੇ ਜੇ ਮੰਨ ਲਓ ਬਾਹਰ ਬੈਠੇ ਆ ਜਾਂ ਅਸੀਂ ਆ ਰਹੇ ਹਾਂਗੇ ਤਾਂ ਉਹਨਾਂ ਤੋਂ ਪੁੱਛੋ ਭਾਈ ਤੁਹਾਨੂੰ ਪ੍ਰੋਬਲਮ ਕੀ ਹੈ, ਪ੍ਰੋਬਲਮ ਠੀਕ ਹੈ। ਤਾਂ
ਮੇਰੇ ਖਿਆਲ ਦੇ ਵਿੱਚ ਇਹ ਸਾਰੀ ਜਿਹੜੀ ਆਪਾਂ ਰਿਸ਼ੀ ਜੀ ਗੱਲਬਾਤ ਕਰ ਰਹੇ ਹਾਂ ਮਨੋਦਸ਼ਾ ਦੀ, ਉਹਨਾਂ ਦੀ ਜਾਂ ਸਾਰੀ, ਉਹਦੇ ਨਾਲੋਂ ਜ਼ਿਆਦਾ ਜ਼ਰੂਰੀ ਇਹ ਆ ਗੱਲ ਕਰਨੀ ਕਿ ਅਸੀਂ ਵਿਦੇਸ਼ ਦੇ ਵਿੱਚ ਬੈਠੇ ਉਹਨਾਂ ਦੀ ਸਪੋਰਟ ਕਿੱਦਾਂ ਕਰ ਸਕਦੇ ਹਾਂ। ਸਪੋਰਟ ਬਹੁਤ ਬਹੁਤ ਹੀ ਅਹਿਮ ਤੇ ਖੂਬਸੂਰਤ ਗੱਲ ਰਵੀ ਜੀ ਤੁਸੀਂ ਚੱਕੀ ਹੈ। ਪਰ ਇਹ ਤੋਂ ਪਹਿਲਾਂ ਕਿ ਇਸ ਗੱਲ ਨੂੰ ਅਸੀਂ ਅੱਗੇ ਵਧਾਈਏ, ਇੱਕ ਵਾਕਾ ਤੁਹਾਡਾ ਸਾਂਝਾ ਕਰਨਾ ਚਾਹੁੰਦਾ ਜੀ ਪਰ ਪਲੀਜ਼। ਮੈਂ 10 ਸਾਲ ਪਿੱਛੇ ਲੈ ਕੇ ਜਾਊਂਗਾ। ਤਕਰੀਬਨ 10 ਸਾਲ ਤੋਂ ਜ਼ਿਆਦਾ ਹੋ ਗਏ, 2009 ਦੀ ਗੱਲ ਹੈ ਜੀ। 2009 ਦੇ ਵਿੱਚ ਉਸ ਦੌਰ ਦੇ ਵਿੱਚ ਯਾਨੀ ਕਿ ਸਟੂਡੈਂਟ ਸੀ, ਮੌਤ ਤੱਕ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਉਦੋਂ ਕਾਫੀ ਮੌਤਾਂ ਹੋਈਆਂ ਸੀ। ਉਦੋਂ ਆਪਣੇ ਇੱਕ ਦੋਸਤ ਨੇ ਮੈਲਬਰਨ ਤੋਂ, ਗਗਨ ਹੰਸ ਜੀ, ਗਗਨ ਹੰਸ ਜੀ ਨੇ ਮੈਨੂੰ ਫੋਨ ਕੀਤਾ ਤੇ ਕਿਹਾ ਵੀ ਮੇਰੇ ਆਰਟੀਕਲ ਵਗੈਰਾ ਬਹੁਤ ਛਪਦੇ ਹੁੰਦੇ ਸੀ, ਖੁੱਲ੍ਹ ਕੇ ਵਿਚਰਦਾ ਸੀ ਮੈਂ ਰਾਈਟਿੰਗ ਦੇ ਖੇਤਰ ਦੇ ਵਿੱਚ, ਅਖਬਾਰਾਂ ਦੇ ਵਿੱਚ ਤੇ ਮੈਗਜ਼ੀਨਾਂ ਦੇ ਵਿੱਚ। ਉਹਨਾਂ ਨੇ ਆਖਿਆ ਵੀ ਤੁਸੀਂ ਨਾ ਇਹੋ ਜਿਹਾ ਕੋਈ ਮੈਸੇਜ ਲਿਖੋ ਜਿਹੜਾ ਕਿ ਸਾਡੇ ਭਾਈਚਾਰੇ ਦੇ ਨਾਮ ਹੋਵੇ, ਵੀ ਆਪਾਂ ਕੋਈ ਸੰਸਥਾ ਬਣਾਈਏ ਜਿਹਦਾ ਕੋਈ ਪ੍ਰਧਾਨ ਨਹੀਂ, ਕੋਈ ਅਹੁਦੇਦਾਰ ਨਹੀਂ, ਸਾਰੇ ਮੈਂਬਰ ਹੋਣਗੇ ਔਰ ਸਾਰੇ ਜ਼ਿੰਮੇਵਾਰ ਹੋਣਗੇ। $10 ਪਰ ਮੰਥ ਹਰੇਕ ਬੰਦੇ ਨੇ ਇਕੱਠਾ ਕਰਨਾ। ਜਿੱਦਾਂ ਮੰਨ ਲਓ ਆਪਾਂ 4 ਬੰਦੇ ਆਫਿਸ 'ਚ, ਠੀਕ ਹੈ, ਇੱਕ ਮਹੀਨੇ ਤੁਹਾਡੀ ਜ਼ਿੰਮੇਵਾਰੀ ਲੱਗੀ ਵੀ 4 ਤੋਂ $10 ਲੈ ਕੇ ਸੰਸਥਾ ਦੇ ਖਾਤੇ 'ਚ ਪਾ ਦੇਣੇ। ਉੱਥੇ ਕੋਈ ਪਰਚੀ ਨਹੀਂ ਹੈ, ਕੋਈ ਪੁੱਛਣ ਵਾਲਾ ਨਹੀਂ ਹੈਗਾ ਤੁਹਾਨੂੰ ਵੀ ਤੁਸੀਂ ਕਿਉਂ ਨਹੀਂ ਜਮ੍ਹਾਂ ਕਰਵਾਏ। ਉਹ ਨੈਤਿਕ ਫਰਜ਼ ਹੋਏਗਾ ਸਾਰਿਆਂ ਦਾ। ਉਹ ਜਿਹੜਾ ਫੰਡ ਹੈ ਫਿਰ ਹਰੇਕ ਸ਼ਹਿਰ ਦੇ ਵਿੱਚ, ਜਿੱਦਾਂ ਮੈਲਬਰਨ ਹੋ ਗਿਆ, ਸਿਡਨੀ ਹੋ ਗਿਆ, ਐਡੀਲੇਡ, ਬ੍ਰਿਸਬੇਨ, ਹਰ ਸ਼ਹਿਰ ਦੇ ਵਿੱਚ 4-4, 5-5 ਬੰਦੇ ਦੀ ਟੀਮ ਹੋਏਗੀ। ਜਦੋਂ ਵੀ ਕੋਈ ਇਹੋ ਜਿਹਾ ਕੁਦਰਤੀ ਭਾਣਾ ਵਰਤਦਾ ਹੈ ਜਾਂ ਇਨਸਾਨ ਦੁਆਰਾ ਵੀ ਬਹੁਤ ਕੁਝ ਹੋਇਆ, ਖੁਦ ਨੂੰ ਉਹਨਾਂ ਨੇ ਖਤਮ ਕਰ ਲਿਆ, ਇਹੋ ਜਿਹਾ ਕੋਈ ਭਾਣਾ ਵਰਤਦਾ, ਉਹ ਬੰਦੇ ਜਾਣਗੇ ਉੱਥੇ, ਉਹਨਾਂ ਦੀ ਸਪੋਰਟ ਕਰਨਗੇ ਤਾਂ ਕਿ ਬੋਡੀ ਨੂੰ ਨਾਲ ਦੀ ਨਾਲ ਇੰਡੀਆ ਭੇਜਿਆ ਜਾਵੇ। ਹੁਣ ਜਿਹੜੇ ਮਾਪੇ ਉੱਥੇ ਤਰਸਦੇ ਹੁੰਦੇ ਸੀ ਉਹਨਾਂ ਦਿਨਾਂ 'ਚ ਮੈਨੂੰ ਯਾਦ ਹੈ, ਤੁਹਾਨੂੰ ਵੀ ਯਾਦ ਹੋਏਗਾ ਕਿ ਉਦੋਂ ਰੋਬੀ ਜੀ ਖੜੇ ਪੈਰ ਫੰਡ ਇਕੱਠਾ ਕੀਤਾ ਜਾਂਦਾ ਸੀ, ਅਪੀਲ ਹੁੰਦੀ ਸੀ ਵੀ ਆਹ ਫੰਡ। ਹੁਣ ਤਾਂ ਚਲੋ ਮਾਹੌਲ ਬਹੁਤ ਬਦਲ ਗਿਆ ਹੈਗਾ ਜੀ। ਔਰ ਗਗਨ ਜੀ ਨੇ ਮੈਨੂੰ ਉਤਸ਼ਾਹਿਤ ਕੀਤਾ ਕਿ ਇਹੋ ਜੀ ਕੋਈ ਆਪਾਂ ਸਕੀਮ ਆਪਾਂ ਲੈ ਕੇ ਆਈਏ ਜਨਤਾ ਦੀ ਕਚਹਿਰੀ ਵਿੱਚ। ਉਹਨੂੰ ਮੈਂ ਆਈਡੀਆ ਨੂੰ ਡਿਵੈਲਪ ਕੀਤਾ ਔਰ ਇੱਕ ਆਰਟੀਕਲ ਲਿਖਿਆ। ਉਹ ਅੱਜ ਵੀ ਕਿਤੇ ਨਾ ਕਿਤੇ ਆਨਲਾਈਨ ਪਿਆ ਹੋਏਗਾ। ਇੱਕ ਜ਼ਰੂਰੀ ਖਤ ਪੰਜਾਬੀਆਂ ਨਾਮ ਜੀ। ਉਦੋਂ ਸ਼ਰਮ ਵਾਲੀ ਗੱਲ ਕਵਾਂ ਕੀ ਕਵਾਂ, ਮੇਰੇ ਆਰਥਿਕ ਹਾਲਾਤ ਬਹੁਤ ਮਾੜੇ ਸੀ ਉਸ ਟਾਈਮ। ਸਟੂਡੈਂਟ ਲਾਈਫ ਦਾ ਸ਼ੁਰੂਆਤੀ ਦਿਨ ਸੀ, ਫੀਸਾਂ ਵੀ ਬੜੀਆਂ ਔਖੀਆਂ ਨਿਕਲਦੀਆਂ ਸੀ। ਫਿਰ ਵੀ ਆਪਾਂ ਸ਼ਬਦ ਸਾਂਝ ਦੀ ਗੱਲ ਇੱਕ ਹੋਰ ਐਪੀਸੋਡ ਦੇ ਵਿੱਚ ਕਰ ਚੁੱਕੇ ਹਾਂ। ਉਹਨੂੰ ਬੜਾ ਔਖਾ ਹੋ ਕੇ ਚਲਾਉਂਦਾ ਹੁੰਦਾ ਸੀਗਾ ਤੇ ਉਸ ਜੋਗੇ ਇੰਟਰਨੈਟ ਜੋਗੇ ਪੈਸੇ ਨਹੀਂ ਸੀ ਹੁੰਦੇ ਤੇ ਹੋਰ ਆਪਾਂ ਕੀ ਕਰ ਸਕਦੇ ਸੀ ਉਸ ਤੌਰ ਦੇ ਵਿੱਚ। ਚਲੋ ਜੀ, ਆਰਟੀਕਲ ਲਿਖਿਆ ਤੇ ਸਾਡੇ ਫਰੀਦਕੋਟ ਦੇ ਇੱਕ ਕਪਲ ਨੂੰ ਮੇਰੀ ਔਕਾਤ ਦਾ ਪਤਾ ਸੀ ਵੀ ਇਹਦਾ ਬਿਜ਼ਨਸ ਹੋ ਗਿਆ ਖਤਮ। ਨਿਆਣੇ ਦੇ ਇੰਡੀਆ ਗਏ, ਇੱਥੇ ਆਪ ਦੋਵੇਂ ਜੀ ਰੋਲਦੇ ਫਿਰਦੇ ਖੇਤਾਂ ਦੇ ਵਿੱਚ। ਇੱਕ ਮਹਾਜਨ ਪੁੱਤ ਖੇਤਾਂ ਦੇ ਨਾਲ ਵਾਸਤਾ ਰੱਖਦਾ ਸੀਗਾ। ਮਿਹਨਤ ਬਈ ਬਹੁਤ ਕੀਤੀ ਹੈ ਜੀ। ਹੁਣ ਕੋਈ ਮਿਹਰਬਾਨੀ ਕਰਕੇ ਇਹ ਨਾ ਕਹਿ ਦਿਓ ਵੀ ਕਦੇ ਧਨੀਆ ਬੀਜਿਆ ਨਹੀਂ ਹੋਣਾ ਮਹਾਜਨ ਦੇ ਪੁੱਤ ਨੇ ਤੇ ਗੱਲ ਕਰਦਾ ਕਿਸਾਨੀ ਮੁੱਦਿਆਂ ਤੇ। ਇਹਨਾਂ ਹੱਥਾਂ ਨੇ ਨਾ ਬਹੁਤ ਮਿਹਨਤ ਕੀਤੀ ਖੇਤਾਂ ਦੇ ਵਿੱਚ। 40-40 ਡਿਗਰੀ 'ਚ ਮੈਂ ਕੰਮ ਕੀਤਾ, ਇਕੱਲੀ ਟਾਈ ਨਾ ਵੇਖ ਲਿਓ ਕਿਤੇ। ਬੜੀ ਸਖਤ ਮਿਹਨਤ ਕੀਤੀ ਮੈਂ ਖੇਤਾਂ ਦੇ ਵਿੱਚ। ਬਚਪਨ 'ਚ ਵੀ ਥੋੜਾ ਬਹੁਤ ਆਪਣਾ ਵਾਹ ਵਾਸਤਾ ਰਿਹਾ ਪਿੰਡਾਂ ਦੇ ਵਿੱਚ ਰਹਿਣ ਕਰਕੇ। ਸਾਡੇ ਮੱਝਾਂ ਹੁੰਦੀਆਂ ਸੀ, ਬਸ ਉਹ ਤਾਂ ਹੀ ਦੱਸਦਾ ਨਾ, ਕਿਉਂਕਿ ਇਹ ਗੱਲਾਂ ਵੀ ਸਾਹਮਣੇ ਆ ਸਕਦੀਆਂ ਭਾਈ ਜਿਹਦਾ ਕੋਈ ਵਾਸਤਾ ਨਹੀਂ ਖੇਤਾਂ ਦੇ ਨਾਲ, ਕਿਸਾਨ ਨੂੰ ਸਮਝ ਆਉਂਦੀ ਉਹ ਗੱਲ ਕਰਨੀ। ਆਪਣੇ ਦਰਸ਼ਕ ਬੜੇ ਸਿਆਣੇ ਨੇ। ਚਲੋ ਹੁਣ ਰੋਬੀ ਜੀ, ਸਾਡੇ ਫਰੀਦਕੋਟ ਦੇ ਕਿਸੇ ਕਪਲ ਨੂੰ ਮੇਰੇ ਹਿਸਾਬ ਕਿਤਾਬ ਦਾ ਪਤਾ ਸੀ ਵੀ ਇਹ ਹੋਇਆ ਵਾਲਾ ਕੰਮ ਇਹਦੇ ਵਾਲਾ ਫਾਈਨੈਂਸ਼ੀਅਲੀ ਤੌਰ ਤੇ। ਉਹਨੇ ਕੀ ਅਫਵਾਹ ਉਡਾ ਦਿੱਤੀ, ਮੈਂ ਰੈਨਮਾਰਕ ਰਹਿੰਦਾ ਹੁੰਦਾ ਸੀ ਉਦੋਂ ਰਿਵਰਲੈਂਡ 'ਚ। ਕਹਿੰਦੇ ਜੀ ਰਿਸ਼ੀ ਦਾ ਹਿਸਾਬ ਤਾਂ ਗੜਬੜ 'ਚ ਹੈ, ਇਹਨੇ $10 ਇਕੱਠੇ ਕਰਕੇ ਇੰਡੀਆ ਨੂੰ ਭੇਜਣਾ ਕਿ ਫੀਸਾਂ ਨਹੀਂ ਨਿਕਲਦੀਆਂ। ਠੀਕ ਹੈ, ਰਿਸ਼ੀ ਤਾਂ ਅੱਜ ਵੀ ਇੱਥੇ ਬੈਠਾ ਹੈ। ਪਰ ਰਿਸ਼ੀ ਜੀ ਬਹੁਤ ਬੰਦੇ ਭੱਜੇ ਵੀ ਨੇ। ਪਰ ਉਹ ਜਿਹੜਾ ਕਪਲ ਹੈ ਉਹ ਭੱਜ ਗਿਆ। ਠੀਕ ਹੈ, ਹੁਣ ਮੈਂ ਇਸ ਗੱਲ ਤੋਂ ਜ਼ਰੂਰ ਸਾਵਧਾਨ ਕਰੂੰਗਾ ਕਿ ਕਿਸੇ ਦੀ ਜ਼ੁਬਾਨ ਨਹੀਂ ਫੜੀ ਜਾ ਸਕਦੀ ਰੋਬੀ ਜੀ। ਜੋ ਵੀ ਹੋਣਾ ਸਾਡੇ ਪਿਆਰੇ ਸਾਥੀਆਂ ਦੀ ਸਲਾਹ ਦੇ ਨਾਲ, ਸੂਝਵਾਨ ਸਾਥੀ ਦੀ ਸਲਾਹ ਦੇ ਨਾਲ ਹੋਏਗਾ। ਬਿਲਕੁਲ, ਅਸੀਂ ਸਾਰਿਆਂ ਦੀ ਸਲਾਹ ਲਵਾਂਗੇ। ਔਰ ਜਿਹੜੀ ਸਪੋਰਟ ਆ ਉਹ ਕੱਲੀ ਮੇਰੇ ਖਿਆਲ ਦੇ ਵਿੱਚ ਪੈਸੇ ਦੀ ਨਹੀਂ ਹੁੰਦੀ। ਸਪੋਰਟ ਹੋਰ ਬੜੇ ਤਰੀਕੇ ਦੀ ਹੁੰਦੀ ਹੈਗੀ। ਆਪਾਂ ਸਭ ਤੋਂ ਪਹਿਲਾਂ ਆਪਾਂ ਸਲਾਹ ਲੈਂਦੇ ਹਾਂ, ਆਪਾਂ ਗੱਲਬਾਤ ਕਰਦੇ ਹਾਂ
ਆਪਣੇ ਉਹਨਾਂ ਮਹਿਮਾਨਾਂ ਦੇ ਨਾਲ ਜਿਹੜੇ ਓਵਰ ਦਾ ਫੋਨ ਇਨ ਸ਼ਾਰਟ ਟਾਈਮ ਦੇ ਵਿੱਚ ਓਵਰ ਦਾ ਫੋਨ ਹੀ ਅਸੀਂ ਉਹਨਾਂ ਨੂੰ ਲੈ ਕੇ ਆ ਸਕਦੇ ਹਾਂ, ਤਾਂ ਜੋ ਉਹਨਾਂ ਦੀ ਇਨਪੁਟ ਵੀ ਇਸ ਪ੍ਰੋਗਰਾਮ ਦੇ ਵਿੱਚ ਹੋ ਸਕੇ, ਉਹ ਕੀ ਸੋਚਦੇ ਨੇ। ਉਸ ਤੋਂ ਬਾਅਦ ਜੋ ਅਸੀਂ ਸੋਚਦੇ ਹਾਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ, ਤਾਂ ਜੋ ਐਂਡ ਆਫ ਦਿਸ ਸ਼ੋਅ ਤੁਸੀਂ ਜਦੋਂ ਪੂਰੇ ਸ਼ੋਅ ਨੂੰ ਦੇਖੋਗੇ ਤਾਂ ਤੁਹਾਨੂੰ ਇੱਕ ਪਿਕਚਰ ਕਲੀਅਰ ਹੋ ਜਾਏ ਕਿ ਅਸੀਂ ਆਪਣਾ ਸੰਦੇਸ਼ ਜਾਂ ਮੈਸੇਜ ਅਸੀਂ ਦੇਣਾ ਕੀ ਚਾਹੁੰਦੇ ਹਾਂ ਆਪਣੀ ਕਮਿਊਨਿਟੀ ਨੂੰ, ਅਸੀਂ ਕਿੱਥੇ ਲੈ ਕੇ ਆ ਕੇ ਖੜਾ ਕਰਨਾ ਚਾਹੁੰਦੇ ਹਾਂਗੇ ਔਰ ਕਿਸ ਰਸਤੇ ਨੂੰ ਸਾਨੂੰ ਚੱਲਣਾ ਚਾਹੀਦਾ। ਰਾਬਤਾ, ਬਿਕੋਜ਼ ਇਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਅਲੱਗ-ਅਲੱਗ ਥਾਟ ਦਾ ਜਿਹੜੀ ਸੋਚ ਆ ਗਈ ਉਹਨੂੰ ਇੱਕ ਥਾਂ ਤੇ, ਇੱਕ ਮੰਚ ਤੇ ਅਸੀਂ ਉਹਦਾ ਮੈਕਸਿਮਮ ਦਾ ਅਸੀਂ ਰਾਬਤਾ ਕਰਵਾ ਕੇ ਉਸ ਸੋਚ ਨੂੰ, ਉਸ ਦੇ ਵਿੱਚ ਅਸੀਂ ਚੰਗੀ ਆਊਟਕਮ ਦੀ ਗੱਲ ਕਰ ਸਕੀਏ। ਰਿਸ਼ੀ ਜੀ ਫਿਰ ਪਹਿਲੀ ਕਾਲ ਲਾਈਏ ਆਪਾਂ? ਜੀ ਬਿਲਕੁਲ। ਹਾਂਜੀ, ਉਹਨੇ ਕਾਲ ਲਾਈ। ਹੈਲੋ, ਹਾਂਜੀ ਜਗਜੀਤ ਸਿੰਘ ਜੀ, ਤੁਸੀਂ ਔਨ 에ਅਰ ਹੋ ਤੇ ਸਾਡੇ ਦਰਸ਼ਕਾਂ ਦੇ ਸਨਮੁਖ ਹੋ। ਵਿਸ਼ਾ ਜਿੱਦਾਂ ਤੁਹਾਨੂੰ ਦੱਸਿਆ ਗਿਆ ਕਿ ਅਸੀਂ ਕਿੱਦਾਂ ਮਦਦ ਕਰ ਸਕਦੇ ਹਾਂ ਆਸਟ੍ਰੇਲੀਆ ਦੇ ਵਿੱਚ ਬੈਠੇ ਅਸੀਂ ਜਾਂ ਵਿਦੇਸ਼ ਦੀ ਧਰਤੀ ਤੇ ਬੈਠੇ ਜਿਹੜੇ NRIs ਨੇ, ਇਸ ਪੂਰੀ ਜਦੋਜਹਿਦ, ਇਸ ਪੂਰੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਕਿੱਦਾਂ ਪਾ ਸਕਦੇ ਨੇ। ਤੁਸੀਂ ਕੀ ਸੋਚਦੇ ਜਗਜੀਤ ਸਿੰਘ ਜੀ? ਸਤਿ ਸ਼੍ਰੀ ਅਕਾਲ ਭਾਜੀ, ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਜੀ, ਮੇਰਾ ਜੋ ਨਿੱਜੀ ਵਿਚਾਰ ਆ, ਮੇਰੇ ਖਿਆਲ ਦੇ ਨਾਲ ਤੇ ਆਪਾਂ ਨੂੰ ਇਹ ਜਿਹੜਾ ਚੀਜ਼ ਆ, ਕਿਉਂਕਿ ਮੈਂ ਵੀ ਇੱਕ ਕਿਸਾਨ ਦਾ ਪੁੱਤਰ ਆ ਤੇ ਮੇਰਾ ਵੀ ਇੱਕ, ਮੈਨੂੰ ਵੀ ਮਤਲਬ ਬਹੁਤ ਮੋਹ ਆਉਂਦਾ ਮੈਨੂੰ ਵੀ ਮੈਂ ਕਾਸ਼ ਪਹਿਲੀ ਗੱਲ ਤੇ ਮੈਂ ਉੱਥੇ ਹੁੰਦਾ ਤੇ ਮੈਂ ਇਸ ਜਿਹੜਾ ਸਾਰਾ ਇਹ ਆਪਣਾ ਸੰਘਰਸ਼ ਚੱਲ ਰਿਹਾ ਮੈਂ ਵੀ ਉਹਦਾ ਹਿੱਸਾ ਬਣਦਾ, ਪਰ ਕਾਸ਼ ਆਪਾਂ ਇਸ ਧਰਤੀ ਤੇ ਉੱਥੋਂ ਦੂਰ ਆ ਤੇ ਜਿੰਨਾ ਆਪਾਂ ਇੱਥੇ ਕਰ ਸਕਦੇ ਆ ਉਹਨਾਂ ਆਪਾਂ ਹੰਬਲ ਮਾਰਦੇ। ਮੇਰੀ ਪਰਸਨਲੀ ਰਾਏ ਇਹ ਵਾ ਕਿ ਆਪਾਂ ਪਹਿਲ ਦੇ ਆਧਾਰ ਤੇ ਪਹਿਲੋਂ ਤੇ ਆਪਣੇ ਪਿੰਡ ਤੋਂ ਸ਼ੁਰੂ ਕਰਨਾ ਚਾਹੀਦਾ ਵੀ ਆਪਣੇ ਪਿੰਡੋਂ ਆਪਾਂ ਨੂੰ ਪੁੱਛਿਆ ਜਾਵੇ ਵੀ ਜੇ ਆਪਣੇ ਪਿੰਡੋਂ ਕੋਈ ਉੱਥੇ ਸੱਜਣ ਬੇਲੀ ਉਹ ਆਪਣੇ ਘਰ ਦੇ ਪਰਿਵਾਰਕ ਮੈਂਬਰ ਜਾਂ ਆਪਣੇ ਪਿੰਡੋਂ ਕੋਈ ਗਿਆ ਵਾ ਤੇ ਆਪਾਂ ਨੂੰ ਸ਼ੁਰੂਆਤ ਉੱਥੋਂ ਕਰਨੀ ਚਾਹੀਦੀ ਆ। ਤੇ ਜੇ ਆਪਣੇ ਪਿੰਡੋਂ ਕੋਈ ਨਹੀਂ ਗਿਆ ਤੇ ਲਾਗਲੇ ਪਿੰਡੋਂ, ਕਿਉਂਕਿ ਆਪਣੇ ਪਿੰਡਾਂ ਦੇ ਲਾਗੇ ਬੰਨੇ ਆਪਾਂ ਨੂੰ 4-5 ਪਿੰਡਾਂ ਤੱਕ ਤੇ ਆਪਣਾ ਸਰਕਲ ਜਿਹੜਾ ਹੁੰਦਾ ਨਿੱਜੀ ਹੁੰਦਾ ਵਾ, ਆਪਾਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਆ ਤੇ ਆਪਾਂ ਨੂੰ ਸ਼ੁਰੂਆਤ ਮੇਰੇ ਖਿਆਲ ਨਾਲ ਉੱਥੋਂ ਹੀ ਕਰਨੀ ਚਾਹੀਦੀ ਹੈ, ਰੈਦਰ ਦੈਨ ਕਿ ਆਪਾਂ ਨੂੰ ਕਿਸੇ ਨੂੰ ਪੁੱਛਿਆ ਜਾਵੇ ਕਿ ਕਿਸ ਤਰ੍ਹਾਂ ਮਦਦ ਕਰਨੀ ਚਾਹੀਦੀ ਆ, ਕਿਉਂਕਿ ਆਪਾਂ ਨੂੰ ਪਿੰਡੋਂ ਸ਼ੁਰੂ ਕਰਨੀ ਚਾਹੀਦੀ ਆਪਣੇ ਘਰੋਂ। ਜੇ ਆਪਣੇ ਪਿੰਡੋਂ ਕੋਈ ਨਹੀਂ ਹੈਗਾ ਤੇ ਫਿਰ ਆਪਾਂ ਨੂੰ ਅੱਗੇ ਜਿਹੜਾ ਵਾ ਉਹਦੇ ਵਿੱਚ ਥੋੜਾ ਬਹੁਤ ਖੋਜ ਕਰਨੀ ਚਾਹੀਦੀ। ਲਾਗੇ ਆਪਣੇ 2-4 ਪਿੰਡਾਂ ਦੇ ਵਿੱਚੋਂ ਤੇ ਆਬਵੀਅਸਲੀ ਜ਼ਰੂਰ ਕੋਈ ਨਾ ਕੋਈ ਇਸ ਮੁਹਿੰਮ ਦੇ ਵਿੱਚ ਜੁੜਿਆ ਵਾ ਗਿਆ ਹੋਊਗਾ। ਤੇ ਉਸ ਤੋਂ ਬਾਅਦ ਜੇ ਆਪਾਂ ਨੂੰ ਕੋਈ ਨਹੀਂ ਆਪਣੇ ਲੱਗਦਾ, ਕਈ ਵਾਰੀ ਹੁੰਦਾ ਵਾ ਕਿ ਨਹੀਂ ਕੁਝ ਆਪਾਂ ਨੂੰ ਸੋਰਸ ਲੱਭਦਾ, ਫਿਰ ਆਪਣੇ ਇੱਥੇ ਕਿੰਨੇ ਸੋਰਸ ਆਪਣੇ ਕਿੰਨੇ ਆਪਾਂ ਨੂੰ ਨਜ਼ਦੀਕੀ ਆਪਣੇ ਭੈਣ ਭਰਾ ਜਾਣਦੇ ਆ ਜਿਨ੍ਹਾਂ ਦੇ ਪਿੰਡਾਂ ਤੋਂ ਕੋਈ ਨਾ ਕੋਈ ਤੇ ਗਿਆ ਹੀ ਹੋਊਗਾ, ਫਿਰ ਆਪਾਂ ਨੂੰ ਉਹਨਾਂ ਦੇ ਥਰੂ ਇੱਥੋਂ ਕਰਨੀ ਚਾਹੀਦੀ ਰੈਦਰ ਦੈਨ ਕਿ ਆਪਾਂ ਨੂੰ ਬਾਹਰੋਂ ਕੋਈ ਬੰਦਾ ਲੱਭਿਆ ਜਾਵੇ। ਮੇਰੀ ਸਲਾਹ ਤੇ ਇਹੋ ਹੀ ਹੈ ਕਿ ਘਰ ਤੋਂ ਬਾਅਦ ਜੇ ਕੋਈ ਨਹੀਂ ਲੱਭਦਾ ਤੇ ਉਸ ਤੋਂ ਬਾਅਦ ਆਪਣੇ ਫਰੈਂਡ ਸਰਕਲ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਵੇ ਜੇ ਕੋਈ ਉਹਨਾਂ ਦੇ ਪਿੰਡ ਤੋਂ ਤੁਰਿਆ ਵਾ, ਤੇ ਇਸ ਤਰੀਕੇ ਨਾਲ ਆਪਾਂ ਨੂੰ ਜੋ ਮੇਰੀ ਨਿੱਜੀ ਰਾਏ ਆਪਾਂ ਨੂੰ ਇਸ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਚਾਹੀਦਾ, ਕਰਨਾ ਜ਼ਰੂਰ ਚਾਹੀਦਾ ਜੀ। ਅਸੀਂ ਕਿਸ ਤਰ੍ਹਾਂ ਦੀ ਮਦਦ ਕਰੀਏ ਕਿ ਉਹ ਜ਼ਿਆਦਾ ਉਹਨਾਂ ਨੂੰ ਸਹਾਈ ਹੋਵੇ? ਇਮੋਸ਼ਨਲ ਮਦਦ ਵੀ ਹੋ ਸਕਦੀ ਆ, ਉਹਨਾਂ ਨੂੰ ਇਮੋਸ਼ਨਲੀ ਸਪੋਰਟ ਵੀ ਹੋ ਸਕਦੀ ਆ, ਫਾਈਨੈਂਸ਼ੀਅਲੀ ਵੀ ਹੋ ਸਕਦੀ ਆ, ਜਾਂ ਉਹਨਾਂ ਨੂੰ ਅਲਰਟ ਕਰਨ ਦੀ ਗੱਲ ਵੀ ਹੋ ਸਕਦੀ ਆ। ਤੁਹਾਨੂੰ ਕੀ ਲੱਗਦਾ ਕਿ ਅੱਜ ਜਿਸ ਤਰ੍ਹਾਂ ਜਾਂ ਗਾਈਡੈਂਸ ਦੀ ਗੱਲ ਹੋ ਸਕਦੀ ਹੈ, ਕਿਸੇ ਨੂੰ ਡਾਇਰੈਕਸ਼ਨ ਦਿੰਦੇ ਆਗੇ ਅਸੀਂ ਏਦਾਂ ਕਰੋ, ਤੁਹਾਨੂੰ ਕੀ ਲੱਗਦਾ ਕਿ ਕਿੱਥੇ ਜਿਹੜਾ ਕੱਲ ਪੂਰਾ ਅਸੀਂ ਦੇਖਿਆ ਮੰਜ਼ਰ ਜਿਹੜਾ ਜੋਸ਼ ਦਾ, ਉਸ ਦੇ ਹਿਸਾਬ ਨਾਲ ਕਿੱਥੇ ਅਸੀਂ ਇਨਪੁਟ ਪਾ ਸਕਦੇ ਹਾਂ ਇੱਥੋਂ ਬੈਠ ਕੇ, ਚਾਹੇ ਉਹ ਜਿਹੜਾ ਜਰੀਆ ਤੁਸੀਂ ਦੱਸਿਆ ਆਪਣੇ ਪਿੰਡ ਦੀ ਗੱਲ ਕਰੀਏ, ਆਪਣੇ ਪਿੰਡ ਦੀ ਜਿਹੜੀ ਕਿਸਾਨ ਯੂਨੀਅਨ ਵਾਲੇ ਲੋਕ ਨੇ ਉਹਨਾਂ ਨਾਲ ਅਸੀਂ ਗੱਲ ਕਰੀਏ, ਬਟ ਕਰੀਏ ਤਾਂ ਕੀ ਕਰੀਏ, ਅਸੀਂ ਕਿੱਦਾਂ ਦੀ ਮਦਦ ਕਰੀਏ, ਕਿਹੜੀ ਨੂੰ ਜ਼ਿਆਦਾ ਪ੍ਰਾਇੋਰਟੀ ਦੇਣਾ ਚਾਹੀਦਾ ਸਾਨੂੰ? ਦੇਖੋ, ਸਾਰੇ ਤਰ੍ਹਾਂ ਦੀ ਮਦਦ ਆਪਾਂ ਨੂੰ ਚਾਹੀਦੀ ਆ, ਆਪਾਂ ਨੂੰ ਫਾਈਨੈਂਸ਼ੀਅਲੀ ਮਦਦ ਵੀ ਚਾਹੀਦੀ ਆ, ਆਪਾਂ ਨੂੰ ਮੋਰਲ ਸਪੋਰਟ ਵੀ ਚਾਹੀਦੀ ਆ। ਕਈ ਵਾਰੀ ਉੱਥੇ ਜਿਹੜੇ ਸੰਘਰਸ਼ ਜਿੱਦਾਂ ਚੱਲਦੇ ਆ, ਜਿੱਦਾਂ ਆਪਣੇ ਅੱਜ ਦੀ ਤਰੀਕ ਵਿੱਚ ਨੌਜਵਾਨ ਆਪਣੇ ਜਿਹੜੇ ਆ ਬਹੁਤ ਵਧੀਆ ਉਪਰਾਲਾ ਕਰ ਰਹੇ, ਨੌਜਵਾਨ ਬਹੁਤ ਜੁੜ ਰਹੇ ਆ, ਤੇ ਕਈ ਵਾਰੀ ਬੰਦਾ ਜੋਸ਼ ਵਿੱਚ ਆਣ ਕੇ ਕਈ ਚੀਜ਼ਾਂ ਗਲਤ ਹੋ ਜਾਂਦੀਆਂ, ਜਿਸ ਤਰ੍ਹਾਂ ਹਨਾ ਜਿਸ ਤਰੀਕੇ ਨਾਲ ਦਿੱਲੀ ਵਾਲੇ ਆਪਾਂ ਨੂੰ ਹੁਣ ਐਂਟਰ ਤੇ ਨਹੀਂ ਕਰਨ ਦੇ ਰਹੇ। ਸੋ ਮੇਰੀ ਨਿੱਜੀ ਰਾਏ ਆ ਕਿ ਆਪਾਂ ਨੂੰ ਜਿੱਥੇ ਆਪਣਾ ਕੰਟੈਕਟ ਹੋ ਸਕਦਾ ਵਾ, ਤੇ ਆਪਾਂ ਨੂੰ ਨਿੱਜੀ ਰਾਏ ਇਹ ਵੀ ਦੇਣੀ ਚਾਹੀਦੀ ਹੈ ਵੀ ਆਪਾਂ ਨੂੰ ਸੰਜਮ ਤੋਂ ਹੀ ਕੰਮ ਲੈਣਾ ਚਾਹੀਦਾ ਵਾ, ਜਿੰਨਾ ਵੀ ਆਪਣਾ ਹੋ ਸਕੇ ਹੋਸ਼ ਦੇ ਨਾਲ, ਜੋਸ਼ ਦੇ ਨਾਲ। ਜਿਹੜਾ ਵਾ ਕੰਮ ਜੋਸ਼ ਨਾਲ ਹੁੰਦਾ ਵਾ ਉਹ ਜੋਸ਼ ਨਾਲ ਕਰਨਾ ਚਾਹੀਦਾ, ਬਟ ਉਹਦੇ ਨਾਲ ਹੋਸ਼ ਬਹੁਤ ਜ਼ਰੂਰੀ ਆ ਕਿ ਕੋਈ ਹੁੱਲੜਬਾਜ਼ੀ ਨਾ ਕਰਨ, ਕਿਉਂਕਿ ਹੁਣ ਤੱਕ ਵੇਖੋ ਜਿੰਨਾ ਵੀ ਆਪਣਾ ਪ੍ਰਦਰਸ਼ਨ ਆ ਬਹੁਤ ਵਧੀਆ ਗਿਆ ਵਾ, ਸ਼ਾਂਤਮਈ ਗਿਆ ਵਾ, ਤੇ ਅੱਗੇ ਵੀ ਆਪਣੀ ਜਿਹੜਾ ਵਾ ਉਹ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਜਿਹੜਾ ਵਾ ਉਹ ਸਹੀ ਤਰੀਕੇ ਨਾਲ ਇਹਨੂੰ ਅੱਗੇ ਲਿਜਾਇਆ ਜਾਵੇ। ਇੱਥੇ ਕਿਸ ਤਰ੍ਹਾਂ 1-to-1 ਸਪੋਰਟ ਕਰਨੀ ਚਾਹੀਦੀ ਹੈ? ਜਿੱਦਾਂ ਇੱਕ ਪਰਸਨ ਆ, ਜਿੱਦਾਂ ਮੈਂ ਸਿਰਫ ਆਪਣੇ ਪਿੰਡ ਨੂੰ ਦੇਖਾਂ, ਜਾਂ ਇੱਥੇ ਸਾਂਝੇ ਰੂਪ ਦੇ ਵਿੱਚ ਇਕੱਠੇ ਹੋ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਹੈ? ਕੀ ਸੋਚਦੇ?
ਦੇਖੋ ਇਹਦੇ ਵਿੱਚ ਦੋ ਗੱਲਾਂ ਆਉਂਦੀਆਂ, ਸਾਂਝੇ ਰੂਪ 'ਚ ਵੀ ਆਪਾਂ ਨੂੰ ਕਰਨੀ ਚਾਹੀਦੀ ਆ ਤੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਆਪਾਂ ਨੂੰ ਇੱਕ ਇੱਥੇ ਇਹ ਵਧੀਆ ਉਪਰਾਲਾ ਵਾ, ਆਪਾਂ ਨੂੰ ਇੱਥੇ ਇੱਕ ਗਰੁੱਪ ਬਣਾਉਣਾ ਚਾਹੀਦਾ ਵਾ, ਉਹਦੇ ਵਿੱਚ ਸਲਾਹ ਮਸ਼ਵਰਾ ਕਰਨਾ ਚਾਹੀਦਾ ਵਾ, ਠੀਕ ਆ, ਤੇ ਉਸ ਤਰੀਕੇ ਨਾਲ ਵੀ ਵਧੀਆ ਵਾ। ਤੇ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕੀਤੀ ਵੀ ਆਪੋ ਆਪਣੇ ਹਿਸਾਬ ਦੇ ਨਾਲ ਜੇ ਕੋਈ ਮਤਲਬ ਚਾਹੁੰਦਾ ਵਾ ਕਿ ਮੈਂ ਆਪਣੇ ਪਿੰਡ ਲੈਵਲ ਤੇ ਮੈਂ ਭੇਜਾਂ ਜਾਂ ਉਹ ਡਾਇਰੈਕਟਲੀ ਜਾ ਵੀ ਸਕੇ, ਉਹਦੇ ਨਾਲ ਪਰਸਨਲ ਵੀ ਕਿਸੇ ਨੂੰ ਹੋ ਜਾਊਗਾ ਹੈਲਪ। ਹੁਣ ਜਿੱਦਾਂ ਮੰਨ ਲਓ ਫੋਰ ਐਗਜ਼ਾਮਪਲ ਕਿ ਮੇਰੇ ਪਿੰਡੋਂ ਹੀ ਕੋਈ ਗਿਆ ਵਾ ਤੇ ਲੋਕਾਂ ਦੇ ਵਿੱਚ ਇਹ ਉਤਸ਼ਾਹ ਬਹੁਤ ਜ਼ਿਆਦਾ, ਕਈ ਇਹੋ ਜਿਹੇ ਬੰਦੇ ਵੀ ਹੈਗੇ 20 ਕਿੱਲਿਆਂ ਵਾਲੇ ਉਹ ਘਰ ਬੈਠੇ ਆ ਤੇ 2 ਕਿੱਲਿਆਂ ਵਾਲਾ ਜਿਹੜਾ ਉਹ ਬੈਗ ਦੇ ਵਿੱਚ ਕੱਪੜੇ ਪਾ ਕੇ ਤੇ ਦਿੱਲੀ ਗਿਆ ਵਾ। ਸੋ ਠੀਕ ਹੈ ਜੀ, ਸੋ ਇਹ ਗੱਲਾਂ ਜਿਹੜੀਆਂ ਵਾ ਕਾਫੀ ਹੈ, ਠੀਕ ਆ, ਮਤਲਬ ਇੱਥੇ ਵੀ ਆਪਾਂ ਨੂੰ ਇੱਕ ਵਧੀਆ ਉਪਰਾਲਾ ਕਰਨਾ ਚਾਹੀਦਾ, ਇੱਕ ਗਰੁੱਪ ਬਣਾ ਕੇ ਆਪਣਾ ਭਾਈਚਾਰਾ ਇਕੱਠਾ ਹੋਣਾ ਚਾਹੀਦਾ ਉਹਦੇ ਵਿੱਚ, ਕਿਉਂਕਿ ਸਾਰਿਆਂ ਦੀ ਰਾਏ ਲਈ ਜਾ ਸਕਦੀ ਆ ਤੇ ਜੇ ਕੋਈ ਆਪਣੀ ਕੰਟਰੀਬਿਊਸ਼ਨ ਹੁੰਦੀ ਆ ਤੇ ਮੈਂ ਤੇ ਉਹਦੇ ਵਿੱਚ ਪਹਿਲ ਕਰੂੰਗਾ ਤੇ ਉਹਦੇ ਵਿੱਚ ਗਾਂ ਜਿਹੜਾ ਫੰਡ ਹੈ ਉਹ ਡਿਵਾਈਡ ਵੀ ਕੀਤਾ ਜਾ ਸਕਦਾ ਵਾ। ਜਿਸ ਤਰ੍ਹਾਂ ਵੀ ਇਹ ਕਰਨਾ ਚਾਹੀਦਾ ਵਾ, ਹੈਲਪ ਕਰਨੀ ਚਾਹੀਦੀ, ਮਦਦ ਕਰਨੀ ਚਾਹੀਦੀ, ਜਿੰਨਾ ਵੀ ਕੋਈ ਕਰ ਸਕਦਾ ਵਾ, ਜਿਸ ਤਰ੍ਹਾਂ ਵੀ ਹੋ ਸਕਦੀ ਆ ਜੀ। ਰੋਬੀ ਜੀ, ਜਿੱਦਾਂ ਹੁਣ ਜਗਜੀਤ ਜੀ ਨੇ ਇੱਕ ਬੜਾ ਗਜ਼ਬ ਦਾ ਪੁਆਇੰਟ ਚੁੱਕਿਆ ਵੀ ਹੋ ਸਕਦਾ ਕਿ 20 ਕਿੱਲਿਆਂ ਵਾਲੇ ਉੱਥੇ ਘਰੇ ਬੈਠੇ ਹੋਣ। ਹੁਣ ਅਸੀਂ ਇਹ ਚੀਜ਼ਾਂ ਨੂੰ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਕਿ ਜਿਹੜੇ ਲੋਕ ਬਹੁਤ ਵੱਡੇ ਵੱਡੇ ਤਮਗਜੇ ਮਾਰਦੇ ਸੀ ਉਹ ਲੰਚ ਕਰ ਰਹੇ ਨੇ। ਸੋ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਜਿਹੜੀਆਂ ਜਿਹਦੇ ਵਿੱਚ ਲੀਡਰ ਨੇ ਜਿਹੜੇ ਉਹਨਾਂ ਦੇ ਵਿੱਚ ਬਹੁਤ ਥੋੜੇ ਚਿਹਰੇ ਜਾਂ ਕਹ ਲਈਏ ਬਹੁਤ ਸਮਾਰਟ ਚਿਹਰੇ ਆਪਣੇ ਆਪ ਨੂੰ ਸ਼ੋਅ ਕਰ ਗਏ ਨੇ ਵੀ ਅਸੀਂ ਹਾਂ ਇਹਦੇ ਵਿੱਚ, ਤਾਂ ਬਹੁਤੇ ਤਾਂ ਹੈ ਨਹੀਂ ਹੈ। ਔਰ ਮੈਂ ਬਾਬਾ ਵੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕੋਈ ਕਿ ਵੀ ਕੋਈ ਕਿਸੇ ਡੇਰੇ ਵਾਲਾ ਬਾਬਾ ਲੱਭ ਜਾਵੇ। ਮੈਂ ਚੈਨਲ ਬਦਲਦਾ ਸੀਗਾ, ਈਵਨ ਕੱਲ ਮੈਂ 2-3 ਚੈਨਲ ਇਕੱਠੇ ਚਲਾਏ ਹੋਏ ਸੀ, ਇੱਕ ਦੋ ਦੀ ਆਵਾਜ਼ ਬੰਦ ਕੀਤੀ ਹੋਈ ਸੀ ਤਾਂ ਜੋ ਇੱਕ ਥਾਂ ਤੋਂ ਸੁਣ ਸਕਾਂ। ਪਰ ਇੱਕ ਥਾਂ ਤੇ ਇੱਕ ਬੜੂ ਸਾਹਿਬ ਵਾਲੇ ਬਾਬੇ ਜ਼ਰੂਰ ਨਾਲ 5-4 ਸਿੰਘਾਂ ਨੂੰ ਲੈ ਕੇ ਉਸ ਦੇ ਵਿੱਚ ਸ਼ਾਮਲ ਹੋਏ ਹੋਏ ਨੇ, ਹੋਰ ਕੋਈ ਬਾਬਾ ਮੈਨੂੰ ਨਹੀਂ ਲੱਭਿਆ ਜੀ। ਤੇ ਕੁਝ ਮਤਲਬ ਇਹ ਸਾਰੀਆਂ ਚੀਜ਼ਾਂ ਸੋਚਣ ਵਾਲੀਆਂ, ਔਰ ਪੰਜਾਬੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ, ਭਵਿੱਖ ਇਸੇ ਚੀਜ਼ ਤੇ ਡਿਜ਼ਾਈਨ ਕਰਨਾ ਚਾਹੀਦਾ ਕਿ ਕਿਹੜਾ ਅੱਜ ਸਾਡੇ ਨਾਲ ਖੜਾ ਜਿਹੜਾ ਧਰਮ ਤੋਂ ਉੱਪਰ ਉੱਠ ਕੇ, ਬਿਕੋਜ਼ ਹੁਣ ਇਹ ਕੋਈ ਧਰਮ ਨਹੀਂ ਹੈ, ਹੁਣ ਤਾਂ ਇੱਕ ਬੜੀ ਕੋਈ ਧਰਮ ਦਾ ਮਸਲਾ ਨਹੀਂ ਰਹਿ ਗਿਆ, ਕੋਈ ਕਿੱਤੇ ਦਾ ਮਸਲਾ ਨਹੀਂ ਰਹਿ ਗਿਆ, ਇਹ ਤਾਂ ਹੁਣ ਸਮੁੱਚੇ ਪੰਜਾਬ ਦੀ ਸਾਰੀ ਜੰਗ ਹੈਗੀ ਹੈ ਔਰ ਸਭ ਨੂੰ ਰਲ ਕੇ ਹੀ ਲੜਨੀ ਪੈਣੀ ਹੈ ਜੀ। ਤੇ ਸ਼ਾਬਾਸ਼ ਹੈ ਜੀ ਪੰਜਾਬੀਆਂ ਦੀ। ਜਿਸ ਤਨ ਲਾਗੇ ਸੋ ਤਨ ਜਾਣੇ, ਜਿਨ੍ਹਾਂ ਨੂੰ ਪਤਾ ਹੈ ਜੀ ਆਉਣ ਵਾਲਾ ਭਵਿੱਖ ਸਾਡਾ ਕੀ ਆ, ਉਹਨਾਂ ਨੂੰ ਨਾ ਤੇ ਕਿਸੇ ਬਾਬਿਆਂ ਦੀ ਜ਼ਰੂਰਤ ਆ, ਨਾ ਕਿਸੇ ਪੋਲੀਟੀਕਲ ਬੰਦੇ ਦੀ ਜ਼ਰੂਰਤ ਆ, ਉਹਨਾਂ ਨੂੰ ਤੇ ਆਪਣਾ ਫਿਊਚਰ ਦਿਸਦਾ ਵਾ, ਉਹਨਾਂ ਨੇ ਤੇ ਜੀ ਬੈਗ 'ਚ ਪਾ ਕੇ ਉਹ ਤੇ ਪਹੁੰਚ ਗਿਆ ਜੀ ਉੱਥੇ, ਠੀਕ ਹੈ ਜੀ। ਉਹ ਤੇ ਲਾਈਨਾਂ 'ਚ ਕਤਾਰਾਂ 'ਚ ਲੱਗੇ ਆ ਤੇ ਬਾਛੜਾ ਪਾਣੀ ਦੀਆਂ ਖਾਣਦੇ ਆ ਤੇ ਰਾਤ ਦੀ ਨੀਂਦ ਨਹੀਂ ਪੂਰੀ ਹੋਈ ਤੇ ਅੱਗੇ ਪਤਾ ਨਹੀਂ ਕੀ ਕਰਨਾ, ਉਹ ਤੇ ਉਸ ਕਿਉਂ 'ਚ ਲੱਗ ਗਏ ਆ ਜੀ। ਤੇ ਇਹਨਾਂ ਦਾ ਜਿਹੜਾ ਵਾ, ਇਹਨਾਂ ਦਾ ਤੇ ਆਪਾਂ ਨੂੰ ਪਤਾ ਵਾ ਸਾਰਾ ਵੋਟ ਬੈਂਕ ਆ, ਚਾਹੇ ਉਹ ਬਾਬੇ ਹੋਣ ਚਾਹੇ ਪੋਲੀਟੀਕਲ, ਉਹਨਾਂ ਦਾ ਤੇ ਖੈਰ ਨਾ ਹੀ ਨਹੀਂ ਲੈਣਾ ਚਾਹੀਦਾ ਉਹਨਾਂ ਦਾ। ਤੇ ਇਹਦੇ ਵਿੱਚ ਖੈਰ ਇਹ ਆ ਵੀ ਜਿਸ ਤਰ੍ਹਾਂ ਲੱਗੇ ਹਨਾ ਜੀ, ਜਿਹਨੂੰ ਜ਼ਰੂਰਤ ਆ ਉਹ ਤੇ ਚਲੇ ਗਏ ਆ ਜੀ ਆਪਣੇ ਕਮਰ ਕੱਸੇ ਕੱਸ ਕੇ। ਜੀ ਬਿਲਕੁਲ ਬਿਲਕੁਲ ਜੀ, ਮਿਹਰਬਾਨੀ ਜੀ ਤੁਹਾਡੀ ਸਾਂਝ ਵਾਸਤੇ, ਵਿਚਾਰਾਂ ਦੀ ਸਾਂਝ ਵਾਸਤੇ। ਫਿਰ ਕਦੇ ਤੁਹਾਨੂੰ ਆਵਾਜ਼ ਮਾਰਾਂਗੇ। ਮੈਂ ਤੇ ਰੋਬੀ ਭਾਜੀ ਜਦੋਂ ਉੱਥੇ ਪੰਜਾਬ ਹੁੰਦੇ ਸੀ, ਹੁਣ ਚਲੋ 11 ਸਾਲ ਹੋ ਗਏ ਆਪਾਂ ਨੂੰ ਇੱਥੇ ਆਏ ਨੂੰ ਜੀ, ਤੇ ਪਿਤਾ ਜੀ ਡਰਾਈਵਿੰਗ ਲਾਈਨ 'ਚ ਸੀ ਉੱਥੇ ਵੀ, ਤੇ ਆਨੰਦਪੁਰ ਸਾਹਿਬ ਮੇਲੇ ਤੇ ਹੋਲੇ ਮਹੱਲੇ ਤੇ ਹਰ ਸਾਲ ਜਾਂਦੇ ਹੁੰਦੇ ਸੀ ਤੇ ਟਰੱਕ ਆਪਣਾ ਖੜਦੇ ਹੁੰਦੇ ਸੀ। ਹਾਂਜੀ ਜੀ। ਤੇ ਮੈਨੂੰ ਤੇ ਜਦੋਂ ਮੈਂ ਕੱਲ ਦੇਖਿਆ ਨਾ, ਸੱਚੀ ਪੁੱਛੋ ਮਤਲਬ ਕਿ ਉੱਥੋਂ ਦੂਰ ਆ ਆਪਾਂ, ਪਰ ਮੇਰਾ ਤੇ ਇਦਾਂ ਚਿੱਤ ਕਰੇ ਵੀ ਉੱਡ ਕੇ ਚੱਲ ਜਾਣਾ ਤੇ ਉਦਾਂ ਜਿੱਦਾਂ ਆਨੰਦਪੁਰ ਸਾਹਿਬ ਮੇਲੇ ਦੇ ਕਮਰ ਕੱਸੇ ਕੱਸ ਕੇ ਤੇ ਜਾਈਦਾ ਟਰਾਲਿਆਂ ਤੇ ਬਹਿ ਕੇ, ਮੈਨੂੰ ਇੰਝ ਲੱਗੇ ਵੀ ਜਿੱਦਾਂ ਉਧਰ ਨੂੰ ਜਾ ਰਹੇ ਤੇ ਬਸ ਆਪਣੀਆਂ ਮਜਬੂਰੀਆਂ, ਆਪਾਂ ਇੱਥੋਂ ਜਾ ਨਹੀਂ ਸਕਦੇ, ਆਪਾਂ ਇੱਥੋਂ ਜੋ ਕਰ ਸਕਦੇ ਆ ਉਹ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ। ਸਾਡੇ ਮਾਤਾ ਜੀ ਘਰ ਬੈਠੇ, ਜਦੋਂ ਸ਼ਾਮ ਨੂੰ ਮੈਂ ਘਰ ਜਾਂਦਾ ਤੇ ਘਰੇ ਜਾ ਕੇ ਮੈਨੂੰ ਇਹ ਰਿਪੋਰਟ ਮਿਲਦੀ ਆ ਵੀ ਅੱਜ ਮਾਤਾ ਜੀ ਸਵੇਰ ਦੇ ਰੋਈ ਜਾਂਦੇ ਨੇ, ਟੀਵੀ ਦੇਖੀ ਜਾਂਦੇ ਨੇ। ਸੋ ਉਹ ਕਹਿੰਦੇ, ਜਦੋਂ ਪੁੱਛਿਆ ਗਿਆ ਉਹ ਕਹਿੰਦੇ ਵੀ ਮੈਨੂੰ ਇਹ ਹੋਇਆ ਵੀ ਮੈਂ ਉਹਦੇ ਵਿੱਚ ਕਿਉਂ ਸ਼ਾਮਲ ਨਹੀਂ ਹੈ। ਜਦੋਂ ਇਹ ਹਿਸਾਬ, ਇਸ ਲੈਵਲ ਤੱਕ ਦੀ ਫੀਲਿੰਗ, ਇਸ ਲੈਵਲ ਤੱਕ ਦਾ ਅਹਿਸਾਸ ਲੋਕਾਂ ਦੇ ਵਿੱਚ ਪਾਇਆ ਜਾਣ ਲੱਗ ਜਾਂਦਾ, ਤਾਂ ਜੇ ਕਰਤਾਰਪੁਰ ਦਾ ਲਾਂਘਾ ਖੁੱਲ ਸਕਦਾ ਇੰਨੇ ਸਾਲਾਂ ਬਾਅਦ, ਤਾਂ ਦਿੱਲੀ ਇੱਧਰ ਵੀ ਫਤਿਹ ਹੋ ਸਕਦੀ ਆ। ਔਖਾ ਹੋ ਸਕਦਾ, ਪਰ ਔਖੇ ਨੂੰ ਸੌਖਾ ਕਰਨਾ ਹੀ ਤਾਂ ਸਾਡੇ ਗੁਰੂਆਂ ਨੇ ਸਿਖਾਇਆ ਸਾਨੂੰ, ਉਸ ਧਰਤ ਨੇ ਸਿਖਾਇਆ, ਉੱਥੋਂ ਦੇ ਪਾਣੀ ਨੇ ਸਿਖਾਇਆ। ਦੇਖਦੇ ਹਾਂ ਜੀ ਅੱਗੇ ਕੀ ਹੁੰਦਾਗਾ। ਤੇ ਤੁਹਾਡੇ ਕੀਮਤੀ ਵਿਚਾਰਾਂ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸੋ ਆਪਾਂ ਅਗਲੇ ਮਹਿਮਾਨ ਵੱਲ ਚੱਲਦੇ ਹਾਂ ਜੀ। ਤ੍ਰਿਸ਼ ਜੀ ਕਰੀਏ ਕਾਲ, ਬਲਜੀਤ ਕੌਰ ਮਲਹਾਸ ਜਿਹੜੇ ਕਿ ਅਦਬੀ ਸਾਂਝ ਦੇ ਨੁਮਾਇੰਦੇ ਨੇ। ਅਦਬੀ ਸਾਂਝ ਇੱਕ ਸੰਸਥਾ ਸਾਊਥ ਆਸਟ੍ਰੇਲੀਆ ਦੇ ਵਿੱਚ ਸਾਹਿਤਕ ਜਿਹੜੀਆਂ ਰੁਚੀਆਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਨੇ ਉਹਨੂੰ ਰਿਪਰੈਜ਼ੈਂਟ ਕਰਦੀ ਆ। ਔਰ ਅਲੱਗ-ਅਲੱਗ ਖਿੱਤੇ ਦੇ ਜਿਹੜੇ ਲੋਕਾਂ ਦੇ ਨਾਲ ਆਪਾਂ ਗੱਲ ਕਰਨ ਦੀ ਕੋਸ਼ਿਸ਼ ਇਸੇ ਲਈ ਕਰ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਸੋਚਣ ਦਾ ਤਰੀਕਾ, ਉਹ ਇਸ ਪੂਰੇ ਮੁੱਦੇ ਨੂੰ ਕਿਸ ਤਰੀਕੇ ਦੇ ਨਾਲ ਦੇਖਦਾ ਔਰ ਉਹ ਕੀ ਸੋਚਦਾਗਾ
ਤਾਂ ਜੋ ਬਿਕੋਜ਼ ਉਹ ਰਿਪਰੈਜ਼ੈਂਟੇਟਿਵ ਨੇ ਉਸ ਏਰੀਏ ਦੇ ਬਿਲਕੁਲ। ਜਿਹੜੇ ਦੀ ਸੇਵਾ ਕਰਦੇ ਡਾਇਲ ਕਰਦੇ ਜੀ ਨੰਬਰ ਉਹਨਾਂ ਦਾ। ਹਾਂਜੀ ਸਤਿ ਸ਼੍ਰੀ ਅਕਾਲ ਬਲਜੀਤ ਜੀ, ਮੈਂ ਰੋਬੀ ਰਾਬਤਾ ਸਟੂਡੀਓ ਤੋਂ। ਹਾਂਜੀ ਸਤਿ ਸ੍ਰੀ ਅਕਾਲ ਰੋਬੀ ਜੀ। ਵਿਚਾਰ ਲੈ ਕੇ ਆਇਆ ਜੀ ਤੁਹਾਡੇ ਕਚਹਿਰੀ ਦੇ ਵਿੱਚ, ਤੁਹਾਡਾ ਟਾਈਮ ਕੀਮਤੀ ਹੈ, ਇਸ ਸਮੇਂ ਦੇ ਵਿੱਚ ਕਾਲ ਕਰ ਰਹੇ ਹਾਂ ਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਰਾਈਟ ਨਾਓ, ਉਹਦੇ ਵਿੱਚ ਅਸੀਂ NRIs ਜਿਹੜੇ ਅਸੀਂ ਵਿਦੇਸ਼ ਦੇ ਵਿੱਚ ਬੈਠੇ ਹਾਂ, ਉਸ ਧਰਤੀ ਦੇ ਉੱਪਰ ਜਨਮ ਲੈ ਕੇ ਆਏ ਹਾਂ, ਉੱਥੋਂ ਦਾ ਪਾਣੀ ਪੀ ਕੇ ਆਏ ਹਾਂ, ਸਾਡਾ ਫਰਜ਼ ਬਣਦਾ ਸਾਡਾ ਉਸ ਧਰਤ ਦਾ ਕਰਜ਼ ਉਤਾਰਨ ਦਾ, ਕਿੱਦਾਂ ਅਸੀਂ ਉਤਾਰ ਸਕਦੇ ਹਾਂ ਔਰ ਕੀ ਅਸੀਂ ਇਸ ਸੰਘਰਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਯੋਗਦਾਨ ਪਾ ਸਕਦੇ ਹਾਂ, ਕੀ ਵਿਚਾਰ ਨੇ ਤੁਹਾਡੇ? ਹਾਂਜੀ ਰੋਬੀ ਜੀ, ਬਹੁਤ ਵਧੀਆ ਮੁੱਦਾ ਤੁਸੀਂ ਉਠਾਇਆ, ਕਿਉਂਕਿ ਇਹ ਅੱਜ ਦਾ ਸਭ ਤੋਂ ਭਖਦਾ ਮਸਲਾ, ਖਾਸ ਕਰਕੇ ਜਿਹੜੇ ਅਸੀਂ NRIs ਇੱਥੇ ਵਿਦੇਸ਼ਾਂ ਦੇ ਵਿੱਚ ਬੈਠੇ ਆ, ਇਸ ਟਾਈਮ ਬੜੇ ਬੇਵਸ ਮਹਿਸੂਸ ਕਰ ਰਹੇ ਆ ਤੇ ਪਲ ਪਲ ਜਿਹੜੀਆਂ ਖਬਰਾਂ ਤੇ ਵੀਡੀਓਜ਼ ਨੇ ਜਿਹੜੀਆਂ ਸ਼ੇਅਰ ਹੋ ਰਹੀਆਂ ਨੇ ਤੇ ਉਹ ਸਾਨੂੰ ਡਿਸਟਰਬ ਕਰ ਰਹੀਆਂ ਨੇ ਤੇ ਉਹਨਾਂ ਦੇ ਚੱਲਦਿਆਂ ਸਾਡੇ ਅੰਦਰੋਂ ਇੱਕ ਆਪਣੇ ਆਪ ਅਰਦਾਸ ਨਿਕਲਦੀ ਆ ਕਿ ਹੇ ਸੱਚੇ ਪਾਤਸ਼ਾਹ, ਇਹ ਧਰਤੀ ਦੇ ਪੁੱਤ ਜਿਸ ਮਕਸਦ ਨੂੰ ਲੈ ਕੇ ਤੁਰੇ ਨੇ ਤੇ ਉਹ ਮਕਸਦ ਇਹਨਾਂ ਦਾ ਕਾਮਯਾਬ ਹੋਵੇ ਤੇ ਇਹ ਜਿਹੜਾ ਜਿੱਤ ਦਾ ਪਰਚਮ ਆ ਉਹ ਲਹਿਰਾ ਕੇ ਉੱਥੋਂ ਪਰਤਣ। ਤੇ ਦੂਜਾ ਮੈਂ ਸੋਚਦੀ ਆ ਕਿ ਇੱਕ ਲੇਖਕ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਅਸੀਂ ਹੁਣ ਮੌਕਾ ਆ ਗਿਆ ਕਿ ਆਪਣੀ ਕਲਮ ਦਾ ਸਹੀ ਇਸਤੇਮਾਲ ਕਰੀਏ। ਬਿਲਕੁਲ, ਕਿਉਂਕਿ ਕਲਮਾਂ ਸਿਰਫ ਖੁਸ਼ੀ ਦੇ ਗੀਤ ਲਿਖਣ ਲਈ ਜਾਂ ਮਹਿਜ ਮੁਹੱਬਤ ਦੀਆਂ ਕਵਿਤਾਵਾਂ ਲਿਖਣ ਲਈ ਨਹੀਂ ਹੁੰਦੀਆਂ। ਸੋ ਇੱਕ ਕਲਮ ਹੀ ਹੈ ਜਿਹੜੀ ਚੰਡੀ ਦੀ ਵਾਰ ਵਰਗੀ ਕਵਿਤਾ ਰਚਦੀ ਹੈ। ਸੋ ਲੇਖਕਾਂ ਨੂੰ ਆਸਟ੍ਰੇਲੀਆ ਦੇ, ਕੈਨੇਡਾ ਦੇ, ਅਮਰੀਕਾ ਦੇ, ਜਿੱਥੇ ਵੀ ਨਿਊਜ਼ੀਲੈਂਡ ਦੇ ਜਿੱਥੇ ਵੀ ਬੈਠੇ ਲੇਖਕ ਇਸ ਗੱਲ ਨੂੰ ਸੁਣ ਰਹੇ ਨੇ, ਮੇਰੀ ਸਭ ਨੂੰ ਇਹ ਗੁਜ਼ਾਰਿਸ਼ ਹੈ ਕਿ ਕਲਮਾਂ ਦੀਆਂ ਨੋਕਾਂ ਨੇ ਜਿਹੜੀਆਂ ਹੁਣ ਤਿੱਖੀਆਂ ਕਰਨ ਦਾ ਵਕਤ ਹੈ ਤੇ ਆਪਾਂ ਹਾਕਮ ਦਾ ਜਿਹੜਾ ਇਹ ਰਵੱਈਆ ਉਸ ਨੂੰ ਆਪਾਂ ਕਲਮ ਦੇ ਜ਼ਰੀਏ ਮੋੜਾ ਪਾ ਸਕਦੇ ਹਾਂ। ਤੇ ਤੀਜਾ ਮੈਂ ਸੋਚਦੀ ਹਾਂ ਕਿ ਅਗਰ ਇਹ ਸੰਘਰਸ਼ ਜਿਹੜਾ ਅੱਜ ਦਿੱਲੀ ਪਹੁੰਚ ਗਿਆ, ਉਹਨਾਂ ਦਾ ਉੱਥੇ ਮੋਰਚਾ ਚੱਲ ਰਿਹਾ ਹੈ, ਅਗਰ ਗੱਲਬਾਤ ਦੇ ਰਾਹੀਂ ਇਹ ਸਿੱਟਾ ਨਿਕਲਿਆ ਆਉਂਦਾ ਤਾਂ ਇਹ ਬਹੁਤ ਵੱਡੀ ਕਾਮਯਾਬੀ ਹੋਵੇਗੀ। ਪਰ ਜੇ ਇਸ ਸੰਘਰਸ਼ ਨੂੰ ਅੱਗੇ ਲਿਜਾਣ ਦੀ ਲੋੜ ਪੈਂਦੀ ਆ ਤਾਂ ਸਾਨੂੰ ਸਾਰਿਆਂ ਨੂੰ ਸਾਡਾ ਇਹ ਫਰਜ਼ ਬਣਦਾ ਹੈ ਕਿ ਆਪਾਂ ਵਿੱਤੀ ਸੰਕਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਦਰਪੇਸ਼ ਹੋਣਾ ਆ, ਅਸੀਂ ਉਸ ਸੰਕਟ ਦੇ ਵਿੱਚ ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੀਏ। ਜੀ ਬਿਲਕੁਲ। ਸੋ ਜ਼ਿਆਦਾ ਵਿੱਤੀ ਦੇ ਨਾਲ ਮੇਰੇ ਖਿਆਲ ਦੇ ਵਿੱਚ ਹੋਰ ਕਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਇੱਥੋਂ ਅਸੀਂ ਬੈਠੇ, ਕਲਮ ਦੀ ਗੱਲ ਤੁਸੀਂ ਕਰ ਲਈ ਆ, ਜ਼ਿਆਦਾ NRIs ਨੇ ਜਿਹੜੇ ਉਹ ਵਿੱਤੀ ਸੰਕਟ ਦੇ ਵਿੱਚ, ਰਿਸ਼ੀ ਜੀ ਮੇਰੇ ਨਾਲ ਨੇ ਪ੍ਰੋਗਰਾਮ ਦੇ ਵਿੱਚ। ਸੋ ਅਸੀਂ ਉਹੀ ਮਨੋਦਸ਼ਾ ਦੀ ਗੱਲ ਕਰ ਰਹੇ ਹਾਂ ਕਿ ਕੀ ਸੋਚ ਰਿਹਾ ਸਾਡਾ ਮਨ, ਕੀ ਸੋਚ ਰਿਹਾ। ਉਹ ਸਭ ਤੋਂ ਜ਼ਿਆਦਾ ਤਾਂ ਮੇਰੇ ਖਿਆਲ ਦੇ ਵਿੱਚ ਬਲਜੀਤ ਜੀ, ਜਿੱਦਾਂ ਤੁਸੀਂ ਕਿਹਾ ਕਿ ਮਨ ਭਰ ਆਉਂਦਾ ਬਾਹਰ ਨੂੰ, ਤਾਂ ਸਭ ਤੋਂ ਜ਼ਿਆਦਾ ਤਾਂ ਅੰਦਰ ਇੱਕ ਇਹ ਮਹਿਸੂਸ ਹੋ ਰਿਹਾ ਜਿਸ ਵੀ ਪੰਜਾਬੀ ਦੇ ਨਾਲ ਜਾਂ ਕਿਸਾਨ ਦੇ ਪੁੱਤ ਦੇ ਨਾਲ ਗੱਲ ਕਰੀਦੀ ਆ ਕਿ ਯਾਰ ਮੈਂ ਕਿਉਂ ਨਹੀਂ ਉਸ ਭੀੜ ਦਾ ਹਿੱਸਾ, ਮੈਂ ਕਿਉਂ ਨਹੀਂ ਉੱਥੇ। ਸੋ ਉਸ ਤੇ ਉਹ ਸਾਰੀਆਂ ਚੀਜ਼ਾਂ, ਉਹ ਅਹਿਸਾਸ ਜਿਹੜਾ ਉਸ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਇੱਥੇ ਯੋਜਨਾਬੰਦ ਤਰੀਕੇ ਨਾਲ ਇੱਥੇ ਅਸੀਂ ਉਸ ਦਾ ਪ੍ਰਭਾਵ ਇੱਥੋਂ ਦੀ ਸਰਕਾਰ ਨੂੰ ਕਿਸ ਤਰੀਕੇ ਨਾਲ ਦਿਖਾ ਸਕਦੇ ਹਾਂ, ਕਲਮ ਰਾਹੀਂ ਦਿਖਾਇਆ ਜਾਵੇ ਜਾਂ ਅਸੀਂ ਆਪਣੇ ਵੱਲੋਂ ਲੈਟਰ ਇੱਥੋਂ ਦੀ ਸਰਕਾਰ ਨੂੰ ਪਾਈਏ ਤਾਂ ਜੋ ਇੱਥੋਂ ਕੰਟੈਕਟ ਕਰਨ, ਜਾਂ ਅਸੀਂ ਇੱਥੇ ਇੱਕ ਇਕੱਠ ਦੇ ਰੂਪ ਦੇ ਵਿੱਚ ਜਾਈਏ। ਇੱਥੇ ਦੇ ਹਾਲਾਤਾਂ ਦਾ ਵੀ ਸਾਨੂੰ ਪਤਾ ਪੈਂਡੇਮਿਕ ਦੇ ਕਰਕੇ ਕਿੱਦਾਂ ਦੀ ਅਪਰੋਚ ਜਿਹੜੀ ਜ਼ਿਆਦਾ ਯੂਟਿਲਾਈਜ਼ ਜਾਂ ਕਹਿ ਲਈਏ ਕਿ ਜ਼ਿਆਦਾ ਪ੍ਰਭਾਵ ਛੱਡ ਸਕਦੀ ਹੈ ਇੱਥੇ ਤੁਹਾਡੇ ਹਿਸਾਬ ਦੇ ਨਾਲ। ਜੀ ਬਿਲਕੁਲ, ਇਹ ਜਿਹੜਾ ਰੋਜ਼ ਮਨ ਦੇ ਵਿੱਚ ਦੇਖੋ ਪੈਦਾ ਹੋ ਰਿਹਾ ਸਾਡੇ ਇੱਥੇ ਬੈਠਿਆਂ ਦੇ, ਤੇ ਅਸੀਂ ਆਪਣੇ ਆਪ ਨੂੰ ਬੇਬਸ ਮਹਿਸੂਸ ਕਰ ਰਹੇ ਹਾਂ, ਤਾਂ ਉਹਨੇ ਕਿਤੇ ਨਾ ਕਿਤੇ ਤਾਂ ਨਿਕਲਣਾ ਹੀ ਹੈ। ਸੋ ਸਾਰਿਆਂ ਦੇ ਹੱਥ ਵਿੱਚ ਕਲਮ ਨਹੀਂ ਹੁੰਦੀ, ਸਾਰੇ ਵਕਤ ਨੂੰ ਜਿਹੜਾ ਹੈਗਾ ਪਕੜ ਕੇ ਉਸ ਨੂੰ ਲਿਖ ਨਹੀਂ ਸਕਦੇ ਹੁੰਦੇ, ਤਾਂ ਬੜੇ ਵੱਖਰੇ ਤਰੀਕੇ ਹੁੰਦੇ ਨੇ। ਮੇਰੇ ਖਿਆਲ ਦੇ ਵਿੱਚ ਇੱਥੇ ਰੋਲ ਆ ਜਾਂਦਾ ਮੀਡੀਆ ਦਾ, ਜਿਸ ਤਰ੍ਹਾਂ ਅੱਜ ਤੁਸੀਂ ਮੀਡੀਆ ਦਾ ਇਸਤੇਮਾਲ ਕਰ ਰਹੇ ਹੋ, ਇਸੇ ਤਰ੍ਹਾਂ ਸਾਡੇ ਪੱਤਰਕਾਰਾਂ ਦਾ ਰੋਲ ਆ ਜਿਹੜਾ ਮੇਰੇ ਖਿਆਲ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਅਹਿਮ ਹੈ ਇਸ ਟਾਈਮ ਦੇ ਵਿੱਚ। ਤੇ ਉਹ ਆਪੋ ਆਪਣੇ ਜ਼ਰੀਏ ਦੇ ਨਾਲ ਅਗਰ ਇੱਥੋਂ ਦੇ ਲੋਕਲ ਚੈਨਲਾਂ ਤੱਕ ਪਹੁੰਚ ਕਰਨ ਤੇ ਇਹ ਜਿਹੜਾ ਮਸਲਾ ਹੈ, ਜਿਹੜਾ ਉੱਥੋਂ ਦਾ ਰਾਸ਼ਟਰੀ ਮਸਲਾ ਬਣ ਚੁੱਕਿਆ ਹੈ, ਉਸ ਨੂੰ ਅੰਤਰਰਾਸ਼ਟਰੀ ਮੰਚ ਦੇ ਉੱਪਰ ਲੈ ਕੇ ਆਉਣ। ਕਿੰਨੇ ਚੈਨਲ ਨੇ, SBS ਪੰਜਾਬੀ ਆ ਜਿਹੜਾ ਕਾਫੀ ਗੱਲ ਕਰਦਾ ਆਪਣੀ, ਤੇ ਇਸ ਤੋਂ ਬਿਨਾਂ SBS 24 ਨਿਊਜ਼ ਚੈਨਲ ਹੈ, 7 ਹੈ ਸਾਡਾ ਲੋਕਲ 9 ਚੈਨਲ, ਤੇ ਬਹੁਤ ਸਾਰੇ ਨੇ ਦੇ ਕਿਸੇ ਨਾ ਕਿਸੇ ਤੱਕ ਜ਼ਰੂਰ ਅਪਰੋਚ ਹੋ ਸਕਦੀ ਹੈ ਮੇਰੇ ਖਿਆਲ ਦੇ ਵਿੱਚ। ਤੇ ਸਾਡੇ ਪੱਤਰਕਾਰ ਵੀਰਾਂ ਨੂੰ ਇਹ ਅਪਰੋਚ ਜ਼ਰੂਰ ਕਰਨੀ ਚਾਹੀਦੀ ਹੈ। ਤੇ ਬਾਕੀ ਰਹੀ ਗੱਲ ਰੋਸ ਪ੍ਰਗਟਾਵਾ ਜਿਹੜਾ ਕਰਨਾ ਅਸੀਂ, ਉਹ ਮੇਰੇ ਮਨ ਦੇ ਵਿੱਚ ਵੀ ਆ ਰਿਹਾ, ਮੇਰੇ ਖਿਆਲ ਦੇ ਸਭ ਦੇ ਮਨ ਚ ਆ ਰਿਹਾ ਹੈ ਕਿ ਅਸੀਂ ਕਿਸੇ ਮਿਨਿਸਟਰ, ਕਿਸੇ ਪਾਰਲੀਮੈਂਟ ਹਾਊਸ ਦੇ ਅੱਗੇ ਜਾ ਕੇ
ਅਸੀਂ ਇੱਕ ਸ਼ਾਂਤਮਈ ਰੋਸ ਪ੍ਰਗਟਾਵਾ ਕਰੀਏ ਜਾਂ ਘੱਟੋ ਘੱਟ ਉਹਨਾਂ ਦਾ ਧਿਆਨ ਖਿੱਚੀਏ ਕਿ ਅਸੀਂ ਇੱਥੇ ਕਿਉਂ ਖੜੇ ਆ, ਸਾਡਾ ਕੀ ਮਸਲਾ, ਸਾਡਾ ਕੀ ਦਰਦ ਆ। ਪਰ ਉਹ ਪੈਂਡੈਮਿਕ ਦੇ ਚੱਲਦਿਆਂ ਮੇਰੇ ਖਿਆਲ 'ਚ ਹਲੇ ਪੋਸੀਬਲ ਨਹੀਂ, ਸ਼ਾਇਦ ਸਾਨੂੰ ਹਲੇ ਕੁਝ ਦਿਨ ਉਡੀਕ ਕਰਨੀ ਪਊਗੀ। ਪਰ ਉਦੋਂ ਤੱਕ ਜਿਹੜਾ ਹੈਗਾ ਅਸੀਂ ਸੋਸ਼ਲ ਮੀਡੀਆ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕਰੀਏ। ਸੋਸ਼ਲ ਮੀਡੀਆ ਦੇ ਰਾਹੀਂ ਜਿੰਨਾ ਅਸੀਂ ਇਸ ਚੀਜ਼ ਨੂੰ ਸਪਰੈਡ ਕਰ ਸਕਦੇ ਹਾਂ, ਨਾਟ ਰਾਈਟਿੰਗ ਓਨਲੀ ਇਨ ਪੰਜਾਬੀ, ਇੰਗਲਿਸ਼ ਦੇ ਵਿੱਚ ਵੀ ਲਿਖਿਆ ਜਾਵੇ, ਹਿੰਦੀ 'ਚ ਵੀ ਲਿਖਿਆ ਜਾਵੇ, ਵੱਧ ਤੋਂ ਵੱਧ ਸ਼ੇਅਰ ਕੀਤੀਆਂ ਜਾਣ ਪੋਸਟਾਂ, ਤਾਂ ਉਹਦੇ ਨਾਲ ਜਿਹੜਾ ਹੈਗਾ ਉਹ ਸਭ ਤੱਕ ਸਾਡੀ ਆਵਾਜ਼ ਪਹੁੰਚੇ। ਮੇਰੇ ਖਿਆਲ ਦੇ ਵਿੱਚ ਮੀਡੀਆ ਦਾ ਰੋਲ ਆ ਜਿਹੜਾ ਇੱਥੇ ਬਹੁਤ ਹੈ। ਬਿਲਕੁਲ। ਇੱਥੇ ਬਲਜੀਤ ਜੀ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਹੈ, ਜਿੱਦਾਂ ਕਿ ਅਸੀਂ ਪੰਜਾਬ ਦੇ ਜਾਂ ਭਾਰਤ ਦੇ ਹਾਲਾਤ ਦੇਖ ਰਹੇ ਹਾਂ, ਤੇ ਜਿਹੜਾ ਪੰਜਾਬੀ ਦੇ ਕੁਝ ਚੈਨਲ ਨੇ ਉਹ ਹੀ ਸਪੋਰਟ ਕਰ ਰਹੇ ਨੇ ਇਸ ਸਾਰੇ ਸੰਘਰਸ਼ ਨੂੰ, ਉਸ ਦੀਆਂ ਖਬਰਾਂ ਨੂੰ ਚਲਾ ਰਹੇ ਨੇ ਜਾਂ ਉਹਨਾਂ ਨੂੰ ਲਾਈਵ ਦਿਖਾ ਰਹੇ ਨੇ। ਪਰ ਜੋ ਹਿੰਦੀ ਮੀਡੀਆ ਹੈ, ਰਾਸ਼ਟਰੀ ਮੀਡੀਆ ਹੈ, ਮੈਨੂੰ ਨਹੀਂ ਲੱਗਦਾ ਕਿ ਸਾਊਥ ਦੇ ਵਿੱਚ ਕਿਸੇ ਨੂੰ ਇਸ ਮੁੱਦੇ ਦੀ ਸੀਰੀਅਸਟੀ ਦਾ ਪਤਾ ਹੋਵੇਗਾ। ਉਹ ਜਿਹੜਾ ਮੀਡੀਆ ਹੈ ਉਹ ਆਪਣਾ ਫਰਜ਼ ਬਿਲਕੁਲ ਨਹੀਂ ਅਦਾ ਕਰ ਰਿਹਾ। ਉੱਥੇ ਵੀ ਇੱਕ ਵੱਡੀ ਸਮੱਸਿਆ ਪੈਦਾ ਹੁੰਦੀ ਕਿ ਘੱਟੋ ਘੱਟ ਭਾਰਤ ਦੇ ਵਿੱਚ ਵੀ ਅਸੀਂ ਆਮ ਜਨਤਾ ਨੂੰ ਕਿੱਦਾਂ ਦੱਸੀਏ ਕਿ ਅਸੀਂ ਟਰਬਲ ਦੇ ਵਿੱਚ ਹਾਂ। ਬਿਲਕੁਲ ਜੀ, ਬਿਲਕੁਲ ਬਿਲਕੁਲ ਜੀ, ਬਿਲਕੁਲ ਸੋਚਣ ਵਾਲੀ ਗੱਲ ਹੈ ਜੀ। ਬਲਜੀਤ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅਗਲੇ ਕਿਸੇ ਮੁੱਦੇ ਦੇ ਬਾਰੇ ਤੁਹਾਡੇ ਨਾਲ ਫਿਰ ਵਿਚਾਰ ਚਰਚਾ ਕਰਾਂਗੇ। ਬਹੁਤ ਬਹੁਤ ਮਿਹਰਬਾਨੀ ਜੀ। ਜ਼ਰੂਰ ਜੀ, ਮਿਹਰਬਾਨੀ ਜੀ ਦੋਸਤੋ, ਇਹ ਸਨ ਬਲਜੀਤ ਕੌਰ ਮਿਲਹਾਂਸ ਔਰ ਜਿਹੜੇ ਅਦਬੀ ਸਾਂਝ ਇੱਥੋਂ ਦੀ ਇੱਕ ਸਾਹਿਤਕ ਸੰਸਥਾ, ਜਿਹੜੀ ਪਹਿਲੀ ਪਠੇਲੀ ਪਲੇਠੀ ਸੰਸਥਾ ਕਹੂੰਗਾ ਮੈਂ, ਉਸ ਸੰਸਥਾ ਦੇ ਜਿਹੜੇ ਇੱਕ ਰਿਪਰੈਜ਼ੈਂਟੇਟਿਵ ਨੇ ਔਰ ਇਹਨਾਂ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਰਿਸ਼ੀ ਜੀ, ਚਿੰਤਾ ਹੈ ਹਰ ਖਿੱਤੇ ਦੇ ਵਿੱਚ, ਬਹੁਤ ਜ਼ਿਆਦਾ ਚਿੰਤਾ, ਔਰ ਇਹ ਜ਼ਰੂਰ ਵਿਚਾਰ ਪੈਦਾ ਹੁੰਦਾ ਵੀ ਹੈ ਹਰ ਕਿਤੇ ਮਨ ਦੇ ਵਿੱਚ। ਸਾਰੇ ਕੁਝ ਨਾ ਕੁਝ ਕਰਨਾ ਚਾਹੁੰਦੇ ਆ, ਤੇ ਉਹ ਕਰਿਆ ਕਿਸ ਤਰਤੀਬ ਦੇ ਵਿੱਚ ਜਾਵੇ, ਸਭ ਤੋਂ ਪਹਿਲਾਂ ਕੀ ਕੀਤਾ ਜਾਵੇ ਔਰ ਉਸ ਨੂੰ ਕਿਸ ਯੋਜਨਾ ਦੇ ਨਾਲ, ਉਹਦੇ ਵਾਸਤੇ ਕਿਸੇ ਨਾ ਕਿਸੇ ਸਿਰ ਨੂੰ ਆਪਣੀ ਹੱਥ ਉੱਪਰ ਉਠਾਉਣਾ ਪੈਣਾ ਕਿ ਮੈਂ ਇਨੀਸ਼ੀਏਟਿਵ ਲੈਣਾ ਤੇ ਮੈਂ ਇਸ ਨੂੰ ਉਸ ਦੀ ਸਰਚ ਦੇ ਵਿੱਚ ਹੀ ਇਹ ਪ੍ਰੋਗਰਾਮ ਹੈ। ਜੇ ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਨੂੰ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਪ੍ਰੋਗਰਾਮ ਨੂੰ, ਤਾਂ ਜੋ ਹੋ ਸਕਦਾ ਇੱਕ ਮਨ ਜਿਹੜਾ ਚਾਹੁੰਦਾ ਹੋਵੇ ਕਿ ਮੈਂ ਇਸ ਪੂਰੀ ਮੁਹਿੰਮ ਦਾ ਜਿਹੜਾ ਮੋਢੀ ਬਣਾ ਔਰ ਮੋਢੀ ਬਣ ਕੇ ਅੱਗੇ ਚੱਲਾਂ, ਤਾਂ ਉਹ ਮਨ ਨੂੰ ਸਾਡਾ ਸੁਨੇਹਾ ਪਹੁੰਚ ਜਾਵੇ, ਉਹਨੂੰ ਲੱਗੇ ਕਿ ਹਾਂ ਇੰਨੇ ਲੋਕ ਹੋਰ ਵੀ ਚਾਹੁੰਦੇ ਨੇਗੇ ਔਰ ਇਹ ਸਾਰੇ ਨਾਲ ਖੜੇ ਨੇਗੇ, ਤੇ ਉਹ ਉਸ ਦੇ ਵਿੱਚ ਉਹ ਹੌਸਲਾ ਆਵੇ ਤੇ ਉੱਠ ਕੇ ਉੱਪਰੇ। ਇੱਥੇ ਇੱਕ ਹੋਰ ਵਿਚਾਰ ਰੋਬੀ ਜੀ ਮਨ ਚ ਆ ਰਿਹਾ, ਜਿੱਦਾਂ ਕਿ ਸਾਡੇ ਕੁਝ ਦੋਸਤ ਹੋ ਸਕਦਾ ਕਿ ਸਾਡੇ ਨਾਲ ਬਾਅਦ ਚ ਗੱਲਬਾਤ ਕਰਨਾ ਚਾਹੁੰਦੇ ਹੁਣ, ਜਾਂ ਉਹ ਵੀ ਚਾਹਣ ਕਿ ਉਹ ਆਪਣੇ ਵਿਚਾਰ ਹੋਰ ਲੋਕਾਂ ਦੇ ਸਾਹਮਣੇ ਪੇਸ਼ ਕਰਨ, ਉਹ ਸਾਨੂੰ ਕੰਟੈਕਟ ਕਰ ਸਕਦੇ ਨੇ। ਅਸੀਂ ਬਾਅਦ ਵਿੱਚ ਫਿਰ ਪ੍ਰੋਗਰਾਮ ਆਰਗੇਨਾਈਜ਼ ਅਲੱਗ ਤੋਂ ਪ੍ਰੋਗਰਾਮ ਆਰਗੇਨਾਈਜ਼, ਬਿਕੋਜ਼ ਵਿਚਾਰਾਂ ਸਾਡਾ ਕੰਮ ਕੀ ਹੈਗਾ ਕਿ ਅਸੀਂ ਵਿਚਾਰਾਂ ਦੀ ਸਾਂਝ ਪਵਾਉਣੀ। ਅਸੀਂ ਤੁਹਾਡੇ ਵਿਚਾਰਾਂ ਦਾ ਰਾਬਤਾ ਇੱਕ ਮੰਚ ਦੇ ਉੱਪਰ ਕਰਵਾਉਣਾ। ਅਸੀਂ ਨਾ ਹੀ ਤਾਂ ਕੋਈ ਏਦਾਂ ਦੀ ਸੰਸਥਾ ਨੂੰ ਬਿਲਡ ਕਰਨਾ ਜਿਹਦੇ ਵਿੱਚ ਅਸੀਂ ਫੰਡਸ ਅਰੇਂਜ ਕਰਨੇ ਨੇਗੇ, ਨਾ ਹੀ ਕੋਈ ਏਦਾਂ ਦੀ ਸੰਸਥਾ ਨੂੰ ਅਰੇਂਜ ਕਰਨਾਗਾ ਜਿਹੜੀ ਕਿਸੇ ਜਿਹੜਾ ਇੱਕ ਜਲੂਸ ਦੇ ਰੂਪ ਦੇ ਵਿੱਚ ਜਾਂ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਅੱਗੇ ਅਸੀਂ ਤਾਂ ਕੈਮਰਾ ਲੈ ਕੇ ਅੱਗੇ ਖੜਨ ਵਾਲਿਆਂ ਚੋਂ, ਔਰ ਉਸ ਦੇ ਮਕਸਦ ਨੂੰ, ਉਸ ਦੇ ਮਿਸ਼ਨ ਨੂੰ, ਉਸ ਦੇ ਵਿਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਤੱਕ ਦੀ ਸਾਡੀ ਜਿਹੜੀ ਜ਼ਿੰਮੇਵਾਰੀ ਆ। ਇੱਕ ਜਾਣਾ ਸਾਰਾ ਕੁਝ ਨਹੀਂ ਕਰ ਸਕਦਾ, ਇਹ ਕਮਿਊਨਿਟੀ ਦਾ ਕੰਮ ਆ ਔਰ ਕਮਿਊਨਿਟੀ ਨੂੰ ਹੀ ਇਸ ਦੇ ਵਿੱਚ ਲੀਡ ਕਰਨਾ ਪੈਣਾ, ਕਿਸੇ ਨਾ ਕਿਸੇ ਨੂੰ ਇਸ ਵਿਚਾਰ ਦੇ ਵਿੱਚ ਅੱਗੇ ਵਧਣਾ ਪੈਣਾ ਔਰ ਇਨੀਸ਼ੀਏਟਿਵ ਲੈਣਾ ਪੈਣਾ। ਬਿਲਕੁਲ। ਸੋ ਅਗਲੇ ਕਾਲਰ ਵੇਟ ਕਰਾਂਗੇ ਜੀ ਆਪਣੀ, ਤੇ ਅਗਲੇ ਕਾਲਰ ਨੂੰ ਕਾਲ ਕਰਦੇ ਆ ਜੀ, ਹੁਣੇ ਆਪਾਂ ਉਹਨਾਂ ਨੂੰ ਨਾਲ ਬਣਾਉਣੇ ਆ ਰਾਬਤਾ। ਹਾਂਜੀ ਰੋਬੀ ਜੀ, ਅੱਗੇ ਬਾਈ ਮਟਰਾਂ ਜੀ ਦਾ ਆਪਣਾ ਨੰਬਰ ਡਾਇਲ ਕਰੋ, ਤੁਸੀਂ ਨਿਊਜ਼ੀਲੈਂਡ ਤੋਂ ਵੇਟ ਕਰ ਰਹੇ ਨੇ ਆਪਣੀ ਜੀ। ਬਾਈ ਮਟਰਾਂ ਬਾਰੇ ਮੈਂ ਦੱਸਦਾ ਜੀ, ਬਹੁਤ ਹੀ ਸੂਝਵਾਨ ਵਿਅਕਤੀ ਨੇ, ਬੜੇ ਹੀ ਪਿਆਰੇ ਦੋਸਤ ਨੇ, ਚਿੰਤਕ ਨੇ, ਤੇ ਪੱਤਰਕਾਰੀ ਵੀ ਕਰਦੇ ਨੇ, ਲਿਖਦੇ ਵੀ ਨੇ, ਤੇ ਬਹੁਤ ਹੀ ਉੱਚ ਵਿੱਦਿਆ ਪ੍ਰਾਪਤ ਇਨਸਾਨ ਨੇ। ਤੇ ਸਾਡੀ ਛੋਟੀ ਭਾਬੋ ਰਾਣੀ, ਉਹ PhD ਨੇ, ਉਹਨਾਂ ਦੇ ਨਾਮ ਨਾਲ ਡਾਕਟਰ ਲੱਗਦਾ। ਸੋ ਕਾਲ ਲੱਗ ਚੁੱਕੀ ਹੈ। ਸੋ ਬਿਕਰਮ ਭਾਈ ਸਾਡੇ ਨਾਲ ਨੇ। ਬਿਕਰਮ ਭਾਈ ਜੀ, ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਰਾਬਤਾ ਆਸਟ੍ਰੇਲੀਆ ਤੇ। ਸਤਿ ਸ਼੍ਰੀ ਅਕਾਲ ਜੀ, ਅੱਛੀ ਲੱਗੀ ਜੀ, ਔਰ ਰੋਟੀ ਭਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਸਾਨੂੰ ਦੂਰ ਕਰਦੇ ਜੀ। ਭਾਜੀ, ਆਪਾਂ ਜਿਹੜੀ ਗੱਲਬਾਤ ਕਰ ਰਹੇ ਹਾਂ, ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਬੈਠੇ ਹੋ, ਨਿਊਜ਼ੀਲੈਂਡ ਦੇ ਪੰਜਾਬੀ ਭਾਈਚਾਰੇ ਦੇ ਵਿੱਚ ਅਫਕੋਰਸ ਵੈਸੇ ਇਹ ਸਵਾਲ ਬਹੁਤ ਜ਼ਿਆਦਾ ਪੁੱਛਣ ਵਾਲਾ ਤਾਂ ਨਹੀਂ ਹੈ, ਪਰ ਫਿਰ ਵੀ ਸਾਨੂੰ ਪਤਾ ਤਾਂ ਹੈ ਕਿ ਜਿੱਥੇ ਜਿੱਥੇ ਪੰਜਾਬੀ ਜਾਂ ਜਿੱਥੇ ਜਿੱਥੇ ਕਿਸਾਨ ਬੈਠਾ, ਜਿਹਨੂੰ ਤਸਵੀਰਾਂ ਦੀ ਭਾਸ਼ਾ ਸਮਝ ਆਉਂਦੀ ਆ, ਤਾਂ ਉਹਦੇ ਅੰਦਰ ਕਿਤੇ ਨਾ ਕਿਤੇ ਉਹ ਜਿਹੜਾ ਪੇਨ ਆ ਉਹ ਉੱਠਿਆ, ਉਸਨੇ ਅੰਗੜਾਈ ਲੈਤੀ ਆ, ਉਹ ਚਾਹੇ ਗੁੱਸੇ ਦੇ ਰੂਪ ਦੇ ਵਿੱਚ ਉੱਭਲ ਰਿਹਾ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ। ਅੱਜ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਕੋਸ਼ਿਸ਼ ਕਰਨ ਲੱਗੇ ਹੋਏ ਆ
ਸਾਡੇ ਭਾਈਚਾਰੇ ਨੂੰ ਜਿਹੜਾ ਵਿਦੇਸ਼ ਦੀ ਧਰਤੀ ਦੇ ਉੱਪਰ ਬੈਠਾ ਉਸ ਧਰਤੀ ਤੇ ਜਨਮ ਲੈ ਕੇ ਆਇਆ ਜਾਂ ਉਹਦੇ ਨਾਲ ਜੁੜਿਆ ਡਾਇਰੈਕਟਲੀ ਔਰ ਇਨਡਾਇਰੈਕਟਲੀ ਉਹਨਾਂ ਭਾਵਨਾਵਾਂ ਨਾਲ, ਉਹ ਕੀ ਐਕਸ਼ਨ ਲੈ ਸਕਦਾ, ਉਹ ਕੀ ਕਰ ਸਕਦਾ ਤਾਂ ਜੋ ਇੱਕ ਜਿਹੜੀ ਸਪੋਰਟ ਉਹਨਾਂ ਨੂੰ ਇਮੋਸ਼ਨਲੀ, ਫਾਈਨੈਂਸ਼ਲੀ ਜਾਂ ਉਹਨਾਂ ਦੀ ਉਸ ਪੂਰੀ ਜਦੋਜਹਿਦ ਦਾ ਹਿੱਸਾ ਕਿਸ ਤਰ੍ਹਾਂ ਬਣ ਸਕਦਾ। ਤੁਸੀਂ ਮੀਡੀਆ ਦੇ ਨਾਲ ਜੁੜੇ ਹੋਏ ਹੋ, ਤੁਹਾਡਾ ਕੀ ਵਿਚਾਰ ਆ ਇੱਥੋਂ ਦੇ ਲੋਕਲ ਪਬਲਿਕ ਦੇ ਜਾਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ? ਬਿਲਕੁਲ ਤੁਸੀਂ ਵਧੀਆ ਜਿਹੜਾ ਮੁੱਦਾ ਪਾਇਆ ਹੈਗਾ ਇਹ, ਕਿਉਂਕਿ ਜਿੱਦਾਂ ਹੁਣ ਆਪਾਂ ਪੰਜਾਬ ਵੱਲ ਦੇਖਦੇ ਹਾਂ ਤੇ ਜਿੱਥੇ ਬਜ਼ੁਰਗਾਂ ਦਾ ਜਿਹੜਾ ਜੋਸ਼ ਆਪਣੇ ਕੋਲ ਉਹ ਵੀ ਕੰਮ ਦੇਖਦਾ ਹੈ, ਔਰ ਨੌਜਵਾਨੀ ਦਾ ਜੋਸ਼ ਉਹਨਾਂ ਦੀ ਲੋੜ ਆਉਂਦੀ ਉਹਨੇ ਜੇਕਰ ਇਹਨਾਂ ਦੇ ਵਿੱਚੋਂ ਇੱਕ ਵੀ ਉੱਪਰ ਨਿਕਲ ਹੋ ਗਿਆ ਜਾਂ ਕਿਸੇ ਤੋਂ ਵੀ ਕੋਈ ਘਟਨਾ ਵਾਪਰੀ ਤਾਂ ਇੰਨਾ ਵੱਡਾ ਜਿਹੜਾ ਪੰਜਾਬ ਦੀ ਲਹਿਰ ਉੱਠੀ ਆ ਕਿਸੇ ਕਾਰਨ ਦੀ ਦਬਾਅ ਵਿੱਚ ਜਾਵੇ, ਕਿਉਂਕਿ ਸਰਕਾਰਾਂ ਹਮੇਸ਼ਾ ਲਈ ਇਹਨਾਂ ਚੀਜ਼ਾਂ ਤੋਂ ਡਰਦੀਆਂ ਰਹਿੰਦੀਆਂ, ਜਦੋਂ ਦਿੱਲੀ ਕੰਪਨ ਆਈ ਸੀ ਪੰਜਾਬੀਆਂ ਨੇ ਜਿਵੇਂ ਰਾਹ ਦੇ ਵਿੱਚ ਡੇਕੇ ਲੈ ਗਏ ਜਿੱਦਾਂ ਉਹਨਾਂ ਨੂੰ ਰੋਕਿਆ ਗਿਆ ਜਿੱਦਾਂ ਚੀਜ਼ਾਂ ਉੱਥੋਂ ਅਪਡੇਟ ਆ ਰਹੀ ਆ। ਆਪਾਂ ਜਿੰਨੇ ਬਾਹਰਲੇ ਪ੍ਰਵਾਸੀ ਕਿਸਾਨਾਂ ਮਜ਼ਦੂਰਾਂ ਦੇ ਧੀਆਂ ਪੁੱਤ ਬੈਠੇ ਆ ਤਾਂ ਸਾਡੇ ਜਨਮਦੀਆਂ ਜਿਹੜੀਆਂ ਧੜਕਣ ਆਪੇ ਹੀ ਹੋ ਜਾਂਦੇ ਨੇ ਕਿ ਹਮੇਸ਼ਾ ਤੇ ਆਪਾਂ ਵਾਰ-ਵਾਰ ਫੋਨ ਲਾ ਕੇ ਪੁੱਛਦੇ ਆ ਵੀ ਕੀ ਹਾਲ ਚਾਲ ਹੈ। ਤੇ ਜਿੱਦਾਂ ਤੁਸੀਂ ਕਿਹਾ ਕਿ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਰਾਹੀਂ ਆਪਾਂ ਉੱਥੇ ਜੁੜੇ ਹੋਏ ਹਾਂ, ਪੰਜਾਬ ਦੇ ਵਿੱਚ ਆਪਣੇ ਬਹੁਤ ਸਾਰੇ ਕੱਟੇ ਪਿੰਡਾਂ ਵਿੱਚ ਜੁੜੇ ਹੁੰਦੇ ਆ ਤੇ ਉਹ ਮੁਕਾਬਲੇ ਬਹੁਤ ਲੰਬੇ ਹੋ ਗਏ। ਅੱਜ ਕੱਲ੍ਹ ਗਲੋਬਲਾਈਜ਼ੇਸ਼ਨ ਹੋ ਗਏ ਸਾਰੇ ਪਾਸੇ, ਮੈਨੂੰ ਲੱਗਦਾ ਵੀ ਕਿ ਆਪਾਂ ਆਪਣਾ ਜਿਹੜਾ ਨਾ ਜੋ ਵੱਧ ਲੱਗ ਰਿਹਾ ਸਾਡੇ ਬਾਹਰ ਬੈਠਿਆ ਦਾ ਜੋ ਆਪਾਂ ਨੂੰ ਜ਼ਿਆਦਾ ਉਹ ਕਰਦੇ ਅੱਜ ਦੀ ਪਹਿਲਾਂ ਇਹ ਕਾਂਗਰਸ ਦੀ ਕੀਤੀ ਸੀ ਉਹ ਵਧੀਆ ਬਾਤ ਵੀ ਚੱਲਦੀ ਆ ਤੇ ਦੁਆਰਾ ਇਹ ਪ੍ਰੋਗਰਾਮ ਰੱਖਿਆ ਬਾਈਕ ਕਨੈਕਸ਼ਨ ਤੱਕ ਜਿਹੜੀ ਚੱਲ ਰਹੀ ਔਰ ਕਾਫੀ ਕਾਫੀ ਇੱਕ ਬੈਠੇ ਆ ਕਿ ਬੜੀ ਪੈਗਾਸੀ ਤੌਰ ਤੇ ਕਾਬਲੀਆਂ ਨੂੰ ਮਦਦ ਕਰਨੀ ਚਾਹੀਦੀ ਆ। ਜਿਵੇਂ ਕਰਨਾ ਚਾਹੁੰਦੇ ਸੀ ਕਿ ਮਤਲਬ 2 ਘੰਟੇ ਦੇ ਵਿੱਚ 10,000 ਡਾਲਰ ਘਟਾ ਰਿਹਾ ਜੀ ਕਿ ਉਹਨਾਂ ਨੂੰ ਵੱਖ-ਵੱਖ ਜਿਹੜੇ ਪੌਂਚੇ ਰਸਤੇ ਦਿੱਤੇ ਗਈ ਕਿਸਾਨ ਦੁਨੀਆ ਦਾ ਦੱਸਿਆ ਹੋ ਰਹੀਆਂ ਤਾਂ ਮੈਂ ਜਦ ਕੱਲ੍ਹ ਲੋਕ ਸਭਰੇ ਦੱਸਿਆ ਕਰਦੀ ਨਾ ਇਹ ਇੱਕ ਪੰਜਾਬੀਆਂ ਦੀ ਚੜ੍ਹਦੀ ਨਿਸ਼ਾਨੀ ਆ, ਚੜ੍ਹਾਈ ਦੀ ਨਿਸ਼ਾਨੀ ਆ। ਜਿੱਦਾਂ ਪਹਿਲਾਂ ਦੀ ਪੰਜਾਬੀਆਂ ਨੇ 18 ਮਾਹ ਜਿਹੜੀਆਂ ਕੀਤੀ ਆ ਉਹਨੂੰ ਧਾਰਾ ਹੋ ਜਾਏਗਾ ਉਹ ਵੀ ਲੱਗਦਾ ਮੈਨੂੰ ਤਾਂ ਜਿਹੜੇ ਮੁੰਡੇ ਜਾਂਦੇ ਆ ਉਹਦੇ ਤੋਂ ਵੀ ਰਿਸਕ ਨਹੀਂ ਕਰਦੇ ਹੋਣਾ ਕਿਉਂਕਿ ਰਿਸਕ ਸਾਰਾ ਦੇ ਵਿੱਚ ਬਿਠਾ ਸਕਦੇ ਆ। ਸਹੀ ਗੱਲ ਹੈ ਜੀ, ਬਿਲਕੁਲ। ਔਰ ਜਿੱਦੇ ਰਿਸ਼ੀ ਜੀ ਜਿੱਡੇ ਵੱਡੇ ਵੱਡੇ ਪੱਥਰ ਜਿਹੜੀਆਂ ਚੀਜ਼ਾਂ ਜਦੋਂ ਉਹ ਪਹਿਲਾਂ ਦਿਖਾਈਆਂ ਜਾ ਰਹੀਆਂ ਸੀ ਮੀਡੀਆ ਵੱਲੋਂ ਕਿ ਵੀ ਏਦਾਂ ਇਹਨਾਂ ਨੇ ਇੰਤਜ਼ਾਮ ਕੀਤਾ ਔਰ ਪਾਣੀ ਦਾ ਪਾਈਪ ਥੱਲੇ ਉਹ ਗੰਦੇ ਨਾਲੇ ਦੇ ਵਿੱਚ ਰੱਖਿਆ ਹੋਇਆ ਘੱਗਰ ਦੇ ਵਿੱਚ, ਤਾਂ ਉਹ ਮਤਲਬ ਇਹ ਤਾਂ ਹਰੈਸ਼ਮੈਂਟ ਆ, ਇਹ ਤਾਂ ਮਨੁੱਖੀ ਅਧਿਕਾਰਾਂ ਦਾ ਸਿੱਧਾ ਹੀ ਉਲੰਘਣਾ ਹੈਗਾ ਕਿ ਅੱਜ ਤੱਕ ਉਦਾਂ ਦਾ ਪਾਣੀ ਜਿਹੜਾ ਕਿ ਜਦੋਂ ਪੈਂਡੇਮਿਕ ਚੱਲ ਰਿਹਾ ਜਿੱਥੇ ਇਨਫੈਕਸ਼ਨ ਦੇ ਜ਼ਿਆਦਾ ਹੋਣੇ ਦੇ ਚਾਂਸਸ ਨੇ, ਤੁਸੀਂ ਕਾਈਂਡ ਆਫ ਉਹ ਇਨਡਾਇਰੈਕਟਲੀ ਮਾਰ ਰਹੇ ਹੋ ਉਹਨਾਂ ਨੂੰ। ਤਾਂ ਔਰ ਰੋਬੀ ਜੀ ਸਰਦੀ ਦੇਖੋ ਕਿੰਨੀ ਹੈਗੀ ਹੈ ਜੀ, ਪਰ ਠੰਡਾ ਬਹੁਤ ਜ਼ਿਆਦਾ ਠੰਡਾ ਬਹੁਤ ਜ਼ਿਆਦਾ। ਸੋ ਸਜਦਾ ਕਰਨਾ ਬਣਦਾ ਜੀ ਉਹਨਾਂ ਲੋਕਾਂ ਦੇ ਹੌਸਲੇ ਨੂੰ। ਤੇ ਤੁਸੀਂ ਅੱਗੇ ਕਿਉਂਕਿ ਪੱਤਰਕਾਰ ਦੀ ਨਜ਼ਰ ਹੈ ਤੁਹਾਡੀ ਵੀ ਜੀ, ਅੱਗੇ ਤੁਸੀਂ ਇਸ ਸੰਘਰਸ਼ ਨੂੰ ਕਿੱਥੇ ਜਾਂਦਾ ਦੇਖ ਰਹੇ ਹੋਗੇ ਆਉਣ ਵਾਲੇ ਦਿਨਾਂ ਦੇ ਵਿੱਚ? ਮੈਂ ਚਾਹੁੰਦਾ ਕਿ ਅੱਗੇ ਜਿਹੜੀ ਐਜੂਕੇਸ਼ਨ ਨੇ ਕਵਰ ਕਰ ਰਹੀ ਆ ਸਾਰੇ ਦਿੱਲੀ ਦੇ ਵਿੱਚ ਦਾਖਲ ਹੋ ਚੁੱਕੇ ਨੇ। ਜਿੱਦਾਂ ਤੁਸੀਂ ਕਰ ਰਹੇ ਸੀਗੇ ਕਿ ਜਿਹੜੇ ਆਰਟੀਆਂ ਲਗਾਈਆਂ ਗਈਆਂ ਪੱਖੋਂ ਦੇ ਜਿਹੜੇ ਸੈਂਚੁਰੀ ਫੁੱਟ ਦਿੱਤੀ ਗਈ ਕਰਿਆਲੀਆਂ 12 ਮੋਦੀਆਂ ਦੀਆਂ ਜਿਹੜੇ ਪੱਖੋਂ ਉਹਨਾਂ ਦੇ ਜਿਹੜੇ ਨਾਲ ਲਿਆ ਕੇ ਨੌਜਵਾਨਾਂ ਨੇ ਮੁੰਡਿਆਂ ਨੇ ਪੱਖਾਂ ਦੇ ਨਾਲ ਹੀ ਬਣਾ ਕਰਦੇ ਹੱਥਾਂ ਦੇ ਨਾਲ ਬੁੱਕ ਪਾਉਂਦਾ ਕੀ ਕਰਦੇ ਨੇ ਤੇ ਹੁਣ ਹਰਿਆਣੇ ਦੇ ਲੋਕਾਂ ਦਾ ਬਹੁਤ ਅਸਰ ਰਿਹਾ। ਵੱਡੀ ਗੱਲ ਇਹ ਆ ਇਸ ਚੀਜ਼ ਨੂੰ ਔਰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਪਹਿਲੀ ਵਾਰੀ ਦੇਖਿਆ ਇਸ ਤਰ੍ਹਾਂ ਦਾ ਦਿਖਾਇਆ ਟੈਲੀਵਿਜ਼ਨ ਤੋਂ ਬੜੀ ਗੱਲ ਹੈ ਨਾ ਇਹ ਹੁਣ ਉੱਥੇ ਅੰਨਾ ਹਜ਼ਾਰੇ ਜੈਸੀ ਧਰਨਾ ਲਾ ਸਕਦਾ ਹੈ ਭਾਵੇਂ ਆਰਾਮ ਦੇ ਜਿਹੜੇ ਜਨਰਲ ਕੰਪਨੀ ਪਾਰਟੀ ਪਰ ਜਾਂਦੀ ਰਾਮ ਲੀਲਾ ਬਣਾਉਣ ਉਹ ਤਾਂ ਨਾ ਲੱਗਦਾ ਕਿਸਾਨ ਵੀ ਕਰ ਸਕਦੇ ਇਹ ਸਾਡਾ ਵੀ ਹੱਕ ਹੈ ਨਾ ਜੀ। ਇਹਨਾਂ ਨੂੰ ਤੁਸੀਂ ਕੰਪਨੀ ਨਹੀਂ ਲੱਗ ਕਰ ਰਹੇ ਪੰਜਾਬ ਨੂੰ ਔਰ ਜਿਹੜੇ ਮੇਰਾ ਰਾਜਸਥਾਨ ਦੇ ਇੱਕ ਕਿਸਾਨ ਦੀਆਂ ਵਾਇਰਲ ਦੇਖਾ ਉਹ ਵੀ ਸਕੂਲ ਮੈਂ ਕੋਈ ਨੂੰ ਕਹਿੰਦਾ ਕਿ ਪੰਜਾਬ ਸਾਡਾ ਲੀਡਰ ਹੈ ਪੰਜਾਬ ਦਾ ਲੋਕ ਜਿਹੜੇ ਦੇਖੋ ਲੀਡਰ ਬਣਾ ਉਹ ਕੋਈ ਕਰਦੀ ਹੈ ਜੀ ਉਹ ਕਹਿੰਦਾ ਖੇਡ ਰਹੀ ਆ ਉਹ ਕਹਿੰਦਾ ਉਹ ਸਾਡੀ ਦੇ ਵਿੱਚ ਸਾਰੇ ਕੀ ਉਹ ਪੜ੍ਹੇ ਦੇ ਵਿੱਚ ਕੀ ਹੈ ਚੀਜ਼ ਜਿਹਨੂੰ ਪੀਂਦੇ ਜਿਹਨੂੰ ਖਾਇਆ ਗਏ ਇਹ ਪਹਾੜਾ ਘੱਟ ਗਿਆ ਇਹ ਤਾਂ ਜਿਹੜੀ ਸਾਡੀ ਜਿਹੜਾ ਲੀਡ ਕਰਨ ਵਾਲਾ ਉਹ ਕਿੰਨੀ ਵੱਡੀ ਗੱਲ ਨਹੀਂ ਮਾਣ ਵਾਲੀ ਗੱਲ ਨਹੀਂ ਪੰਜਾਬੀ ਦੇ ਉਹ ਜਿਹੜੇ ਪੰਜਾਬ ਨੂੰ ਰਾਹੁਲ ਗਾਂਧੀ ਅੱਜ ਜਿਹੜਾ ਸੀ 7% ਵਾਲੀ ਕਿਤੇ
ਜੀ ਹਾਲਾਂਕਿ ਉਹਨਾਂ ਨੂੰ ਉਹ ਬਾਜ਼ਾਂ ਮਾਰ ਦਿੰਦੇ ਆ ਕਿ ਸਾਡੇ ਨਾਲ ਬਾਬੇ ਕਮੇਟੀ ਦੇ ਬਾਅਦ ਰਹਿ ਜਾਏ ਇਹ ਵੀ ਬੰਦਾ ਕਰ ਰਿਹਾ ਕਿ ਹੁਣ ਤਾਂ ਉਹ ਤਾਂ ਬਾਬੇ ਕਰਕੇ ਹੋ ਰਹੀ ਹੈ ਪਰ ਐਸਾ ਨਹੀਂ ਹੁੰਦਾ ਜਿੱਦਾਂ ਆਪਾਂ ਪਹਿਲਾਂ ਜਿਹੜਾ ਕੀਤਾ ਕਿ ਉਹ ਦੇ ਨਾਲ ਜ਼ਰੂਰ ਇਹ ਦੋਨੇ ਪ੍ਰਾਪਤ ਕਰਨੇ ਚਾਹੀਦੇ ਆ ਤਾਂ ਕਿ ਕੋਈ ਜਿੰਦਾ ਵੀ ਬਾੜੀ ਦੀ ਅਨਸਰ ਕਰਦਾ ਆਪਰੇ ਕਿਉਂ ਹੁਣ ਤੱਕ ਜਿੰਨੇ ਵੀ ਨਕਸ਼ਾ ਦੇ ਬੰਦੇ ਨੇ ਉਹਨਾਂ ਦਾ ਕਦੇ ਵੀ ਨਕਸ਼ਾ ਲਾਈਕ ਨਹੀਂ ਕਹਿੰਦੇ ਨੇ ਕਦੇ ਉਹਨਾਂ ਨੂੰ ਸਾਡੇ ਸਫਰ ਪਾਉਣ ਦੇ ਕਹਿੰਦੇ ਕਿ ਕੰਮ ਪੂਰਾ ਔਰ ਕੁਝ ਨਾ ਕੁਝ ਨੂੰ ਪ੍ਰਮੇਹ ਲਾ ਕੇ ਇਹਨਾਂ ਨੂੰ ਟੈਗ ਲਾ ਕੇ ਇਹ ਇੱਕ ਪੈਰੋਂ ਕੀ ਕਰਦੇ ਨੇ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਪਰ ਇਹਦੇ ਵਿੱਚ ਬਹੁਤ ਦਵਾਈ ਜਿਹੜੀ ਸਰਕਾਰ ਜਿਹੜੀ ਕੀਤੀ ਆ ਪਰ ਇੱਕ ਨਾ ਤਾਂ ਕਿਤੇ ਜਾਣੀ ਨਹੀਂ ਇਹ ਕੱਤੀ ਬਣਾ ਦਿੰਦੀ ਆ ਮੈਂ ਤਾਂ ਸਮਝਦਾ ਕਿ ਇਹ ਟ੍ਰਾਂਸਪੋਰਟ ਦਾ ਕਿਸਾਨ ਦੇ ਕੱਤੀ ਨਹੀਂ ਆ ਜੀ ਤਾਂ ਪਹਿਲਾਂ ਇੱਕ ਲੱਖੇ ਵਾਰ ਦੀ ਲੱਖੋਂ ਦੀ ਆ ਇਹ ਜਨਾ ਬੰਦੇ ਦੀ ਸਾਰੀ ਜਿਹੜੀ ਦੀ ਗੱਲ ਹੋ ਰਹੀ ਕੋਲ ਕਰਨ ਦੀ ਵੀਡੀਓ ਦਾ ਗੱਲ ਜੀ ਉਹ ਤਾਂ ਤੁਹਾਡੇ ਇੱਕ ਨੂੰ ਖਰੀਦਦੇ ਦੋ ਨੂੰ ਖਰੀਦਦੇ ਤਿੰਨ ਨੂੰ ਖਰੀਦਦੇ ਕਿੰਨੇ ਦੇਣਾ ਨੇ ਕੱਤੀ ਦੇ ਇਹ ਸਾਰੇ ਦੇ ਰੱਖ ਦੀ ਸਭ ਤੋਂ ਵੱਡੀ ਮਜ਼ਬੂਤ ਕੜੀ ਮੈਂ ਇਹ ਦੇਖਣਾ ਕਿ ਅਲੱਗ-ਅਲੱਗ ਤਰ੍ਹਾਂ ਰੱਖੀਆਂ ਹੋ ਕੇ ਇੱਕ ਮੁੱਠੀ ਬਣ ਗਿਆ ਜੀ ਕੱਤੀ ਦਾ ਦਿੱਲੀ ਦੇ ਸਿੱਕੇ ਮੁਕਰਦੀਆਂ ਨੇ ਜੀ ਇੱਥੇ ਬਿਕਰਮ ਜੀ ਹਰਿਆਣਾ ਦੇ ਵੀ ਜਿਹੜੇ ਦੋ ਚਿਹਰੇ ਨਜ਼ਰ ਆਏ ਨੇ ਇਸ ਸੰਘਰਸ਼ ਦੇ ਵਿੱਚ। ਇੱਕ ਚਿਹਰਾ ਤਾਂ ਉਹ ਹੈ ਜਿਹੜੇ ਕਿ ਹਰਿਆਣਾ ਦੇ ਕਿਸਾਨਾਂ ਦਾ ਹੈ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਤੇ ਇਸ ਸੰਘਰਸ਼ ਦੇ ਵਿੱਚ ਸਾਥ ਦਿੱਤਾ। ਐਕਚੁਅਲੀ ਇਹ ਕਿਸਾਨੀ ਦਾ ਸੰਘਰਸ਼ ਹੈ, ਪੰਜਾਬ ਜਾਂ ਹਰਿਆਣਾ ਦਾ ਹੈ ਹੀ ਨਹੀਂ। ਜਿਹੜਾ ਦੂਸਰਾ ਚਿਹਰਾ ਹੈ ਉਹ ਕਾਫੀ ਘਿਨਾਉਣਾ ਸਾਹਮਣੇ ਆਇਆ ਹੈ, ਜਿਹੜਾ ਕਿ ਹਰਿਆਣਾ ਦੀ ਗਵਰਨਮੈਂਟ ਦਾ ਹੈ। ਇੱਕ ਹੁਣ ਨੈਸ਼ਨਲ ਹਾਈਵੇ ਹੈ ਜਿਹਦੇ ਤੇ ਕਿ ਨਾ ਕੋਈ ਪੰਜਾਬ ਦਾ, ਨਾ ਕੋਈ ਹਰਿਆਣਾ ਦਾ, ਨਾ ਕੋਈ ਹੋਰ ਦਾ, ਬਟ ਉਹ ਵਿਚਾਲੇ ਮਤਲਬ ਉਹਨਾਂ ਨੇ ਸੜਕ ਹੀ ਪੱਟ ਦਿੱਤੀ। ਉਹ ਕਿਵੇਂ ਰੋਕ ਸਕਦੇ ਨੇ ਇੱਕ ਭਾਰਤ ਦੇ ਨਾਗਰਿਕ ਨੂੰ ਭਾਰਤ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਜਾਣ ਵਾਸਤੇ? ਸਾਰੇ ਹੋਏ ਕਿੰਨਾ ਟਾਈਮ ਹੋ ਗਿਆ ਸਰ ਉਹ ਮੈਨੂੰ ਵੀ ਇਹ ਪੰਜਾਬੀ ਨੇ ਇਹਨਾਂ ਦੀ ਕਾਰਵਾਈ ਇਹਨਾਂ ਨੂੰ ਉਹਨੂੰ ਇਹ ਕਰਨਾ ਕਿ ਪੰਜਾਬੀ ਕੌਮ ਜਿਹੜੀ ਆਈ ਤੇ ਕਿੱਥੋਂ ਦਾ ਇਤਿਹਾਸ ਕੀ ਆ ਉਹ ਸਾਰਾ ਉਹ ਚੀਜ਼ ਭੁੱਲ ਗਿਆ। ਉਹ ਤਾਂ ਕਰਕੇ ਪੰਗਾ ਲੈ ਰੱਖਿਆ ਔਰ ਇਹ ਸਾਰੀ ਆਪਣੀ ਜਿਹੜੀ ਜੋਰ ਅਧਿਆਇ ਆ ਉਹ ਖਤਰ ਸਰਕਾਰ ਦੀ ਕੀਤੀ ਗਈ ਹੈ। ਉਹਦਾ ਨਹੀਂ ਕਰ ਰਿਹਾ ਮਤਲਬ ਉਹ ਹਰਿਆਣੇ ਸਰਕਾਰ ਨੂੰ ਜਿਹੜਾ ਸੱਤੇ ਤੇ ਕਰ ਰਹੀ ਹੈ ਉਹ ਵੀ ਸਰਕਾਰ ਆ ਉਹ ਸਰਕਾਰ ਆ ਉਹਨੇ ਇਸ ਤਰ੍ਹਾਂ ਨਹੀਂ ਕਰ ਰਹੇ ਪਰ ਹਰਿਆਣੇ ਨੂੰ ਉਹ ਹਰਿਆਣਾ ਦੀ ਸਾਡਾ ਕਰਦਾ ਭਰਾ ਪੰਜਾਬੀਆਂ ਦਾ ਜਦੋਂ ਦੋਵੇਂ ਇਕੱਠੇ ਹੁੰਦੇ ਆ ਤਾਂ ਦਿੱਲੀ ਨੂੰ ਸਜਾ ਦਿੰਦੇ ਆ ਕਿਉਂਕਿ ਉਧਰ ਪੰਜਾਬ ਹੁੰਦਾ ਰਿਹਾ ਉਹਨਾਂ ਨੇ ਵੀ ਉਹ ਆਪਣੇ ਪੱਤਰ ਵਾਲਾ ਪਾਣੀ ਪੀਤਾ ਲਾ ਜਾ ਆਪਣੇ ਉਹਨਾਂ ਖੂਹਾਂ ਦੇ ਉੱਪਰ ਉਹ ਵੀ ਇੱਕ ਜਗ੍ਹਾ ਦੇ ਛੋੜੇ ਨੇ ਉਹ ਨਾਲ ਹੀ ਰਹੇ ਆਪਣੇ ਜੀ ਇਸ ਕਰਕੇ ਜਿਹੜੀ ਖਤਰ ਸਰਕਾਰ ਆ ਇਹ ਮੋਦੀ ਦੀ ਸਰਕਾਰ ਆ ਜਿਵੇਂ ਦੇ ਜੋ ਨਾਲ ਅਸੀਂ ਲਾ ਰਹੇ ਉਹ ਕਾਇਦੇ ਤੋਂ ਤੋਂ ਗਿਆ ਪਾਰਟੀ ਦੇ ਕਿਉਂਕਿ ਜਦੋਂ ਸਰਕਾਰਾਂ ਮਤਲਬ ਬੜੀ ਹੋ ਗਈ ਨਾ ਤਾਂ ਕਰੇ ਤਾਂ ਉਹ ਇਹਨਾਂ ਦਾ ਕੋਈ ਇੱਕ ਗੱਲ ਕਰਨੀ ਬਹੁਤ ਬੁਰਾ ਹੋ ਰਿਹਾ ਹੈ। ਮੌਕਾ ਲਾ ਰਹੇ ਨੇ ਪਰ ਇੱਕ ਆਪਣੇ ਕੋਈ ਗਿਆ ਇਹ ਪਲੱਸਟਰ ਉਹਨਾਂ ਦੇ ਜਿੰਨਾ ਉਹ ਉੱਕੜ ਕੇ ਦੂਰ ਕਰਦੇ ਉਹ ਵੀ ਤਿਆਰੀ ਨੇ ਹੱਥ ਦੀ ਜਾਂਦੀ ਆ ਇਹ ਪੂਰਾ ਇਹਦਾ ਬਾਪੂ ਲੋਕਾਂ ਕਰ ਰਿਹਾ ਨਾ ਉਹ ਕਿਸਾਨਾਂ ਦਾ ਬਹੁਤ ਮੋਟਾ ਸਮੇਂ ਕਰ ਜਾਂਦੇ ਔਰ ਇਹ ਕਾਫੀ ਦਾ ਇੱਕੋ ਵਾਧੇ ਵਿੱਚ ਆਵਾਜ਼ ਦੇ ਜਾਂਦੀਆਂ ਇਹ ਜਿੱਥੇ ਬਾਕਾ ਦੇ ਕੋਈ ਗਲਤੀ ਨਾ ਹੋਵੇ ਇਹਨਾਂ ਦਾ ਸੁੱਖਿਆ ਹੋਇਆ ਇੰਨੀ ਇਕਤਾ ਕਿਤੇ ਨਹੀਂ ਤਾਂ ਹੋਇਆ। ਜੀ ਜੀ ਬਹੁਤ ਮਿਹਰਬਾਨੀ ਜੀ ਤੁਹਾਡੇ ਵਿਚਾਰਾਂ ਦੇ ਵਾਸਤੇ ਤੇ ਅਸੀਂ ਫਿਰ ਕਿਸੇ ਹੋਰ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਰਾਬਤਾ ਬਣਾਵਾਂਗੇ। ਬਹੁਤ ਮਿਹਰਬਾਨੀ ਜੀ। ਬਹੁਤ ਸ਼ੁਕਰੀਆ ਮੁੰਡੇ ਜੀ ਉਹਨਾਂ ਤੁਸੀਂ ਕਿਤੇ ਪੋਜੀਸ਼ਨ ਸੈਟਲਮੈਂਟ ਸਾਹਿਬ ਦੇ ਨਾਲ ਦੋਵੇਂ ਕੰਪਨੀ ਕਰਨ ਜਾਂਦੇ ਹੋ ਉਹ ਦੇਖੋ ਆਪਣਾ ਕਾਰਜ ਨੇ ਜੇਕਰ ਅਸੀਂ ਅੱਜ ਉੱਥੇ ਹੋਵੇ ਤਾਂ ਆਪਾਂ ਵੀ ਕਿਤੇ ਨਾ ਕਿਤੇ ਉਹਦੇ ਦੇ ਨਾਲ ਕੋਈ ਰਹਿਣਾ ਸੀਗਾ ਉੱਥੇ ਵੀ ਆਪਣਾ ਆਰਥਿਕ ਤੌਰ ਤੇ ਰੂਹਾਂ ਦੇ ਤੌਰ ਤੇ ਉਹਨਾਂ ਰੂਹਾਂ ਤੇ ਦਰਸ਼ਨ ਕਰ ਰਹੇ ਹੈਗੇ ਉਹਦੇ ਨਾਲ ਜੁੜੇ ਹੋਏ ਆ ਔਰ ਮੈਂ ਬਹੁਤ ਸ਼ੁਕਰੀਆ ਕਿਤੇ ਵੀ ਹੈਗੀ ਮੇਰੀ ਤੁਸੀਂ ਆਪਾਂ ਜਦੋਂ ਪੜ੍ਹਦੇ ਹੋ ਔਰ ਕਿਸਾਨ ਇੱਕ ਤਰ੍ਹਾਂ ਜਿੰਦਾਬਾਦ ਜੀ ਅਧਿਕਾਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜਿੱਦਾਂ ਇਹਨਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਵੀ ਅੱਗੇ ਸੰਘਰਸ਼ ਕਿੱਦਾਂ ਜਾਊਗਾ ਔਰ ਬਹੁਤ ਸਾਰੀਆਂ ਚਿੰਤਾਵਾਂ ਹੈਗੀਆਂ ਨੇ। ਕੱਲ ਵੀ ਇੱਕ ਥਾਂ ਦੇ ਉੱਪਰ ਮੀਡੀਆ ਦੀ ਮੈਂ ਇਸ ਗੱਲੋਂ ਤਾਰੀਫ ਕਰੂੰਗਾ। ਇੱਕ ਹੁਣ ਪੱਤਰਕਾਰ ਕੈਮਰਾ ਤੇ ਉਹ ਲੈ ਕੇ ਜਾ ਰਹੇ ਨੇਗੇ, ਉਹ ਜਗ੍ਹਾ ਤੇ ਸਾਰਿਆਂ ਨਾਲ ਗੱਲਬਾਤ ਕਰ ਰਹੇ ਨੇ। ਇੱਕ ਉਹਨਾਂ ਦੇ ਵਿੱਚ ਸ਼ਖਸ ਆ ਕੇ ਆਪਣੀ ਛਾਤੀ ਤੇ ਇਹ ਭੁੱਲ ਜਾਓ ਕਿ ਇਹ ਸੰਘਰਸ਼ ਕਿਸਾਨਾਂ ਤੇ ਮਜ਼ਦੂਰਾਂ ਤੇ ਸਰਕਾਰ ਦਾ ਗਾ, ਇਹ ਸੰਘਰਸ਼ ਸਿੱਖਾਂ ਤੇ ਹਿੰਦੂਆਂ ਦਾ। ਸੋ ਮਤਲਬ ਉਹ ਜਿਹੜਾ ਕਮੈਂਟ ਸੀਗਾ ਉਹ ਆਪਣੇ ਆਪ ਦੇ ਵਿੱਚ ਇਸ ਨੂੰ ਦੋ ਧੜੇ ਕਰ ਰਿਹਾ ਸੀਗਾ, ਦੋ ਗਰੁੱਪਾਂ ਦੇ ਵਿੱਚ ਵੰਡ ਰਿਹਾ ਸੀ, ਇੱਕ ਏਕਤਾ ਨੂੰ ਭੰਗ ਕਰ ਰਿਹਾ ਸੀ। ਇਸੇ ਤਰ੍ਹਾਂ ਹੀ ਇਹ ਜਦੋਂ ਮੈਂ ਗੱਲ ਕਰ ਰਹੇ ਸੀ ਵਿਕਰਮ ਜੀ, ਉਦੋਂ ਮੇਰੇ ਦਿਮਾਗ ਦੇ ਵਿੱਚ ਗੱਲ ਆਈ, ਖਿਆਲ ਆਇਆ ਕਿ ਪੰਜਾਬ ਸਾਡਾ ਐਡਾ ਵੱਡਾ ਸੀਗਾ,
ਉਹ ਜਦੋਂ ਗੋਰੇ ਇੱਥੇ ਆਏ, ਜਦੋਂ ਬ੍ਰਿਟਿਸ਼ ਇੱਥੇ ਆਏ, ਜਦੋਂ ਉਹ ਜਾਣ ਲੱਗੇ ਤਾਂ ਉਦੋਂ ਉਹਨਾਂ ਨੇ ਸੋਚਿਆ ਕਿ ਜੇ ਪੰਜਾਬ ਸਾਰਾ ਇਕੱਠਾ ਰਹਿ ਗਿਆ ਤਾਂ ਇਹ ਇੱਕ ਜੁੱਟਤਾ ਦੇ ਨਾਲ ਇਹ ਤਾਂ ਪੂਰੀ ਦੁਨੀਆ ਤੇ ਰਾਜ ਕਰਨਗੇ, ਕਿ ਕਿਉਂ ਨਾ ਇਹਨਾਂ ਨੂੰ ਵੰਡਿਆ ਜਾਵੇ। ਪਹਿਲਾਂ ਉਹਨਾਂ ਨੇ ਜਿਹੜੀ ਕਲਮ ਚਲਾਈ, ਪੰਜਾਬ ਦੇ 2 ਹਿੱਸੇ ਉੱਥੇ ਕੀਤੇ। ਫਿਰ ਅੱਧਾ ਹਿੱਸਾ ਵੀ ਕਹਿੰਦੇ ਨਹੀਂ ਹੁੰਦੇ, ਜਦੋਂ ਛਿਪਕਲੀ ਹੁੰਦੀ ਹੈ ਨਾ, ਉਹਦੀ ਪੂਛ ਵੀ ਤੜਫਦੀ ਰਹਿੰਦੀ ਆ, ਉਹ 'ਚ ਵੀ ਜਾਨ ਹੁੰਦੀ ਹੈਗੀ ਉਸ ਦੇ ਵਿੱਚ। ਤਾਂ ਉਹਨਾਂ ਨੇ ਆਖਿਆ ਕਿ ਭਾਵੇਂ ਇਹ ਤੜਫ ਰਿਹਾ 47 ਦੇ ਵਾਰ ਦੇ ਨਾਲ, ਫਿਰ ਵੀ ਇਹਨਾਂ ਦੇ ਵਿੱਚ ਦਮ ਆ। ਫਿਰ ਵੀ ਉਹਨਾਂ ਨੇ ਜਾ ਕੇ ਅਗਲੇ ਦੇ ਸਾਲਾਂ ਦੇ ਵਿੱਚ ਜਿਹੜੀ ਭਾਰਤੀ ਗਵਰਨਮੈਂਟ ਆ, ਉਹਨੇ ਇਹਦੇ ਵਿੱਚੋਂ ਹਰਿਆਣਾ ਅਲੱਗ ਕੀਤਾ, ਫਿਰ ਉਹਦੇ ਵਿੱਚ ਹਿਮਾਚਲ ਅਲੱਗ ਕੀਤਾ। ਸੋ ਹੁਣ ਅੱਜ ਇੱਕ ਉਹ ਚੀਜ਼ ਇਕੱਠੇ ਹੋਣ ਦੇ ਨਾਲ ਜਿਹੜੀ ਪਾਵਰ ਪੈਦਾ ਹੁੰਦੀ ਆ ਉਸ ਸਟੇਟ ਦੇ ਵਿੱਚੋਂ, ਉਸ ਨੂੰ ਅਸੀਂ ਮਹਿਸੂਸ ਕਰ ਪਾ ਰਹੇ ਹਾਂ, ਔਰ ਉਸ ਇਕਜੁੱਟਤਾ ਨੂੰ, ਉਸ ਅਹਿਸਾਸ ਨੂੰ ਮਹਿਸੂਸ ਕਰ ਪਾ ਰਹੇ ਹਾਂ, ਉਸ ਮਿਲਾਪ ਨੂੰ ਮਹਿਸੂਸ ਕਰ ਪਾ ਰਹੇ ਹਾਂ। ਬਿਲਕੁਲ, ਬੇਸ਼ੱਕ ਇਹ ਰਾਜਨੀਤਿਕ ਤੌਰ ਤੇ ਇਕੱਠ ਨਹੀਂ ਹੋ ਸਕਦਾ, ਇਹ ਸਾਨੂੰ ਵੀ ਪਤਾ ਹੈ। ਭਾਵਨਾਤਮਕ ਤੌਰ ਤੇ ਅਸੀਂ ਜ਼ਰੂਰ ਇਕੱਠੇ ਹੋ ਸਕਦੇ ਹਾਂ, ਸਮਾਜਿਕ ਤੌਰ ਤੇ ਅਸੀਂ ਜ਼ਰੂਰ ਇਕੱਠੇ ਹੋ ਸਕਦੇ ਹਾਂ। ਰਿਸ਼ੀ ਜੀ, ਫਿਰ ਆਪਾਂ ਆਪਣੇ ਅਗਲੇ ਮਹਿਮਾਨ ਨੂੰ ਲਈਏ। ਜਦੋਂ ਤੱਕ ਮੈਂ ਡਾਇਲ ਕਰਦਾ, ਤੁਸੀਂ ਮਹਿਮਾਨ ਦੀ ਜਾਣਕਾਰੀ ਸਾਡੇ ਸਾਰੇ ਦਰਸ਼ਕਾਂ ਨੂੰ ਦਿਓ। ਜੀ ਬਿਲਕੁਲ, ਨਾਮ ਹੀ ਕਾਫੀ ਹੈ। ਬਾਈ ਗੁਰਤੇਜ ਸਿੰਘ ਹੋਰੀ ਸਮਰਾ ਸਾਹਿਬ, ਬਾਈ ਨੂੰ ਅਕਾਲੀ ਵੀਰ ਕਹਿ ਕੇ ਵੀ ਬਹੁਤ ਲੋਕ ਜਾਣਦੇ ਨੇ, ਤੇ ਬੜੀ ਉੱਘੀ ਸ਼ਖਸੀਅਤ ਹੈ ਜੀ ਮੈਲਬਰਨ ਵਿੱਚ ਮੀਡੀਆ ਦੇ ਖੇਤਰ ਦੇ ਵਿੱਚ। ਹਾਂ, ਸਭ ਤੋਂ ਜ਼ਿਆਦਾ ਇਹਨਾਂ ਦੀ ਜਿਹੜੀ ਵੱਡੀ ਪ੍ਰਾਪਤੀ ਹੈ ਕਿ ਇੱਥੇ ਜਿਹੜੇ ਫੁੱਟੀ ਦੇ ਮੈਚ ਹੋਏ ਸੀ ਤਾਂ ਪਹਿਲੇ ਵਾਰੀ ਉਹਨਾਂ ਦੇ ਵਿੱਚ ਇੱਕ ਸਰਦਾਰ ਔਰ ਪੰਜਾਬੀ ਦੇ ਵਿੱਚ ਜਿਹੜੀ ਕਮੈਂਟਰੀ ਹੋਈ ਸੀ, ਉਸ ਸਟੇਜ ਤੇ ਇਸ ਚਿਹਰੇ ਨੂੰ ਉੱਥੇ ਦੇਖ ਕੇ ਜਿਹੜੀ ਦਿਲੀ ਪੰਜਾਬੀ ਭਾਈਚਾਰੇ ਨੂੰ ਦੁਨੀਆ ਦੇ ਪੱਧਰ ਦੇ ਉੱਪਰ ਖੁਸ਼ੀ ਹੋਈ ਸੀਗੀ। ਉਹ ਬਹੁਤ ਜਿਹੜੀ ਮਤਲਬ ਫੀਲਿੰਗ ਹੈ ਅਜੀਬ ਆ, ਚੰਗੀ ਆ। ਮੈਨੂੰ ਲੱਗਦਾ ਹੈ ਉਹ ਮੈਚ ਜਾਂ ਉਹ ਵਾਲੀ ਸੀਰੀਜ਼ ਜਿਨ੍ਹਾਂ ਦੇ ਵਿੱਚ ਪੰਜਾਬੀ ਚ ਕਮੈਂਟਰੀ ਹੋਈ ਸੀ, ਆਪਣੇ ਭਾਈਚਾਰੇ ਦੁਆਰਾ ਸਭ ਤੋਂ ਜ਼ਿਆਦਾ ਵੇਖੀ ਗਈ ਸੀ। ਬਿਲਕੁਲ। ਔਰ ਦੂਸਰੀ ਗੱਲ ਗੁਰਤੇਜ ਜੀ ਬਾਰੇ ਹੋਰ ਜੇ ਮੈਂ ਐਡ ਕਰਨਾ ਚਾਹਾਂ ਕਿ ਇਹ ਬਹੁਤ ਸੰਜੀਦਗੀ ਦੇ ਨਾਲ ਹਰ ਇੱਕ ਮੁੱਦੇ ਨੂੰ ਦੇਖਦੇ ਨੇ। ਅੱਜ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਣ ਦਾ, ਮਹਿਮਾਨ ਬਣਾਉਣ ਦਾ ਸਭ ਤੋਂ ਜ਼ਿਆਦਾ ਇਹੀ ਹੈ ਕਿ ਇਹਨਾਂ ਨੇ ਜੋ ਥੋੜੀ ਸੀ ਸ਼ੁਰਲੀ ਜੀ ਮੈਂ ਥੋੜੀ ਜਿਹੀ ਫੇਸਬੁੱਕ ਤੇ ਛੱਡਣ ਦੀ ਕੋਸ਼ਿਸ਼ ਕੀਤੀ ਸੀ ਕਿ ਵੀ ਕੀ ਰਿਸਪੌਂਸ ਆ ਰਿਹਾ, ਔਰ ਉਸ ਦੇ ਵਿੱਚ ਵੱਡੀ ਗੱਲ ਇਹ ਆ ਰਿਸ਼ੀ ਜੀ ਕਿ ਜਿਨ੍ਹਾਂ ਨੇ ਉੱਤੇ ਰਿਸਪੌਂਡ ਕੀਤਾ ਉਹ ਉਹਨਾਂ ਦਾ ਇੰਟੈਲੈਕਚੁਅਲ ਲੈਵਲ ਕਿਸੇ ਨਾ ਕਿਸੇ ਸਟੈਂਡ ਕਰ ਰਿਹਾ, ਕਿ ਉਦਾਂ ਹੀ ਨਹੀਂ ਕਿ ਵੀ ਉਹ ਚਲੋ ਆਪਾਂ ਹੁੰਦਾ ਨਾ ਕਿ ਵੀ ਤੂੰ ਮੈਨੂੰ 2 ਲਾਈਕ ਕੀਤੇ ਤਾਂ ਇੱਕ ਤਾਂ ਲਾਈਕ ਕਰਨਾ ਬਣਦਾ ਹੀ ਹੈ, ਵੀ ਮਤਲਬ ਕਮੈਂਟ ਟੂ ਕਮੈਂਟ ਵੀ ਖੇਲਦੇ ਆਪਾਂ ਨਾ। ਸੋ ਉਸ ਤਰੀਕੇ ਦਾ ਨਹੀਂ ਸੀਗਾ। ਤਾਂ ਇਹਨਾਂ ਦੇ ਵੱਲੋਂ ਲਿਖਿਆ ਗਿਆ ਜਿਹੜੇ ਵਿਚਾਰ ਸੀ ਉਹਦੇ ਵਿੱਚ, ਤਾਂ ਮੈਨੂੰ ਲੱਗਿਆ ਕਿ ਕਈ ਵਾਰੀ ਨਾ ਲਿਖਣ ਦੇ ਵਿੱਚ ਉਹ ਖੁੱਲ੍ਹ ਕੇ ਗੱਲ ਨਹੀਂ ਦੱਸੀ ਜਾਂਦੀ ਕਿ ਜੋ ਅੰਦਰ ਹਾਵ ਭਾਵ ਹੁੰਦੇ ਨੇ। ਸੋ ਉਸ ਵਿਚਾਰ ਨੂੰ ਆਪਾਂ ਜ਼ਰੂਰ ਆਪਣੇ ਇਸ ਪ੍ਰੋਗਰਾਮ ਦਾ ਹਿੱਸਾ ਬਣਾਉਣਾ ਚਾਹਾਂਗੇ। ਗੁਰਤੇਜ ਜੀ, ਵੈਲਕਮ ਜੀ, ਜੀ ਆਇਆਂ ਨੂੰ। ਜੀ ਬਾਈ ਜੀ, ਬਹੁਤ ਬਹੁਤ ਧੰਨਵਾਦ ਸਾਰੀ ਭਰਾਵਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਤੇਜ ਜੀ, ਸਾਨੂੰ ਸਾਰਿਆਂ ਨੂੰ ਪਤਾ ਹੀ ਹੈ, ਗੱਲ ਨੂੰ ਰਿਪੀਟ ਕਰਨ ਦੇ ਨਾਲੋਂ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ, ਸਾਡੇ ਜਿਹੜੇ ਕਿਸਾਨ ਨੇ ਉਹ ਕਿੱਦਾਂ ਜਦੋਜਹਿਦ 'ਚ ਲੱਗੇ ਹੋਏ ਨੇ, ਅਸੀਂ ਵੀ ਉਸ ਦਾ ਹਿੱਸਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਜਿਸ ਸਵਾਲ ਦਾ ਜਵਾਬ ਅਸੀਂ ਲੱਭਣ ਦੇ ਵਿੱਚ ਲੱਗੇ ਹੋਏ ਹਾਂ ਇਸ ਪੂਰੇ ਪ੍ਰੋਗਰਾਮ ਦੇ ਵਿੱਚ, ਉਹੀ ਸਵਾਲ ਮੈਂ ਤੁਹਾਨੂੰ ਕਰੂੰਗਾ ਕਿ ਅਸੀਂ ਇੱਥੇ ਬੈਠ ਕੇ ਉਹਨਾਂ ਲੋਕਾਂ ਦੀ ਮਦਦ ਕਿਵੇਂ ਕਰ ਸਕਦੇ ਹਾਂ। ਜਿੱਦਾਂ ਤੁਸੀਂ ਥੋੜੀ ਇੰਡੀਕੇਸ਼ਨ ਦਿੱਤੀ ਸੀ ਕਿ ਪੰਜਾਬੀ ਵੀ ਕਰਨਗੇ, ਤਾਂ ਉਹਦੇ ਪਿੱਛੇ ਵੀ ਕੀ ਵਿਚਾਰ ਸੀ ਤੁਹਾਡੇ ਮਨ ਦੇ ਵਿੱਚ? ਪਲੀਜ਼ ਸਾਨੂੰ ਥੋੜਾ ਖੁੱਲ੍ਹ ਕੇ ਦੱਸੋ। ਜੀ ਬਾਈ ਜੀ, ਇਹਦਾ ਵਿਚਾਰ ਆਪਾਂ ਕਹਿੰਦੇ ਕਿ ਇਤਿਹਾਸਕ ਪੱਖ ਤੋਂ ਹੀ ਹੈ, ਇੰਜ ਨਹੀਂ ਕਿ ਆਪਾਂ ਕੋਈ ਸਿਰਫ ਮੌਜੂਦਾ ਜਾਂ ਇੱਕ ਛੋਟੀ ਘਟਨਾ ਤੋਂ ਦੇਖ ਕੇ ਆਪਾਂ ਲੈ ਲੈਗਾ ਜੀ। ਇਹਦਾ ਕਾਰਨ ਇਹ ਸਪਸ਼ਟ ਹੈ ਕਿ ਜਿਹੜਾ ਇਹ ਇੰਡੀਅਨ ਸਬ ਕੰਟੀਨੈਂਟ ਆ, ਇਹਦੇ ਵਿੱਚ ਬਾਕੀ ਜਿਹੜੇ ਖਿੱਤੇ ਨੇ ਉਹਨਾਂ ਦੇ ਲਈ ਖੇਤੀ ਆ ਉਹ ਆਰਥਿਕਤਾ ਦਾ ਸਾਧਨ ਹੋ ਸਕਦੀ ਹੈ, ਪਰ ਜਿਹੜਾ ਪੰਜਾਬ ਆ ਇਹਦੇ ਲਈ ਖੇਤੀ ਵਿਰਾਸਤ ਆ, ਨਾ ਕਿ ਆਰਥਿਕਤਾ ਦਾ ਸਾਧਨ ਆ। ਖੇਤੀ ਸਾਡੀ ਸ਼ਖਸੀਅਤ ਨਾਲ ਜੁੜੀ ਹੋਈ ਆ। ਗੁਰੂ ਨਾਨਕ ਸਾਹਿਬ ਨੇ ਆਪਣੇ ਅਖੀਰਲੇ ਸਮੇਂ ਖੇਤੀ ਹੀ ਕਿਉਂ ਚੁਣੀ? ਉਸ ਤੋਂ ਪਹਿਲਾਂ ਵੀ ਗੁਰੂ ਸਾਹਿਬ ਨੇ ਜੌਬ ਵੀ ਕੀਤੀ ਸੀ ਇੱਕ ਮੋਦੀਖਾਨੇ ਦੇ ਵਿੱਚ। ਅਖੀਰਲੇ ਸਮੇਂ ਦੇ ਵਿੱਚ ਖੇਤੀ ਚੁਣ ਕੇ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਕਿ ਜਿਹੜੀ ਇਹ ਖੇਤੀ ਹੈ ਸਭ ਤੋਂ ਉੱਤਮ ਕਰਮ ਇਹਨੂੰ ਮੰਨਿਆ ਗਿਆ। ਆਪਣੇ ਲੋਕ ਧਾਰਾ ਦੇ ਵਿੱਚ ਵੀ ਪਿਆ ਕਿ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਤੋ ਆਪਣੀਆਂ ਜਿਹੜੀਆਂ ਲੋਕ ਧਾਰਾਵਾਂ ਉਹ ਵੀ ਆਪਾਂ ਨੂੰ ਸਿਖਾਉਂਦੀਆਂ, ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਆਪਾਂ ਨੂੰ ਗੁਰੂ ਸਾਹਿਬਾਨ ਸਿਖਾਉਂਦੇ ਨੇ। ਇਹ ਤਾਂ ਕੋਈ ਥੋੜੀ ਪੁਰਾਤਨ ਗੱਲ ਹੈ ਜਾਂ ਆਪਾਂ ਕਹਿੰਦੇ ਫਿਲਾਸਫੀ ਤੌਰ ਦੇ ਉੱਤੇ ਗੱਲ। ਜੇ ਆਪਾਂ ਪਿਛਲੇ ਦੌਰ ਥੋੜਾ ਪਿਛਲੇ ਝਾਕ ਮਾਰ ਕੇ ਦੇਖੀਏ, ਅੰਗਰੇਜ਼ਾਂ ਦੇ ਦੌਰ ਦੇ ਵਿੱਚ ਜਾਂ 1849 ਤੋਂ ਬਾਅਦ 1849
1849 ਤੱਕ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਇੱਥੇ ਜਿਹੜੀ ਖੇਤੀ ਹੁੰਦੀ ਸੀ ਉਹ ਖੇਤੀ ਇਸ ਧਰਤ ਨੂੰ ਉਜਾੜਨ ਦੇ ਲਈ ਨਹੀਂ ਸੀ ਹੁੰਦੀ। ਉਹ ਖੇਤੀ ਇਸ ਧਰਤ ਦੇ ਉੱਤੇ ਜਿਹੜੇ ਮਨੁੱਖ ਜਿਉਂਦੇ ਸੀ ਉਹਨਾਂ ਦੇ ਭਲੇ ਲਈ ਹੁੰਦੀ ਸੀ। ਪਰ ਜਿਉਂ ਹੀ ਅੰਗਰੇਜ਼ ਇੱਥੇ ਆਉਂਦਾ 1849 ਤੋਂ ਬਾਅਦ ਦੇ ਵਿੱਚ ਉਹਨਾਂ ਨੇ ਠੀਕ ਹੈ ਕੁਝ ਨਹਿਰਾਂ ਬਣਾਈਆਂ, ਇਰੀਗੇਸ਼ਨ ਜਿਹੜੀ ਅਸ਼ੋਰਡ ਇਰੀਗੇਸ਼ਨ ਆਪਾਂ ਕਹਿੰਦੇ ਕਿ ਨਹਿਰਾਂ ਦਾ ਪੱਕਾ ਪ੍ਰਬੰਧ ਉਹਨਾਂ ਨੇ ਦਿੱਤਾ। ਪਰ ਉਹਨਾਂ ਨੇ ਜਿਹੜੀ ਆਪਣਾ ਧਰਤੀ ਦੇ ਨਾਲ ਮਾਂ ਵਾਲਾ ਰਿਸ਼ਤਾ ਸੀ, ਜੋ ਮਾਤਾ ਧਰਤ ਮਹੱਤਵ ਆਪਾਂ ਪੜ੍ਹਦੇ ਹਾਂ, ਉਸ ਨੂੰ ਉਹਨਾਂ ਨੇ ਆਪਣਾ ਜਿਹੜਾ ਕਲੋਨੀਅਲ ਸਿਸਟਮ ਸੀ ਉਹਦੇ ਤਹਿਤ ਤੋੜ ਦਿੱਤਾ। ਉਹਦਾ ਰੀਜਨ ਇਹੀ ਸੀ ਕਿਉਂਕਿ ਇੰਗਲੈਂਡ ਦਾ ਇੱਕ ਕਾਫੀ ਵੱਡਾ ਫਿਲਾਸਫਰ ਹੋਇਆ, ਉਹਦਾ ਨਾਮ ਭੁੱਲ ਗਿਆ, ਉਹਨੇ ਜਿਹੜਾ ਥਾਟ ਪ੍ਰੋਸੈਸ ਦਿੱਤਾ ਹੋਇਆ ਇਸ ਵੈਸਟਰਨ ਸੁਸਾਇਟੀ ਨੂੰ, ਉਹਨੇ ਦਿੱਤਾ ਹੋਇਆ ਕਿ ਇਸ ਕੁਦਰਤ ਨੂੰ ਵੱਧ ਤੋਂ ਵੱਧ ਨਿਚੋੜੋ ਤੇ ਇਹਨੂੰ ਆਪਣੀ ਸੇਵਾ ਦੇ ਵਿੱਚ ਹਾਜ਼ਰ ਕਰੋ ਕਿ ਇਹਨੂੰ ਆਪਣੀ ਸੇਵਾ ਦੇ ਵਿੱਚ ਵੱਧ ਤੋਂ ਵੱਧ ਲੈ ਕੇ ਆਓ। ਪਰ ਜਿਹੜਾ ਸਾਡਾ ਥਾਟ ਪ੍ਰੋਸੈਸ ਹੈ ਉਹ ਇਹ ਹੈ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਕਿ ਅਸੀਂ ਧਰਤੀ ਦੇ ਨਾਲ ਮਾਂ ਵਾਲਾ ਰਿਸ਼ਤਾ ਰੱਖਣਾਗਾ। ਉਹ ਮਾਂ ਫਿਰ ਸੇਵਾ ਵੀ ਕਰਦੀ ਹੈ ਤੁਹਾਡੀ ਉਨੀ, ਤੇ ਤੁਹਾਨੂੰ ਜ਼ਿੰਦਗੀ ਬਸਰ ਦੀਆਂ ਚੀਜ਼ਾਂ ਵੀ ਦਿੰਦੀ ਹੈ। ਸੋ ਸਾਡੇ ਕੋਲ 1849 ਤੱਕ ਹੋਈ ਸੀ, ਪਰ ਜਿਹੜੀ ਅੰਗਰੇਜ਼ ਸਰਕਾਰ ਆਈ ਉਹਨੇ ਇੱਥੇ ਬਦਲ ਦਿੱਤਾ ਜਿਹੜਾ ਨਜ਼ਰੀਆ ਦਾ। ਉਸ ਬਦਲੇ ਨਜ਼ਰੀਏ ਦੇ ਵਿੱਚ ਵੀ ਫਿਰ ਵੀ ਕਾਫੀ ਹੱਦ ਤੱਕ ਜਿਹੜੀ ਸਾਡੀ ਜਿਹੜੀ ਪੁਰਾਤਨ ਖੇਤੀ ਆ ਉਹ ਜਿਉਂਦੀ ਰਹੀ। ਆਪਾਂ ਕਹੀਏ ਕਿ 1960 ਤੱਕ 1960 ਤੱਕ ਮੈਂ ਤਾਂ ਕਹਿ ਰਿਹਾ ਕਿਉਂਕਿ ਜਦੋਂ ਅਸੀਂ 1938 ਦੇ ਵਿੱਚ ਦੇਖਦੇ ਹਾਂ ਉਸ ਵਕਤ ਛੋਟੂ ਰਾਮ ਹੋਏ ਨੇ ਇੱਕ ਹਰਿਆਣੇ, ਉਹ ਪੰਜਾਬ ਦੀ ਸਰਕਾਰ ਦੇ ਵਿੱਚ 1938 ਦੇ ਵਿੱਚ, ਜੇਕਰ ਮੈਂ ਗਲਤ ਨਾ ਹੋਵਾਂ ਤੇ ਖੇਤੀਬਾੜੀ ਮੰਤਰੀ ਸੀ ਉਦੋਂ, ਹਿਜਰ ਖਿਆਲ ਟਵਾਣਾ ਜਿਹੜੇ ਸੀਗੇ ਉਹ ਪ੍ਰਧਾਨ ਮੰਤਰੀ ਸੀਗੇ ਪੰਜਾਬ ਦੇ ਕਲੋਨੀਅਲ ਇਸ ਖਿੱਤੇ ਦੇ ਵਿੱਚ। ਤੇ ਉਹਨਾਂ ਨੇ ਮੰਡੀ ਇੱਥੇ ਸ਼ੁਰੂ ਕਰਵਾਈ ਕਿਉਂਕਿ ਪੰਜਾਬ ਦੀ ਜਿਹੜੀ ਸਾਰੀ ਇਕਨੋਮੀ ਸੀ ਉਹ ਖੇਤੀ ਬੇਸਡ ਹੀ ਸੀਗੀ। ਉਹਨਾਂ ਨੇ ਇੱਥੇ ਮੰਡੀ ਸ਼ੁਰੂ ਕਰਵਾਈ, ਕਾਫੀ ਖੇਤੀ ਰਿਫਾਰਮਸ ਕੀਤੇ ਉਹਨਾਂ ਨੇ, ਸਰਕਾਰ ਦੇ ਵਿੱਚ ਹੁੰਦੇ ਹੋਏ ਵੀ ਥੋੜੀ ਬਹੁਤ ਟਾਕਰਾ ਵੀ ਲਿਆ। ਇਸੇ ਹੀ ਕਾਰਨ ਉੱਥੇ ਜਿਹੜੀ ਸਰਕਾਰ ਦੂਜਿਆਂ ਸੂਬਿਆਂ ਦੇ ਵਿੱਚ ਚੁਣੀ ਜਾ ਰਹੀ ਸੀ, ਇੰਡੀਅਨ ਸਬ ਕੰਟੀਨੈਂਟ ਦੇ ਹੋਰ ਖੇਤਿਆਂ ਦੇ ਵਿੱਚ, ਉਹ ਧਰਮ ਦੇ ਬੇਸ ਦੇ ਉੱਤੇ ਚੁਣੀ ਜਾ ਰਹੀ ਸੀ। ਕਿ ਕਿੱਧਰ ਮੁਸਲਿਮ ਲੀਗ ਦੀ ਵੋਟ ਜ਼ਿਆਦੇ ਆ, ਕਿੱਧਰ ਹਿੰਦੂ ਕਾਂਗਰਸ ਦੀ ਵੋਟ ਜ਼ਿਆਦੇ ਆ। ਪਰ ਪੰਜਾਬ ਦੇ ਵਿੱਚ ਉਸ ਵਕਤ ਜਿਹੜੀ ਇਹ ਯੂਨੀਅਨਿਸਟ ਪਾਰਟੀ ਸੀਗੀ, ਹਿਜਰ ਖਿਆਲ ਟਵਾਣਾ ਹੋਰਾਂ ਦੀ ਤੇ ਸਰ ਛੋਟੂ ਰਾਮ ਹੋਰਾਂ ਦੀ, ਇਹਨਾਂ ਦੀ ਸਪੋਰਟ ਉਸ ਵਕਤ ਇੱਕ ਖਾਲਸਾ ਪਾਰਟੀ ਹੁੰਦੀ ਸੀ, ਉਹਨਾਂ ਨੇ ਕੁਝ ਸੀਟਾਂ ਦੇ ਕੇ ਕੀਤੀ। ਫਿਰ ਉਹਨਾਂ ਦੀ ਸਰਕਾਰ ਫੇਰ ਬਣੀ। ਇਹਨਾਂ ਨੇ ਜਿਹੜਾ ਰਿਫਾਰਮਸ ਲਿਆਂਦਾ, ਮੰਡੀ ਵਾਲਾ ਰਿਫਾਰਮ, ਉਹ ਬਹੁਤ ਸ਼ਾਨਦਾਰ ਸੀ। ਜਿਹੜਾ ਮੰਡੀਕਰਨ ਬਹੁਤ ਸੋਹਣਾ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ। ਇਸੇ ਲਈ ਸਰ ਛੋਟੂ ਰਾਮ ਨੂੰ ਕਿਸਾਨਾਂ ਦਾ ਕਾਫੀ ਵੱਡਾ ਨੇਤਾ ਕਰਕੇ ਅੱਜ ਵੀ ਜਿਹੜੇ ਪੰਜਾਬ ਦੇ ਪੁਰਾਤਨ ਨੇ ਜਾਂ ਹਰਿਆਣੇ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਜਦੋਂ ਕੋਈ ਕਿਸਾਨੀ ਦੀ ਗੱਲ ਚੱਲਦੀ ਹੈ ਤਾਂ ਸਰ ਛੋਟੂ ਰਾਮ ਦਾ ਨਾਮ ਪੰਜਾਬ ਦੇ ਵਿੱਚ ਸੁੱਤੇ ਸਿੱਧ ਆ ਜਾਂਦਾ। ਉਹ ਉਹਨੇ ਹਰਿਆਣੇ ਦੇ ਵਾਸੀ ਸੀ, ਭਾਵੇਂ ਉਦੋਂ ਹਰਿਆਣਾ ਬਣਿਆ ਸੀ ਪਰ ਉੱਧਰੋਂ ਉਹ ਬਿਲੋਂਗ ਕਰਦੇ ਸੀ। ਸੋ ਇਹੀ ਗੱਲ ਹੈ ਕਿ ਸਾਡੀ ਜਿਹੜੀ ਖੇਤੀ ਦੀ ਰਾਜਨੀਤੀ ਵੀ ਕਹਿ ਲਈਏ ਜਾਂ ਜਿਹੜੀ ਸਾਡੀ ਵਿਰਾਸਤ ਆ, ਇਹ ਬਾਕੀ ਸਟੇਟਾਂ ਨੂੰ ਬੜੀ ਵੱਖਰੀ ਤੁਰੀ ਆਉਂਦੀ ਆ। 1960 ਦੇ ਵਿੱਚ ਜਦੋਂ ਚੁਣਿਆ ਗਿਆ, ਜਦੋਂ ਵੈਸਟਰਨ ਸੁਸਾਇਟੀ ਨੇ ਆਪਣੇ ਜਿਹੜੇ ਏਜੰਡੇ ਸੀ ਉਹ ਇੰਡੀਆ ਦੇ ਵਿੱਚ ਪ੍ਰੋਡਿਊਸ ਕਰਨੇ ਸੀ, ਜਦੋਂ ਉਹਨਾਂ ਨੇ ਪੈਸਟੀਸਾਈਡ ਪ੍ਰੋਡਿਊਸ ਕਰਨੇ ਸੀ ਅਮਰੀਕਾ ਦੀਆਂ ਕੰਪਨੀਆਂ ਨੇ, ਉਦੋਂ ਵੀ ਸਿਰਫ ਪੰਜਾਬ ਨੂੰ ਹੀ ਚੁਣਿਆ ਗਿਆ ਕਿ ਇੱਥੇ ਵੱਧ ਤੋਂ ਵੱਧ ਪ੍ਰੋਵਾਈਡ ਕੀਤਾ ਜਾਵੇ, ਕਿਉਂਕਿ ਪੰਜਾਬ ਦਾ ਇਰੀਗੇਸ਼ਨ ਸਿਸਟਮ ਆ, ਜਿਹੜਾ ਨਹਿਰੀ ਸਿਸਟਮ ਆ, ਉਹ ਜਾਂ ਪਾਣੀ ਸਿੰਜਾਈ ਦਾ ਜਿਹੜਾ ਸਿਸਟਮ ਆ, ਉਹ ਪੂਰੇ ਏਸ਼ੀਆ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ ਕਿ ਜਿਹੜੀ ਜ਼ਮੀਨ ਆ ਉਹ ਸਾਰੀ ਜ਼ਮੀਨ ਉਪਜਾਊ ਆ, ਤੇ ਸਾਰੀ ਨੂੰ ਅਸ਼ੋਰਡ ਇਰੀਗੇਸ਼ਨ ਵਾਕੀ ਪੱਕਾ ਉਹਦਾ ਸਿੰਜਾਈ ਪ੍ਰਬੰਧ ਆ। ਸੋ ਉਹ ਉਸ ਕਰਕੇ ਪੰਜਾਬ ਚੁਣਿਆ ਗਿਆ। ਉਹਦੇ ਪਿੱਛੇ ਉਹਨਾਂ ਦੀਆਂ ਸੋਚਾਂ ਹੋਰ ਖੜੀਆਂ ਸੀ ਕਿ ਐਕਸਪਲੋਇਟ ਵੀ ਕੀਤਾ ਜਾਊਗਾ ਪੰਜਾਬ ਨੂੰ ਅੱਗੇ ਜਾ ਕੇ, ਜੋ ਕਿ ਅੱਜ ਆਪਾਂ ਦੇਖ ਹੀ ਰਹੇ ਹਾਂ। ਬਾਕੀ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਇਆ। ਪੰਜਾਬ ਨੇ ਉਸ ਦੇ ਦੌਰਾਨ ਜਿਹੜਾ ਇਹਨੂੰ ਹਰੀ ਕ੍ਰਾਂਤੀ ਦਾ ਉਹ ਨਾਂ ਦਿੰਦੇ ਆ, ਜਿਹੜੀ ਆਪਣੀ ਰਵਾਇਤੀ ਖੇਤੀ ਸੀਗੀ ਉਹ ਛੱਡਤੀ ਤੇ ਪੰਜਾਬ ਇੱਕ ਮਟੀਰੀਅਲਿਸਟਿਕ ਯੁੱਗ ਦੇ ਵਿੱਚ ਉਸ ਤੋਂ ਬਾਅਦ ਐਂਟਰ ਕਰ ਗਏ 1960 ਦੇ ਬਾਅਦ ਦੇ ਵਿੱਚ। ਉਦੋਂ ਇਹਨਾਂ ਨੂੰ ਲੋੜ ਸੀ ਕਿਉਂਕਿ ਫੂਡ ਸਿਕਿਉਰਿਟੀ ਚਾਹੀਦੀ ਸੀ ਇੰਡੀਆ ਨੂੰ। ਇਹਨਾਂ ਨੇ ਫੂਡ ਸਿਕਿਉਰਿਟੀ ਬਿੱਲ ਜਿਹੜੇ ਲਿਆਂਦੇ 1972 ਦੇ ਵਿੱਚ ਜਾ ਕੇ ਉਹ ਪਾਸ ਹੁੰਦੇ ਆ, ਤੇ ਉਦੋਂ ਇਹਨਾਂ ਨੇ ਇੱਕ ਕਿਹਾ ਕਿ ਤੁਸੀਂ ਜਿਹੜੀ ਫਸਲੀ ਵਿਭਿੰਨਤਾ ਛੱਡੋ, ਤੁਸੀਂ
ਤੁਸੀਂ ਸਿਰਫ ਤੇ ਸਿਰਫ ਕਣਕ ਤੇ ਚੌਲ ਬੀਜੋ, ਕਿਉਂਕਿ ਸਾਡੇ ਸਾਰੇ ਹਿੰਦੁਸਤਾਨ ਨੂੰ ਇਹ ਚਾਹੀਦੇ ਨੇ। ਪੰਜਾਬ ਦਾ ਚੌਲ ਮਸਾ ਖੀਰ ਖਾਂਦੇ ਹਾਂ ਆਪਾਂ ਇਕੱਲਾ 10ਵੀਂ ਦਿਨ ਮਹੀਨੇ ਦੇ ਵਿੱਚ ਇੱਕ ਦਿਨ, ਤੇ ਪੰਜਾਬ ਸਾਰੀਆਂ ਫਸਲਾਂ ਬੀਜਦਾ ਸੀਗਾ, ਉਹਦੇ ਵਿੱਚ ਦਾਲਾਂ ਵੀ ਬੀਜਦਾ ਸੀ, ਮੱਕੀ ਵੀ ਬੀਜਦਾ ਸੀ, ਜੌਂ ਬਾਜਰਾ ਸਾਰਾ ਕੁਝ ਬੀਜਦਾ ਸੀਗਾ। ਪਰ ਉਹ ਉਹਨਾਂ ਨੇ ਕਰਵਾ ਕੇ ਉਹਨਾਂ ਨੇ ਇੱਕ ਸ਼ੋਅ ਕਹਿੰਦਾ ਕਿ ਅਸੀਂ ਤੁਹਾਡਾ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਉਹ ਸ਼ੋਰ ਕਰਦੇ ਆ। ਕਾਨੂੰਨ ਨਹੀਂ ਬਣਾਇਆ ਉਹਨਾਂ ਨੇ ਕਹਿੰਦਾ ਕਿ ਅਸੀਂ ਤੁਹਾਨੂੰ ਦਿੰਨੇ ਆ ਇਹ ਤੇ ਤੁਸੀਂ ਬੀਜੋ। ਪੰਜਾਬ ਦੇ ਜਿਹੜੇ ਉਸ ਵਕਤ ਆਪਾਂ ਕਹਿੰਦੇ ਕਿ ਲੋਕ ਵਿਸ਼ਵਾਸ ਕਰਕੇ ਉਹਨਾਂ ਦੇ ਉੱਤੇ ਤੇ ਉਹਨਾਂ ਨੇ ਬੀਜਣਾ ਸ਼ੁਰੂ ਕਰਤਾ, ਪਾਣੀ ਲਾਉਣੇ ਸ਼ੁਰੂ ਕਰਤੇ, ਪਾਣੀ ਥੱਲੇ ਕੱਢਣੇ ਸ਼ੁਰੂ ਕਰਤੇ, ਤੇ ਪੰਜਾਬ ਨੇ ਜਿਹੜੀ ਇੰਡੀਆ ਦੀ ਜਿਹੜੀ ਫੂਡ ਸਿਕਿਉਰਿਟੀ ਆ ਉਹਨੂੰ ਬਾਕੀ ਇੱਕ ਨਿਰਭਰ ਬਣਾਤਾ ਉਹਨਾਂ ਨੇ। ਬਾਅਦ ਦੇ ਵਿੱਚ 1972 ਦੇ ਵਿੱਚ ਜੇਕਰ ਮੈਂ ਗਲਤ ਨਾ ਹੋਵਾਂ ਤੇ ਜਾ ਕੇ ਜੂਨੀਅਰ ਮੰਡੀ ਆਇਆ, ਉਦੋਂ ਇਹਨਾਂ ਨੇ ਰੰਗ ਦਿਖਾਉਣੇ ਸ਼ੁਰੂ ਕਰਤੇ ਇੰਡੀਅਨ ਸਟੇਟ ਨੇ ਕਿ ਰੇਟ ਤੋਂ ਭੱਜਣਾ ਇਹਨਾਂ ਨੇ ਸ਼ੁਰੂ ਕਰਤਾ। ਉਦੋਂ ਤੋਂ ਯੂਨੀਅਨ ਆ ਜਿਹੜੀ ਉਹ ਰੇਟ ਵੱਧ ਦਿਓ ਸਾਨੂੰ, MSP ਪਿੱਛੇ ਲੜਦੀ ਆ 50 ਰੁਪਏ ਹਮੇਸ਼ਾ ਵਧਾ ਲਿਆਉਂਦੀ ਆ, ਫੇਰ ਲੜਦੀ ਆ ਹਰੇਕ ਸਾਲ ਫੇਰ ਵਧਾ ਲਿਆਉਂਦੀ ਆ। ਇਹ ਪ੍ਰੋਸੈਸ ਚੱਲਦਾ ਆ ਰਿਹਾ ਗਾ। ਉਹ ਹੁਣ ਇੰਨਾ ਨਿਵਾਨ ਦੇ ਵੱਲ ਆ ਗਿਆ ਸੀ ਕਿ ਯੂਨੀਅਨ MSP ਦੇ ਰੇਟ ਵਧਾਉਣ ਤੋਂ ਲੜਦੀ ਕਿਸਾਨ MSP ਦਾ ਰੇਟ ਵਧਾਉਣਾ ਮਤਲਬ ਕਿ ਕਿਸਾਨ ਨੂੰ ਖੁਸ਼ਹਾਲ ਕਰਨਾ, ਉਹਨੂੰ ਖੁਸ਼ਹਾਲ। ਉਹ ਖੁਸ਼ਹਾਲੀ ਤੋਂ ਲੈ ਕੇ ਹੁਣ ਗੱਲ ਇੱਥੇ ਤੱਕ ਆ ਗਈ ਸੀ ਕਿ ਯੂਨੀਅਨ ਚਾਹੁੰਦੀ ਸੀ ਕਿ ਕਿਸਾਨ ਦੇ ਸਾਹ ਚੱਲਦੇ ਰਹਿਣ। ਮੇਰਾ ਕਹਿਣ ਦਾ ਭਾਵ ਹੈ ਕਿ ਉਹ ਕਹਿੰਦੇ ਕਿਸਾਨ ਖੁਦਕੁਸ਼ੀ ਕਿਉਂ ਕਰ ਰਹੇ, ਇਹ ਗੱਲ ਦੇ ਉੱਤੇ ਗੱਲ ਆ ਕੇ ਨਿਬੜ ਗਈ। ਭਾਵ ਕਿ ਜਿਹੜਾ ਇਹ ਸਾਰਾ ਪ੍ਰਬੰਧ ਸੀ ਜਾਂ ਯੂਨੀਅਨਾਂ ਦੇ ਵੱਲੋਂ ਵੀ ਜਿਹੜਾ ਸਟਰਗਲ ਸੀ ਉਹਨਾਂ ਦੀ, ਉਹ ਕਿਸੇ ਐਡੇ ਵੱਡੇ ਨੁਕਤੇ ਨੂੰ ਸਾਹਮਣੇ ਰੱਖ ਕੇ ਨਹੀਂ ਸੀ ਜਿਸ ਦੇ ਨਾਲ ਉਹਨਾਂ ਦੀ ਸੰਗੀ ਦੇ ਵਿੱਚ ਸਿੱਧੇ ਪੰਜਾਬੀ ਵਿੱਚ ਕਿਹਾ ਕਿ ਅੰਗੂਠਾ ਦਿੱਤਾ ਜਾ ਸਕੇ ਸੈਂਟਰ ਸਰਕਾਰ ਦੀ। ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਸੀ ਉਹਦੇ ਵਿੱਚ ਕਈ ਚੀਜ਼ਾਂ ਅਜਿਹੀਆਂ ਸੀਗੀਆਂ ਜਿਸ ਦੇ ਨਾਲ ਜਿਹੜੀ ਕੇਂਦਰੀ ਸਰਕਾਰ ਸੀ ਉਹਨੂੰ ਕਾਬੂ ਕੀਤਾ ਜਾ ਸਕਦਾ ਸੀ, ਘੱਟੋ ਘੱਟ ਇਸ ਆਰਥਿਕ ਪੱਧਰ ਦੇ ਉੱਤੇ। ਅਕਾਲੀ ਦਲ ਨੇ 1984 ਤੋਂ ਬਾਅਦ ਦੇ ਵਿੱਚ ਕਿਹਾ ਕਿ ਠੀਕ ਹੈ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਦਿੰਦੇ ਸਾਨੂੰ ਸਾਰੀਆਂ ਇਹ ਚੀਜ਼ਾਂ, ਤੇ ਇਹਨਾਂ ਨੇ ਲੁਧਿਆਣੇ ਦੇ ਵਿੱਚ ਇੱਕ ਵੱਡੀ ਕਾਨਫਰੰਸ ਰੱਖੀ ਕਿ ਸਾਨੂੰ ਫਿਰ ਤੁਸੀਂ ਐਗਰੋ ਇੰਡਸਟਰੀ ਦੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਜਿਹੜੀ ਫਸਲ ਆ ਆਪੇ ਉਹ ਤੋਂ ਫਿਰ ਪ੍ਰੋਡਕਟ ਬਣਾ ਕੇ ਅਸੀਂ ਸਾਰੇ ਵੇਚੀਏ ਤੇ ਸਾਰਾ ਉਹ ਕਰੀਏ। ਉੱਥੇ ਉਸ ਵਕਤ ਜਿਹੜੇ ਚੰਦਰ ਸ਼ੇਖਰ ਉਸ ਵਕਤ ਦੇ ਪ੍ਰਧਾਨ ਮੰਤਰੀ ਸੀਗੇ ਭਾਰਤ ਦੇ, ਉਹ ਵੀ ਬੈਠੇ ਸੀਗੇ। ਉਹ ਕਹਿੰਦੇ ਵੀ ਐ ਨਹੀਂ ਅਸੀਂ ਕਰ ਸਕਦੇ, ਮਤਲਬ ਉਹਨਾਂ ਨੇ ਸ਼ਰੇਆਮ ਨਹੀਂ ਕਿਹਾ। ਉਹ ਕਹਿੰਦੇ ਵੀ ਐਂ ਕਰਤਾ ਤੇ ਇੱਥੇ ਸਾਰਾ ਇੰਬੈਲੈਂਸ ਹੋ ਜਾਊਗਾ, ਕਹਿੰਦੇ ਵੀ ਇੱਥੇ ਬਾਕੀ ਸਾਰੀਆਂ ਸਟੇਟਾਂ ਗਰੀਬ ਹੋ ਜਾਣਗੀਆਂ, ਤੁਸੀਂ ਤਾਂ ਪਹਿਲਾਂ ਹੀ ਚੱਜ ਦੀ ਰੋਟੀ ਖਾਂਦੇ ਹੋ ਤੇ ਤੁਸੀਂ ਸਾਰਿਆਂ ਨੂੰ ਅਮੀਰ ਹੋ ਜਾਓਗੇ। ਟੈਕਨੀਕਲੀ ਗੱਲ ਉਹਦੀ ਆਪਾਂ ਸਹੀ ਕਹਿ ਸਕਦੇ ਹਾਂ, ਪਰ ਪੰਜਾਬੀਆਂ ਥੋੜੀ ਕਸੂਰ ਹੈ। ਉਹਨਾਂ ਨੇ ਜੇਕਰ ਕੋਈ ਬੰਦਾ ਮਿਹਨਤ ਕਰ ਰਿਹਾ ਹੈ, ਜੇਕਰ ਤੁਸੀਂ ਮਿਹਨਤ ਕਰ ਰਹੇ ਹੋ ਤੇ ਨਾਲ ਬਾਈ ਰਿਸ਼ੀ ਜੀ ਮੈਂ ਪਰ ਇੱਕ ਐਗਜ਼ਾਮਪਲ ਕਰ ਰਿਹਾ ਹਾਂ, ਜੇਕਰ ਤੁਸੀਂ ਅਮੀਰ ਹੋ ਰਹੇ ਹੋ ਤੇ ਰਿਸ਼ੀ ਨੂੰ ਤਾਂ ਨਹੀਂ ਦੁੱਖ ਹੋਣਾ ਚਾਹੀਦਾ, ਕਿਉਂਕਿ ਤੁਸੀਂ ਆਪਣੀ ਮਿਹਨਤ ਕਰ ਰਹੇ ਹੋ, ਤੁਹਾਡੇ ਭਾਗ ਨੇ। ਉਹ ਪੰਜਾਬ ਦੇ ਭਾਗ ਉਹਨਾਂ ਨੂੰ ਜਿਹੜੇ ਨੇ ਨਾ, ਉਹ ਭਾਗ ਨਹੀਂ ਪੰਜਾਬ ਦੇ ਉਹਨਾਂ ਨੂੰ ਚੰਗੇ ਲੱਗਦੇ ਕਿ ਇਹਨਾਂ ਨੂੰ ਰੱਬ ਨੇ ਜਾਂ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਨੇ ਇੰਨੇ ਚੰਗੇ ਭਾਗ ਕਿਉਂ ਦਿੱਤੇ ਆ। ਉੱਥੇ ਉਹਨਾਂ ਨੇ ਸ਼ਰੇਆਮ ਕਹਿੰਦਾ ਕਿ ਅਸੀਂ ਤੁਹਾਨੂੰ ਐਗਰੋ ਇੰਡਸਟਰੀ ਨਹੀਂ ਦੇ ਸਕਦੇ ਪੰਜਾਬ। ਉਸ ਤੋਂ ਬਾਅਦ ਚੱਲ ਜਿਹੜਾ ਖਾਦਾਂ ਦਾ ਦੌਰ ਹੋਰ ਵਧਿਆ, ਪੈਸਟੀਸਾਈਡ ਦਾ ਦੌਰ ਹੋਰ ਵਧਿਆ। ਅੱਜ ਆ ਕੇ ਜਿਹੜੀਆਂ ਗੱਲਾਂ ਨੇ ਉਹ ਖੜ ਗਈਆਂ ਨੇ ਆਪਣੇ ਇੱਥੇ ਨਵੇਂ ਕਾਨੂੰਨਾਂ ਦੇ ਉੱਤੇ। ਇਹ ਨਵੇਂ ਕਾਨੂੰਨ ਲਿਆਉਣ ਤੋਂ ਪਹਿਲਾਂ ਉਹਨਾਂ ਨੇ ਕੋਈ ਇੰਜ ਨਹੀਂ ਲਾਇਆ, ਉਹਨਾਂ ਨੇ ਆਪਣੀ ਫੂਡ ਸਿਕਿਉਰਿਟੀ ਦਾ ਕਾਫੀ ਪ੍ਰਬੰਧ ਕਰ ਲਿਆ। ਪਿਛਲੇ 2-3 ਸਾਲਾਂ ਤੋਂ ਤੁਸੀਂ ਦੇਖਿਆ ਹੋਊ ਕਿ ਜਿਹੜਾ ਮੱਧ ਪ੍ਰਦੇਸ਼ ਆ ਉੱਥੇ ਦੀ ਜਿਹੜੀ ਕਣਕ ਆ ਉਹ ਪੰਜਾਬ ਦੇ ਨਾਲੋਂ ਹੁਣ ਜ਼ਿਆਦਾ ਉਤਪੰਨ ਕਰਦੇ ਆ। ਉਸ ਲਈ ਉਹਨਾਂ ਨੂੰ ਹੁਣ ਓਨੀ ਲੋੜ ਤਾਂ ਹੈ ਨਹੀਂ ਪੰਜਾਬ ਦੀ ਕਣਕ ਦੀ, ਉਹ ਆਪਣਾ ਪ੍ਰਬੰਧ ਕਰੀ ਬੈਠੇ ਨੇ। ਤੇ ਜਿਹੜੇ ਬਾਕੀ ਸਟੇਟਾਂ ਨੇ ਉਹਨਾਂ ਦੇ ਵਿੱਚ MSP 2-3 ਸਟੇਟਾਂ ਨੂੰ ਛੱਡ ਕੇ ਬਾਕੀ ਦੇ ਵਿੱਚ MSP ਵੀ ਉਹਨਾਂ ਨੇ ਪ੍ਰੋਮਿਸ ਨਹੀਂ ਸੀ ਕੀਤੀ ਹੋਈ। MSP ਲਾਅ ਨਹੀਂ ਹੈਗਾ, ਉਂਝ ਹੀ ਪ੍ਰੋਮਿਸ ਕੀਤੀ ਹੋਈ ਹੈ। 13 ਇੰਡੀਅਨ ਸਟੇਟ ਦੇ ਇੱਕ ਕੈਬਨਿਟ ਮਿਨਿਸਟਰ ਨੇ ਵੀ ਕਿਹਾ ਸੀ ਕਿ ਅਸੀਂ ਪੰਜਾਬ ਨੂੰ ਜਿਹੜੀ MSP ਦੇ ਰਹੇ ਹਾਂ, ਇਹ ਕੋਈ ਅਸੀਂ ਉਹਨੂੰ ਆਰਥਿਕ ਫਾਇਦੇ ਲਈ ਨਹੀਂ ਦੇ ਰਹੇ, ਇਹ ਸਾਡਾ ਪੋਲੀਟੀਕਲ ਡਿਸੀਜਨ ਆ। ਉਹਨਾਂ ਦਾ ਕਹਿਣ ਦਾ ਭਾਵ ਸੀ ਕਿ ਪੰਜਾਬ ਇੱਕ ਬਾਰਡਰ ਸਟੇਟ ਆ, ਜੇਕਰ ਅਸੀਂ ਇਹਨਾਂ ਨੂੰ ਨਾ ਦੇਈਏ ਇੱਥੇ ਬਹੁਤ ਜ਼ਿਆਦਾ ਡਿਸਟਰਬੈਂਸ ਹੋ ਸਕਦੀ ਹੈ ਜਿਹੜੀ ਕਿ ਅਸੀਂ ਅਫੋਰਡ ਨਹੀਂ ਕਰ ਸਕਦੇ। ਉਹਨਾਂ ਦਾ ਪੋਲੀਟੀਕਲ ਡਿਸੀਜਨ ਆ। ਉਂਝ ਉਹ ਜੀ ਕਣਕ ਮੰਗਵਾਉਣੀ ਹੋਵੇ ਉਹਨਾਂ ਨੇ ਆਸਟ੍ਰੇਲੀਆ ਦੀ ਕਣਕ ਉਹਨਾਂ ਨੂੰ ਸਸਤੀ ਪਊਗੀ, ਇੰਨੀ ਉਹ ਸਾਰੀ ਕੈਲਕੂਲੇਟ ਕਰੀ ਬੈਠੇ ਆ। ਪਰ ਹਾਂ ਕਿਉਂਕਿ ਪਿੱਛੇ ਪੰਜਾਬ ਨੂੰ ਉਹਨਾਂ ਨੇ ਵਰਤਿਆ
ਬਹੁਤ ਬੁਰੀ ਤਰ੍ਹਾਂ ਵਰਤਿਆਗਾ। ਇਸ ਲਈ ਉਹਨਾਂ ਨੂੰ ਚਾਹੀਦਾ ਸੀ ਕੋਈ ਇੱਕ ਚੰਗਾ ਐਗਜ਼ਿਟ ਇਹਦੇ ਲਈ ਤਿਆਰ ਕਰਕੇ ਦਿੰਦੇ ਪੰਜਾਬ ਨੂੰ, ਪਰ ਇਹ ਐਗਜ਼ਿਟ ਹੋ ਵੀ ਜਾਂਦਾ। ਸਾਡੀਆਂ ਜਿਹੜੀਆਂ ਪੋਲੀਟੀਕਲ ਤੌਰ ਦੇ ਉੱਤੇ ਜੋ ਦਿੱਲੀ ਦੇ ਨਾਲ ਟੁੱਟ ਚੁੱਕੀਆਂ ਨੇ ਸਾਂਝਾਂ, ਖਾਸ ਕਰ 84 ਦੇ ਵਿੱਚ ਤਾਂ ਬਹੁਤ ਵੱਡੇ ਰੂਪ ਦੇ ਵਿੱਚ ਟੁੱਟੀ ਆ, ਉਹ ਹੁਣ ਕਦੇ ਵੀ ਸਿਉਂਤੀਆਂ ਨਹੀਂ ਜਾ ਸਕਦੀਆਂ। ਤੇ ਹੁਣ ਜਿਹੜੀ ਆਪਾਂ ਗੱਲ ਕਰੀ ਕਿ ਗੱਲ ਇਹ ਸਿਰਫ ਇਕੱਲੀ MSP ਦੇ ਉੱਤੇ ਨਹੀਂ ਮੁੱਕਣੀ। ਹੁਣ ਆਪਾਂ ਗੱਲ ਕਰ ਲਈ ਉਹ ਕਿ ਦੂਜੀਆਂ ਸਟੇਟਾਂ ਕਿਉਂ ਨਹੀਂ ਆ ਰਹੀ ਜੀ। ਦੂਜੀਆਂ ਸਟੇਟਾਂ ਨੇ ਜਿਹੜੀਆਂ ਉਹਨਾਂ ਨੂੰ ਕੋਈ ਜ਼ਿਆਦਾ ਇਹਦਾ ਫਰਕ ਨਹੀਂ ਪੈਣਾ, ਕਿਉਂਕਿ ਜਿਹੜੇ ਇਹ ਨਵੇਂ ਕਾਨੂੰਨ ਨੇ ਉਹਨਾਂ ਦੇ ਥੋੜਾ ਬਹੁਤ ਹੱਕ ਦੇ ਵਿੱਚ ਭੁਗਤਣਗੇ। ਅਗਲੇ 10-12 ਸਾਲਾਂ ਤੋਂ ਬਾਅਦ ਜਦੋਂ ਉਹਨਾਂ ਨੇ ਮੱਧ ਪ੍ਰਦੇਸ਼ ਨੂੰ ਲੁੱਟ ਲਿਆ, ਪੂਰਾ ਚੂੰਡ ਲਿਆ ਜਾਂ ਹੋਰ ਸਾਰਾ ਕੁਝ ਕੱਢ ਲਿਆ ਉਹਨਾਂ ਦੇ ਪਿਛੂੰਦਰ, ਫਿਰ ਉਹਨਾਂ ਨੂੰ ਥੋੜੀ ਜਾ ਕੇ ਜਾਗ ਆਊਗੀ ਸਾਡੇ ਨਾਲ ਇਹ ਪੰਜਾਬ ਵਾਲੀ ਹੋ ਰਹੀ ਆ। ਐਟ ਦਾ ਮੂਮੈਂਟ ਉਹਨਾਂ ਨੂੰ ਕੋਈ ਫਿਕਰ ਨਹੀਂ ਆ, ਤੇ ਨਾ ਹੀ ਉਹਨਾਂ ਦੇ ਪ੍ਰਚੰਡ ਰੂਪ ਦੇ ਵਿੱਚ ਆਪਾਂ ਦੇਖੀਏ ਕਿ ਉਹਨਾਂ ਦਾ ਰਿਐਕਸ਼ਨ ਪਿੱਛੇ ਆਇਆ, ਤੇ ਨਾ ਹੀ ਲੱਗਦਾ ਕਿ ਉਹਨਾਂ ਦਾ ਫਿਊਚਰ ਦੇ ਵਿੱਚ ਆਉਣਾਗਾ। ਉਹ ਪੰਜਾਬ ਨੂੰ ਵੈਸੇ ਵੀ ਜਦੋਂ ਇੱਕ ਜਿਹੜਾ ਸਟੇਟ ਦਾ ਵੀਡੀਓ ਪ੍ਰੈਜ਼ੈਂਟ ਉਹਨਾਂ ਨੂੰ ਕਰਨ ਦਾ ਬਹੁਤ ਬੁਰੇ ਤਰੀਕੇ ਦੇ ਨਾਲ, ਤੇ ਫਿਰ ਆਪਣਾ ਇੱਕ ਡਿਸੀਜਨ, ਆਪਣਾ ਇੱਕ ਜਿਹੜਾ ਫਿਊਟਲ ਮਾਈਂਡਸੈਟ ਆ ਉਹਦੇ ਵਿੱਚ ਵੀ ਬਣਾਉਣਾ ਸ਼ੁਰੂ ਕਰ ਦਿੰਦੇ ਆ। ਇਸ ਲਈ ਉਹ ਹਾਲ ਨਾਲ ਦਾ ਥੋੜਾ ਬਹੁਤ ਮਾਰਦੇ ਆ, ਪਰ ਆਪਾਂ ਕਹਿੰਦੇ ਕਿ ਦਿਲੋਂ ਉਹਨਾਂ ਨੇ ਕਦੇ ਵੀ ਨਹੀਂ। ਜੀ, ਕਾਫੀ ਉਮਦਾ ਜਾਣਕਾਰੀ ਤੁਸੀਂ ਦਿੱਤੀ ਹੈ, ਇਸ ਪੂਰੀ ਡਿਟੇਲ ਇਹਨਾਂ ਨੇ ਰਿਸ਼ੀ ਜੀ ਲੈ ਕੇ ਆਏ ਨੇ। ਇੱਕ ਹੋਰ, ਬਿਕੋਜ਼ ਤੁਸੀਂ ਸਿੱਖੀ ਜਾਂ ਤੁਸੀਂ ਜਿਹੜਾ ਸਿੱਖੀਜ਼ਮ ਜਾਂ ਹੋਰ ਵੀ ਜਿਹੜੀਆਂ ਤੁਸੀਂ ਸਟੱਡੀ ਬਹੁਤ ਕੀਤੀ ਆ, ਤੁਸੀਂ ਮਤਲਬ ਤੱਥ ਦੇ ਆਧਾਰ ਤੇ ਹਮੇਸ਼ਾ ਗੱਲ ਕਰਦੇ ਹੋ। ਇਹ ਤਾਂ ਗੱਲ ਜਿੱਦਾਂ ਹੁਣ ਤੁਸੀਂ ਆਪਣੀ ਗੱਲਬਾਤ ਦੇ ਵਿੱਚ ਕਿਹਾ ਕਿ ਇਹ ਗੁੱਸਾ ਸਿਰਫ MSP ਦਾ ਨਹੀਂ ਹੈ, ਇਹ ਗੁੱਸਾ ਇਹਦੇ ਪਿੱਛੇ ਕੁਝ ਹੋਰ ਵੀ ਆ ਜਿਹੜਾ ਸਾਨੂੰ ਪਤਾ ਨਹੀਂ ਚੱਲ ਰਿਹਾ। ਲੋਕਾਂ ਦੇ ਦਿਮਾਗ ਦੇ ਵਿੱਚ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਉਸ ਗੁੱਸੇ ਨੂੰ ਅਸੀਂ ਕੱਢੀਏ ਕਿੱਦਾਂ। ਤਾਂ ਉਹ ਇੱਕ ਕਹਿੰਦੇ ਨੇ ਦੁੱਖ ਦੀ ਰੱਖ ਤੇ ਹੱਥ ਰੱਖ ਲਿਆ ਤਾਂ ਉਹ ਛਾਲਾ ਫੁੱਟਣ ਵਾਲੀ ਗੱਲ ਆ। ਤਾਂ ਕੀ ਹੋ ਸਕਦਾ, ਉਹ ਕੀ ਹਾਵ ਭਾਵ ਹੋ ਸਕਦੇ ਨੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਿਆਂ ਨੂੰ ਉਹ ਲੈ ਕੇ ਚੱਲੇ ਹੋਏ ਨੇ, ਪਰ ਉਹ ਜ਼ੁਬਾਨ ਤੇ ਨਹੀਂ ਆ ਰਿਹਾ, ਜ਼ੁਬਾਨ ਤੇ ਉਹੀ ਰੋਹ ਆ ਰਿਹਾ, ਪਰ ਅੰਦਰ ਉਹਨਾਂ ਦੇ ਇੱਕ ਤਾਂ 84 ਦੀ ਅਸੀਂ ਗੱਲ ਕਰ ਲਈਏ, ਹੋਰ ਕੀ ਹੋ ਸਕਦਾ? ਦੇਖੋ ਜੀ, ਜਦੋਂ ਆਪਾਂ ਕਹਿੰਦੇ ਕਿ ਗੁੱਸਾ ਦਾ ਹਰ ਇੱਕ ਬੰਦਾ ਫਿਰ ਆਪਣੇ ਤਰੀਕੇ ਦੇ ਨਾਲ ਹੀ ਕੱਢਦਾ, ਕੋਈ ਲਿਖ ਕੇ, ਕੋਈ ਬੋਲ ਕੇ, ਕੋਈ ਪ੍ਰੋਟੈਸਟ ਕਰਕੇ। ਭਵਿੱਖ ਦਾ ਆਪਾਂ ਜੇ ਕੋਈ ਨਹੀਂ ਅੰਦਾਜ਼ਾ ਲਾ ਸਕਦੇ ਕਿ ਕਿਸ ਤਰ੍ਹਾਂ ਅੱਗੇ ਨਿਕਲੂਗਾ, ਕਿਉਂਕਿ ਜਿਉਂ-ਜਿਉਂ ਸੰਘਰਸ਼ ਚੱਲਦਾ ਗਾ ਉਹਦੇ ਵਿੱਚ ਉਹ ਚੀਜ਼ਾਂ ਇਨਵੋਲਵ ਹੁੰਦੀਆਂ ਨੇ, ਉਹਦੇ ਵਿੱਚੋਂ ਨਿਕਲਦੀਆਂ ਨੇ, ਉਹ 'ਚ ਸੰਘਰਸ਼ ਦੀ ਸਾਰੀ ਰੂਪ ਰੇਖਾ ਨਿਕਲਦੀ ਆ। ਜੇ ਆਪਾਂ ਇਸੇ ਦੀ ਗੱਲ ਦੇਖੀਏ ਕਿ ਸ਼ੁਰੂ ਦੇ ਦਿਨਾਂ ਦੇ ਵਿੱਚ ਜਦੋਂ ਸੰਘਰਸ਼ ਸ਼ੁਰੂ ਹੋਇਆ, ਇਹ ਉਦੋਂ ਕਿਸਾਨ ਯੂਨੀਅਨਾਂ ਅੱਗੇ ਸੀਗੀਆਂ, ਪਰ ਹੁਣ ਅੱਜ ਦੀ ਤਰੀਕ ਦੇ ਵਿੱਚ, ਕੱਲ ਦੀ ਤਰੀਕ 'ਚ ਆਪਾਂ ਦੇਖੀਏ ਕਿ ਕਿਸਾਨ ਯੂਨੀਅਨਾਂ ਉੱਥੇ ਬਹਿ ਗਈਆਂ ਨੇ ਖਨੌਰੀ ਦੇ ਡੱਬ ਵਾਲੀ, ਖਾਸ ਕਰ ਉਗਰਾਹਾਂ ਕਿ ਅਸੀਂ ਅੱਗੇ ਨਹੀਂ ਜਾਣਾ ਇੱਥੇ। ਅਤੇ ਜਿਹੜੇ ਉਹ ਸ਼ੰਭੂ ਮੋਰਚੇ ਵਾਲੇ ਸੀਗੇ ਸਾਰੇ ਜਵਾਨ, ਉਹ ਦਿੱਲੀ ਪਹੁੰਚ ਵੀ ਗਏ। ਤੇ ਹੁਣ ਕਿਸਾਨ ਯੂਨੀਅਨ ਤੇ ਵੀ ਪ੍ਰੈਸ਼ਰ ਪੈ ਗਿਆ ਸੀ ਕਿ ਅਸੀਂ ਸਾਨੂੰ ਜਾਣਾ ਹੀ ਪਊਗਾ, ਉਹਨਾਂ ਰਾਤ ਰਾਤ ਆਪਣਾ ਡਿਸੀਜਨ ਕਰ ਲਿਆ। ਇਹ ਇੰਨੀ ਆਪਾਂ ਕਹਿੰਦੇ ਕਿ ਚੀਜ਼ਾਂ ਕਨਸਟੈਂਟ ਨਹੀਂ ਰਹਿੰਦੀਆਂ। ਇਹ ਬਹੁਤ ਜਦੋਂ ਏਦਾਂ ਸੰਘਰਸ਼ ਚੱਲਦੇ ਆ ਨਾ, ਉਦੋਂ ਜਿਹੜਾ ਸਾਲਾਂ ਦਾ ਕੰਮ ਹੁੰਦਾ ਨਾ, ਉਹ ਇੱਕ ਦਿਨਾਂ ਦੇ ਵਿੱਚ ਹੋ ਜਾਂਦਾ। ਸੋ ਇੱਕ ਦਿਨਾਂ ਦੇ ਵਿੱਚ ਜਿਹੜਾ ਕੰਮ ਹੁੰਦਾ ਉਹਦੇ ਬਾਰੇ ਕਦੇ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ। ਸੋ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜਿਹੜੀ ਸੋਚ ਦੀ ਲੋੜ ਸੀ ਜਿਹੜੀ ਪੰਜਾਬ ਪੱਖੀ ਹੋਵੇ। ਉਹ ਪੈਨਟ੍ਰੇਸ਼ਨ ਉਹ ਇੰਨੀ ਪਿਛਲੇ 2 ਮਹੀਨੇ ਚ ਇੰਨੀ ਤੇਜ਼ੀ ਨਾਲ ਕਰ ਗਈ ਆ ਕਿ ਸਾਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਇੰਨੀ ਛੇਤੀ ਪੰਜਾਬ ਆ ਜਿਹੜਾ ਉਹ ਸਥਾਪਤੀ ਦੇ ਵਿਰੁੱਧ ਉੱਠ ਕੇ ਖੜਾ ਹੋ ਜਾਊਗਾ। ਕਿਉਂਕਿ ਪਿਛਲੇ ਸਮੇਂ 'ਚ ਅਸੀਂ ਦੇਖਿਆ ਜਦੋਂ ਥੋੜੀ ਜਿਹੀ ਬਾਰਡਰ ਤੇ ਜੰਗ ਲੱਗ ਜਾਂਦੀ ਹੈ ਤੇ ਜਿਹੜੀ ਨੈਸ਼ਨਲਿਜ਼ਮ ਦੀ ਫੂਕ ਭਰ ਦਿੱਤੀ ਜਾਂਦੀ ਆ, ਜਾਂ ਥੋੜੀ ਬਹੁਤ ਫੂਕ ਉਦੋਂ ਵੀ ਭਰੀ, ਪਰ ਉਹਦੀ ਫੂਕ ਕਾਫੀ ਨਿਕਲ ਗਈ ਜਦੋਂ ਪਿਛਲੇ ਸਾਲ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕੋਸ਼ਿਸ਼ ਕੀਤੀ ਕਿ ਉਹ ਮੋਦੀ ਦੀ ਬੋਲੀ ਬੋਲੇ, ਪਰ ਹੁਣ ਨੇ ਜਿਹੜੀ ਰਵਾਇਤੀ ਲੀਡਰਸ਼ਿਪ ਆ, ਉਸ ਤੋਂ ਲੋਕਾਂ ਦਾ ਜਿਹੜਾ ਪੂਰਾ ਬਾਕੀ ਅੱਕ ਚੁੱਕੇ ਨੇ ਲੋਕ। ਹੁਣ ਇੱਕ ਨਵੀਂ ਲੀਡਰਸ਼ਿਪ ਪੈਦਾ ਹੋ ਰਹੀ ਹੈ। ਜਦੋਂ ਮੈਂ ਲੀਡਰਸ਼ਿਪ ਦੀ ਗੱਲ ਕਰਦਾ ਉਹਦਾ ਮਤਲਬ ਕੋਈ ਵੋਟਾਂ ਦੇ ਵਿੱਚ ਜਾਂ ਕੋਈ MLA ਨਹੀਂ ਆ, ਜੋ ਇੱਕ ਪਹਿਰੇਦਾਰ ਨੇ ਪੰਜਾਬ ਦੇ। ਪਹਿਰੇਦਾਰ ਉਹ ਨੇ ਜਿਹੜੇ ਪੂਰਾ ਫੂਕ ਕੇ ਪੈਰ ਰੱਖਦੇ, ਜਿਹੜੇ ਲੋਕ ਰੋਹ ਨੂੰ ਮੀਸਨੇ ਬਣ ਕੇ ਰਿਸਪੌਂਡ ਨਹੀਂ ਕਰਦੇ, ਉਹ ਲੋਕ ਰੋਹ ਨੂੰ ਸਿੱਧਾ ਐਕਸੈਪਟ ਕਰਦੇ ਆ ਕਿ ਹਾਂ ਅਸੀਂ ਇਹ ਗੱਲ ਤੁਹਾਡੀ ਮੰਨਦੇ ਹਾਂ, ਤੁਹਾਡੀ ਗੱਲ ਨਾਲ ਅਸੀਂ ਸਹਿਮਤ ਹਾਂ ਤੇ ਇਹਨੂੰ ਅਸੀਂ ਇੰਪਲੀਮੈਂਟ ਕਰਾਂਗੇ।
ਜੀ ਅੱਗੇ ਜਿੱਦਾਂ ਇੱਕ ਅਖੀਰਲੀ ਗੱਲ ਮੈਂ ਕਰਦਾ ਜੀ ਜਿੱਦਾਂ ਕਹਿੰਦੀ ਕਿ ਸਰਦਾਰ ਕਪੂਰ ਸਿੰਘ ਕਹਿੰਦੇ ਹੁੰਦੇ ਸੀ ਵੀ ਇਸ ਕੌਮ ਦਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਇਹਦੇ ਉੱਤੇ ਹੱਥ ਆ ਵੀ ਜੇਕਰ ਇਹ ਅੱਖਾਂ ਦੇ ਉੱਤੇ ਆਪਣੇ ਪੱਟੀ ਵੀ ਬੰਨ ਲਵੇ ਤੇ ਸਾਹਮਣੇ 7-8 ਖੂਹ ਹੋਣ ਜੀ ਉਧਰ ਨੂੰ ਤੁਰ ਪਏ ਫਿਰ ਵੀ ਗੁਰੂ ਸਾਹਿਬ ਨੂੰ ਬਚਾਉਣ। ਕੀ ਬਾਤ ਹੈ ਜੀ। ਇਹ ਗੁਰੂ ਸਾਹਿਬ ਸਾਨੂੰ ਹੱਥ ਦੇ ਕੇ ਰੱਖਣਾ ਹੀ ਆ, ਸਾਡਾ ਇਹ ਵਿਸ਼ਵਾਸ ਆ, ਸਾਡਾ 18ਵੀਂ ਸਦੀ ਦੇ ਪ੍ਰਾਤਨ ਸਿੰਘਾਂ ਵਾਲਾ ਵਿਸ਼ਵਾਸ ਹੀ ਹੋਣਾ ਚਾਹੀਦਾ ਜਿਨ੍ਹਾਂ ਨੇ ਜਿਹੜੇ ਅਫਗਾਨੀ ਲੜਾਕਿਆਂ ਨੂੰ ਢਾਇਆ, ਜਿੱਥੇ 20 ਬੀਬੀਆਂ ਨੇ 100 ਮੁਗਲ ਮਾਰ ਦਿੱਤੇ, ਜਿੱਥੇ ਇੱਕ ਬੀਬੀ ਨੇ 1.5 ਲੱਖ ਮਰਾਠੇ ਜਿਹੜੇ 7000 ਦੀ ਇੱਕ ਜਥੇ ਦੀ ਬੀਬੀ ਨੇ 1.5 ਲੱਖ ਮਰਾਠਾ ਫੌਜ ਨੂੰ ਹਰਾਤਾ। ਸੋ ਸਾਡਾ ਉਹਨਾਂ ਵਰਗਾ ਵਿਸ਼ਵਾਸ ਹੋਣਾ ਚਾਹੀਦਾ ਹੈਗਾ ਤੇ ਅਸੀਂ ਜ਼ਰੂਰ ਜਿੱਤਾਂਗੇ। ਇੱਥੇ ਇੱਕ ਗੁਰਤੇਜ ਜੀ ਹੋਰ ਸਵਾਲ ਮਨ ਦੇ ਵਿੱਚ ਆ ਰਿਹਾ ਹੈਗਾ ਵੀ ਮੰਨ ਲਓ ਕਿ ਸਾਰੇ ਉੱਥੇ ਪਹੁੰਚ ਜਾਂਦੇ ਨੇ, ਜਿੱਦਾਂ ਕਿ ਬਹੁਤ ਨਜ਼ਦੀਕ ਨੇ ਨੌਜਵਾਨ ਉੱਥੇ ਦਿੱਲੀ ਪਹੁੰਚਣ ਦੇ ਜਾਂ ਪਹੁੰਚ ਗਏ ਹੋਣਗੇ ਹੁਣ ਤੱਕ, ਤੇ ਕਿਸਾਨ ਯੂਨੀਅਨ ਨੇ ਵੀ ਅਨਾਉਂਸ ਕੀਤਾ ਸੀਗਾ ਰਾਤ ਕੇ ਤਕਰੀਬਨ 1.5 ਲੱਖ ਬੰਦਾ ਜਿਹੜਾ ਹੈ ਕਿਸਾਨ ਉੱਥੇ ਪਹੁੰਚੇਗਾ ਦਿੱਲੀ ਵਿੱਚ। ਉੱਥੇ ਪਹੁੰਚ ਜਾਂਦੇ ਨੇ ਬਟ ਹੁਣ ਕੋਈ ਮਜ਼ਬੂਤ ਲੀਡਰਸ਼ਿਪ ਤਾਂ ਸਾਹਮਣੇ ਨਜ਼ਰ ਆਉਂਦੀ ਨਹੀਂ ਹੈਗੀ। ਉੱਥੇ ਦਿੱਲੀ ਦੇ ਜਿਹੜੇ ਦਿਮਾਗ ਨੇ ਬੜੇ ਚਤੁਰ ਨੇ, ਉੱਥੇ ਫਿਰ ਕੀ ਸਿਨੈਰੀਓ ਨਜ਼ਰ ਆਉਂਦਾ? ਉੱਥੇ ਕੌਣ ਗੱਲਬਾਤ ਕਰੇਗਾ ਪੰਜਾਬ ਦੇ ਪੱਖ ਦੀ? ਕਿਉਂਕਿ ਉੱਥੇ ਕੋਈ ਮਜ਼ਬੂਤ ਲੀਡਰ ਜਾਂ ਰਾਜਨੀਤਿਕ ਲੀਡਰ ਜਾਂ ਲੋਕ ਪੱਖੀ ਲੀਡਰ ਤੇ ਕੋਈ ਹੈ ਹੀ ਨਹੀਂਗਾ, ਸਾਰੇ ਆਪਣੇ ਵਰਗੇ ਹੀ ਆਮ ਲੋਕ ਨੇ। ਬਿਲਕੁਲ ਇਹ ਬਹੁਤ ਇੰਟਰਸਟਿੰਗ ਗੱਲ ਆ ਕਿ ਉੱਥੇ ਹੁਣ ਗੱਲ ਕੌਣ ਕਰੂ। ਅਸਲ ਦੇ ਵਿੱਚ ਰਿਸ਼ੀ ਬਾਈ ਜੀ ਜਿਨ੍ਹਾਂ ਨੇ ਇਹ ਸੁਨੇਹਾ ਦਿੱਤਾ ਸੀ ਨਾ, ਖਾਸ ਕਰ ਜਿਹੜੇ ਅਗਰਾਹਾਂ ਗਰੁੱਪ ਆ ਉਹਨਾਂ ਨੇ ਸੁਨੇਹਾ ਦਿੱਤਾ ਸੀ, ਉਹ ਤਾਂ ਅਜੇ ਬੈਠੇ ਨੇ ਖਨੌਰੀ ਜੀ ਪੰਜਾਬ ਦੇ 11:30 ਵਜੇ ਕਹਿੰਦੇ ਚੱਲਾਂਗੇ ਲੰਗਰ ਪਾਣੀ ਛਕ ਕੇ। ਤੋਂ ਜਿਹੜੀ ਉਹ ਬਹੁਤ ਥੋੜੇ ਰਹਿ ਗਏ ਨੇ, ਉਹ ਬਹੁਤ 400-500 ਦੀ ਗਿਣਤੀ ਦੇ ਵਿੱਚ ਹੀ ਰਹਿ ਗਏ ਸੀ। ਜਿਹੜੇ ਲੱਖਾਂ ਵਾਲੇ ਨੇ ਉਹ ਤੁਰ ਪਏ ਸੀਗੇ ਰਾਤ ਉਧਰ ਨੂੰ ਦਿੱਲੀ ਵੱਲ ਨੂੰ, ਤੇ ਉਹ ਤਕਰੀਬਨ ਪਹੁੰਚਣ ਵਾਲੇ ਹੋਣਗੇ, ਬਹੁਤੇ ਜਥੇ ਪਹੁੰਚ ਵੀ ਗਏ। ਤੇ ਉਹ ਅਸਲ ਦੇ ਵਿੱਚ ਜਿਹੜੀ ਗੱਲਬਾਤ ਵੀ ਜਦੋਂ ਗੱਲ ਆਉਣੀ ਆ ਉਦੋਂ ਉਹਨਾਂ ਨੇ ਯੂਨੀਅਨਾਂ ਨੇ ਹੀ ਕਰਨੀ ਆ, ਜਿਨ੍ਹਾਂ ਨੂੰ ਉਹ ਰਿਕਗਨਾਈਜ਼ ਕਰਦੀ ਆ ਜਿਹੜੀ ਸਟੇਟ ਸੈਂਟਰ ਗਵਰਨਮੈਂਟ ਆ। ਪਰ ਜਦੋਂ ਯੂਨੀਅਨਾਂ ਨੂੰ ਪਤਾ ਹੋ ਕਿ ਪਿੱਛੇ ਪ੍ਰੈਸ਼ਰ ਬਹੁਤ ਵੱਡਾ, ਉਦੋਂ ਉਹ ਕੋਈ ਕੱਚੀ ਗੱਲਬਾਤ ਕਰਕੇ ਨਹੀਂ ਉੱਠਣਗੇ। ਉਹਨਾਂ ਨੂੰ ਪਤਾ ਕਿ ਹੁਣ ਬਹੁਤ ਕੇ ਰੱਖਣ ਵਾਲੀ ਗੱਲ ਆ। ਰਾਤ ਦੇ ਫੈਸਲਾ ਜਿਹੜਾ ਉਹਨਾਂ ਨੇ ਬਦਲਿਆ ਯੂਨੀਅਨ ਨੇ, ਉਹਨੇ ਉਹਨਾਂ ਨੂੰ ਦਿਖਾਤਾ ਕਿ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਆ। ਹਾਂ, ਇਹ ਤਕਰੀਬਨ ਸਾਰਾ ਕਲੀਅਰ ਹੈ ਕਿ ਕੱਚਾ ਫੈਸਲਾ ਨਹੀਂ ਉਹਨਾਂ ਤੋਂ ਕੋਈ ਹੋਣਾ। ਭਾਵੇਂ ਕਿ ਮੋਦੀ ਸਰਕਾਰ ਕਹਿ ਵੀ ਦੇ ਦੇਵੇ ਕਿ ਅਸੀਂ MSP ਤੁਹਾਨੂੰ ਦਿੰਦੇ ਆ, ਫਿਰ ਵੀ ਉਹਨਾਂ ਨੂੰ ਕੁਛ ਜ਼ਿਆਦਾ ਮੰਗ ਕੇ ਉੱਥੋਂ ਉੱਠਣਾ ਪਊਗਾ ਕਿ ਸਾਡੇ ਆਹ ਹੱਕ ਵੀ ਹੋਣੇ ਚਾਹੀਦੇ ਨੇ। ਜੇਕਰ ਉਹ ਪੁੰਜ ਹੀ ਉੱਠ ਆਏ ਤੇ ਪੰਜਾਬ ਦੇ ਲੋਕਾਂ ਨੂੰ ਪ੍ਰਵਾਨ ਨਹੀਂ ਹੋਏ। ਹੁਣ ਗੱਲ ਹੋਰ ਆ ਜਾਂਦੀ ਕਿ ਹੋਣਾ ਕੀ ਚਾਹੀਦਾ। ਜਿਹੜੇ ਇਸ ਵਕਤ ਹੋਣ ਦੀ ਗੱਲ ਆ ਉਹਦੇ ਵਿੱਚ ਤਾਂ ਜੋ ਸਾਨੂੰ ਸਮਝ ਆਈ ਉਹ ਇਹੀ ਹੋਣਾ ਚਾਹੀਦਾ ਕਿ ਪੰਜਾਬ ਦੇ ਕੋਲ ਆਪਣੇ ਖੁਦ ਦੇ ਜਿਹੜਾ ਕ੍ਰੌਪਸ ਆ ਉਹ ਡਿਸਾਈਡ ਕਰਨ ਦਾ, ਜਿਹੜੀਆਂ ਫਸਲਾਂ ਨੇ ਉਹਦਾ ਪ੍ਰਾਈਸ ਜਿਹੜਾ ਡਿਸਾਈਡ ਕਰਨ ਦਾ ਉਹ ਹੱਕ ਹੋਣਾ ਚਾਹੀਦਾ। ਉਹਦੇ ਵਿੱਚ ਇੱਕ ਪੰਜਾਬ ਸਰਕਾਰ ਕਮੇਟੀ ਬਣਾਵੇ, ਉਹਦੇ ਵਿੱਚ ਕਿਸਾਨ ਹੋਣ ਤੇ ਉਹਦੇ ਵਿੱਚ ਖੇਤੀ ਮਾਹਰ ਹੋਣ। ਪੰਜਾਬ ਆਪਣੀਆਂ ਫਸਲਾਂ ਦਾ ਜਿਹੜਾ ਮੁੱਲ ਆਪ ਤੈਅ ਕਰੇ। ਦੂਜਾ ਕਿ ਪੰਜਾਬ ਕੋਲ ਇੰਟਰਨੈਸ਼ਨਲ ਟ੍ਰੇਡ ਦਾ ਹੱਕ ਹੋਣਾ ਚਾਹੀਦਾ ਗਾ, ਜਿਹਦੇ ਵਿੱਚ ਜੇਕਰ ਪੰਜਾਬ ਆਪਣਾ ਟਰੱਕ ਕੋਈ ਤੋੜਦਾਗਾ, ਜਿੰਨਾ ਚੱਕਾ ਘੁੰਮ ਕੇ ਉਹ ਟਰੱਕ ਨੇ ਬੰਬੇ ਪਹੁੰਚਣਾ, ਉਹਨਾਂ ਚੱਕਾ ਹੀ ਘੁੰਮ ਕੇ ਉਹ ਟਰੱਕ ਆ ਜਿਹੜਾ ਆਪਣਾ ਜਿਹੜਾ ਫੂਡ ਲੈ ਕੇ ਉਹ ਤੁਰਕੀ ਪਹੁੰਚ ਸਕਦਾ। ਸੋ ਸੇਮ ਹੀ ਰਾਹ ਪੈਂਦਾ ਗਾ। ਸੋ ਅਸੀਂ ਫਿਰ ਬੰਬੇ ਵਾਲਾ ਤਾਂ ਕਿਉਂ ਨਹੀਂ ਤੁਰਕੀ ਨੂੰ ਜਾਵਾਂਗੇ ਨਾ, ਅਸੀਂ ਹਰੇਕ ਸਾਨੂੰ ਸ਼ਹਿਰਾਂ ਦੇ ਵਿੱਚ ਹਰੇਕ ਦੇਸ਼ ਦੇ ਵਿੱਚ ਸਾਨੂੰ ਵੱਖਰਾ ਰੇਟ ਮਿਲੂਗਾ। ਬਿਲਕੁਲ। ਤੇ ਨਾਲੇ ਉਹ ਮੁੱਲ ਪਾਉਣਗੇ ਕਿਉਂਕਿ ਉਧਰ ਉਹ ਇੰਨੀ ਫਰਟਾਈਲ ਲੈਂਡ ਹੈ ਨਹੀਂ। ਇਹ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਤੀਜੀ ਗੱਲ ਇਹ ਹੈ ਕਿ ਪੰਜਾਬ ਨੂੰ ਆਪਣਾ ਫਸਲੀ ਚੱਕਰ ਜਿਹੜਾ ਤੋੜਨਾ ਹੀ ਪਊਗਾ, ਕਿਉਂਕਿ ਇਹ ਇਕਨੋਮੀ ਦਾ ਤਾਂ ਮਸਲਾ ਹੀ ਹੈ, ਇਕੋਲੋਜੀ ਦਾ ਵੀ ਇਹ ਮਸਲਾ ਪੰਜਾਬ ਦੇ ਲਈ ਹੁਣ ਬਹੁਤ ਵੱਡੇ ਰੂਪ ਦੇ ਵਿੱਚ ਅੱਗੇ ਖੜਾ ਹੋ ਜਾਣਾਗਾ। ਇਸ ਲਈ ਪੰਜਾਬ ਨੂੰ ਉਹ ਫਸਲੀ ਚੱਕਰ ਜਿਹੜਾ ਹਿੰਦੁਸਤਾਨ ਨੇ ਦਿੱਤਾ ਹੋਇਆ ਉਹਨੂੰ ਤੋੜਨਾ ਪਊਗਾ। ਪੰਜਾਬ ਦੀ ਜਿਹੜੀ ਖੇਤੀ ਵਿਰਾਸਤ ਆ ਨਾ, ਜਦੋਂ ਆਪਾਂ ਵਿਰਾਸਤ ਕਹਿੰਦੇ ਆ ਉਹ ਬਹੁਤ ਵੱਡਾ ਸ਼ਬਦ ਹੈ, ਉਹ ਸਾਰਾ ਕੁਛ ਹੀ ਆ ਜਾਂਦਾ ਹੈ। ਉਹ ਉਸ ਚੀਜ਼ ਵੱਲ ਮੁੜਨਾ ਪਊਗਾ। ਇਹ ਚੀਜ਼ ਪਤਾ ਹੋਊਗਾ ਯੂਨੀਅਨਾਂ ਨੇ ਜੇ ਕੱਚੀ ਉੱਥੇ ਖਿਚੜੀ ਰਹਿਣੀ ਤੇ ਉਹਨਾਂ ਦੀ ਖਿਚੜੀ ਫਿਰ ਪੰਜਾਬ 'ਚ ਮੈਨੂੰ ਲੱਗਦਾ ਲੋਕ ਬਣਾਉਣ ਨੂੰ ਤਿਆਰ ਬੈਠੇ। ਜੀ ਮੈਂ ਜਿਹੜਾ ਸਵਾਲ ਇਹ ਕਰਨਾ ਚਾਹੂੰਗਾ ਕਿ ਅਸੀਂ ਇੱਥੇ ਬੈਠੇ ਕੀ ਕਰ ਸਕਦੇ ਹਾਂ, ਅਸੀਂ ਕੀ ਕਰੀਏ ਕਿ ਉਹਨਾਂ ਨੂੰ ਬੈਸਟ ਸਪੋਰਟ ਹੋ ਜਾਏ।
ਆਪਾਂ ਜੀ ਵੱਧ ਤੋਂ ਵੱਧ ਕੋਸ਼ਿਸ਼ ਇੱਕ ਸਹੀ ਕਰ ਸਕਦੇ ਹਾਂ। ਸਾਡੇ ਕੋਲ ਅੱਜ ਕੱਲ੍ਹ ਸੋਸ਼ਲ ਮੀਡੀਆ ਕਿ ਅਸੀਂ ਇੱਥੇ ਵੱਧ ਹਾਜ਼ਰੀ ਲਾਈਏ, ਸਾਡੀ ਵਧਾਈਏ। ਇਸ ਦੇ ਨਾਲ ਜਿਹੜੀਆਂ ਦੂਜੀਆਂ ਸੁਸਾਇਟੀਜ਼ ਨੇ ਉਹਨਾਂ ਦੇ ਵਿੱਚ ਵੀ ਗੱਲ ਜਾਵੇ ਜੀ। ਅਸੀਂ ਸਰਕਾਰੀ ਪੱਧਰ ਤੇ ਵੀ ਜ਼ਰੂਰ ਕੁਝ ਕਰ ਸਕਦੇ ਹਾਂ ਕਿ ਇਹਦੀ ਹਾਜ਼ਰੀ ਲਵਾ ਸਕਦੇ ਹਾਂ। ਇੱਥੋਂ ਦੇ ਜਿਹੜੇ ਸਾਡੇ ਇਲੈਕਟਡ ਆਫੀਸ਼ੀਅਲਸ ਨੇ ਉਹਨਾਂ ਨੂੰ ਵੀ ਜ਼ਰੂਰ ਸਾਨੂੰ ਕੰਟੈਕਟ ਕਰਨਾ ਚਾਹੀਦਾ ਗਾ। ਜਿਸ ਤਰ੍ਹਾਂ ਇੰਗਲੈਂਡ ਦੇ ਵਿੱਚ ਸਿੱਖ ਫੈਡਰੇਸ਼ਨ ਜਿਹੜੀ ਇੰਗਲੈਂਡ ਦੇ ਵਿੱਚ ਹੈ, ਉਹਨਾਂ ਨੇ ਕਾਫੀ ਸਾਰੇ ਐਮਪੀਜ਼ ਇਕੱਠੇ ਕਰਕੇ ਉਹਨਾਂ ਨੇ ਵੈਬੀਨਾਰ ਕੀਤਾ। ਪੰਜਾਬ ਤੋਂ 2 ਸਪੀਕਰ ਲਏ, ਹਰਪਾਲ ਸਿੰਘ ਬਰਾੜ ਤੇ ਮਨਤੀਰ ਸਿੰਘ। ਉਹਨਾਂ ਨੇ ਇੰਗਲਿਸ਼ ਦੇ ਵਿੱਚ ਕਾਫੀ ਸੋਹਣਾ ਜਿਹੜਾ ਆਪਣੇ ਕੇਸ ਰੱਖਿਆ ਵੀ ਇਹ ਪੰਜਾਬ ਦੇ ਕਿਸਾਨਾਂ ਦਾ। ਉਸ ਦੇ ਨਾਲ ਇੱਕ ਇੰਟਰਨੈਸ਼ਨਲ ਤੌਰ ਦੇ ਉੱਤੇ ਵੀ ਪ੍ਰੈਸ਼ਰ ਬਣਨਾ ਸ਼ੁਰੂ ਹੋ ਜਾਂਦਾ ਵਾ। ਤਾਂ ਸਾਨੂੰ ਵੀ ਇਹ ਜ਼ਰੂਰ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਜਿਉਂ ਹੀ ਕੋਡ ਨਾਰਮਲ ਹੁੰਦਾ, ਸਾਨੂੰ ਇੱਕ ਛੋਟੇ ਇਕੱਠ ਵੀ ਰੱਖਣੇ ਚਾਹੀਦੇ ਤਾਂ ਕਿ ਅਸੀਂ ਬਾਹਰਲੇ ਲੋਕਾਂ ਦੇ ਵਿੱਚ ਵੀ ਇਹ ਚੀਜ਼ ਮਗਦੀ ਰੱਖੀਏ। ਕਿਉਂਕਿ ਜਦੋਂ ਪੰਜਾਬ ਦੇ ਵਿੱਚ ਕੁਝ ਨਾ ਕੁਝ ਜਿਹੜਾ ਮਾੜੀ ਨੀਤ ਸਰਕਾਰ ਆਪਣੀ ਦਿਖਾਉਂਦੀ ਆ, ਕਿਸੇ ਪਾਸੇ ਵੀ ਜਾ ਸਕਦੀ ਆ। ਸੋ ਅਸੀਂ ਹੀ ਹਾਂ ਜਿਨ੍ਹਾਂ ਨੇ ਉਦੋਂ ਬਾਅਦ ਇਹ ਸੰਘਰਸ਼ ਅੱਗੇ ਲੈ ਕੇ ਜਾਣਾ। ਸੋ ਸਾਡੀ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਤਾਲਮੇਲ ਸਾਡਾ ਚੰਗੀ ਤਰ੍ਹਾਂ ਸਥਾਪਿਤ ਹੋ ਜਾਣਾ ਚਾਹੀਦਾ ਜੀ। ਇੱਥੇ ਇੱਕ ਹੋਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਨੌਜਵਾਨ, ਉਹਨਾਂ ਨੇ ਵੈਸੇ ਤਾਂ ਮਿਸਾਲ ਰੋਬੀ ਜੀ ਕਾਇਮ ਕਰ ਦਿੱਤੀ ਹੈ। ਉਹਨਾਂ ਨੇ ਦਿਖਾਈ ਦਿੱਤਾ ਕਿ ਕੀ ਨੌਜਵਾਨੀ ਹੈ ਪੰਜਾਬ ਦੀ ਅੱਜ ਦੀ, ਉਹਦੀ ਜ਼ਮੀਨੀ ਹਕੀਕਤ ਕੀ ਹੈ ਉਹ ਦਿਖਾ ਦਿੱਤਾ। ਬਟ ਇੱਕ ਹੋਰ ਜਿਹੜਾ ਗੁਰਤੇਜੀ ਪੱਖ ਹੈ ਪੰਜਾਬ ਦੀ ਨੌਜਵਾਨੀ ਨੂੰ ਸਾਵਧਾਨ ਕਰਨ ਦਾ, ਉਹ ਇਹ ਹੈ ਕਿ ਜਿੱਦਾਂ ਹੁਣ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੈ, ਉਹਨਾਂ ਦੇ ਮਾਮਲੇ 'ਚ ਬਹੁਤ ਜਾਗਰੂਕ ਹੋਣਾ ਪੈਣਾ ਹੈ। ਕਿਉਂਕਿ ਆਫਟਰ ਆਲ ਫੂਡ ਤਾਂ ਬੇਸ਼ੱਕ ਅਸੀਂ ਬਾਹਰ ਬੈਠੇ, ਸਾਡੀਆਂ ਮਾਵਾਂ ਭੈਣਾਂ, ਸਾਡੇ ਭਰਾ, ਸਾਡੇ ਰਿਸ਼ਤੇਦਾਰ, ਉਹ ਸਾਡੇ ਦੋਸਤ ਸਾਰੇ ਉਹੀ ਖਾ ਰਹੇ ਨੇ। ਔਰ ਇੱਥੋਂ ਤੱਕ ਤਰਾਸਦੀ ਹੋ ਚੁੱਕੀ ਹੈ ਕਿ ਪਸ਼ੂਆਂ ਨੂੰ ਜੋ ਚਾਰਾ ਦਿੱਤਾ ਜਾ ਰਿਹਾ, ਉਹਨਾਂ ਦਾ ਦੁੱਧ ਆਉਂਦਾ ਹੈ। ਸਾਡੀਆਂ ਜੋ ਧੀਆਂ ਭੈਣਾਂ ਮਾਵਾਂ ਬਣਦੀਆਂ ਨੇ, ਜਦੋਂ ਉਹ ਪਹਿਲੀ ਬ੍ਰੈਸਟ ਫੀਡ ਬੱਚਾ ਲੈਂਦਾ ਜਿਹੜਾ ਕਿ ਦੁਨੀਆ ਤੇ ਆਏ ਹੁੰਦਾ, ਉਸ ਨੂੰ ਵੀ ਜ਼ਹਿਰ ਦਿੱਤੀ ਜਾ ਰਹੀ ਹੈਗੀ ਹੈ, ਜਿਹੜੀ ਕਿ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਮਾਮਲੇ 'ਚ ਵੀ ਜਾਗਰੂਕ ਹੋਣਾ ਬਣਦਾ ਹੈ ਜੀ। ਬਿਲਕੁਲ, ਜਦੋਂ ਮੇਰਾ ਫਸਲੀ ਚੱਕਰ ਟੁੱਟੂਗਾ ਉਹਦੇ ਵਿੱਚ ਪੈਸਟੀਸਾਈਡ ਬਹੁਤ ਜ਼ਿਆਦਾ ਆਪਾਂ ਕਿਤੇ ਘਟੂਗਾ। ਅੱਜ ਪੰਜਾਬ ਨੂੰ ਤਕਰੀਬਨ 10 ਲੱਖ ਕੁਇੰਟਲ ਆ ਜਿਹੜੀ ਉਹ ਦਾਲ ਹੀ ਬਾਹਰੋਂ ਆਪਣੇ ਮੱਕੀ ਬਾਹਰੋਂ ਮੰਗਵਾਉਣੀ ਪੈ ਰਹੀ ਆ। ਸੋ ਇਹ ਹੈਰਾਨੀ ਵਾਲੀ ਗੱਲ ਆ ਕਿ ਪੰਜਾਬ ਖੁਦ ਮੱਕੀ ਬਹੁਤ ਵੱਡੀ ਪੈਦਾ ਕਰ ਸਕਦਾ। ਸੋ ਏਦਾਂ ਜਦੋਂ ਫਸਲੀ ਚੱਕਰ ਟੁੱਟੂ ਨਾ, ਸਾਡੀਆਂ ਬਹੁਤੀਆਂ ਮੁਸ਼ਕਲਾਂ ਤਾਂ ਇੱਥੇ ਹੱਲ ਹੋ ਜਾਣਗੀਆਂ। ਤੇ ਕਿਉਂਕਿ ਆਪਣੀ ਫਸਲ ਦਾ ਆਪ ਮੁੱਲ ਲਾਵਾਂਗੇ ਤੇ ਸਾਨੂੰ ਫਿਰ ਘੱਟ ਝਾੜਨਾ ਵੀ ਸਾਨੂੰ ਸਰ ਜੂਗਾ ਜੀ। ਬਿਲਕੁਲ ਜੀ, ਬਹੁਤ ਮਿਹਰਬਾਨੀ ਗੁਰਤੇਜ ਜੀ, ਤੁਹਾਡਾ ਸਮਾਂ ਅਸੀਂ ਲੈਤਾ ਔਰ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਸਾਡੀ ਇਸ ਗੱਲਬਾਤ ਤੋਂ ਕੋਈ ਲਾਹਾ ਹੋਇਆ ਹੋਵੇਗਾ। ਅਗਲੇ ਕਿਸੇ ਵਿਸ਼ੇ ਦੇ ਉੱਪਰ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਥੈਂਕ ਯੂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਰਿਸ਼ੀ ਜੀ, ਇਹਨਾਂ ਦੀ ਗੱਲਬਾਤ ਦੇ ਵਿੱਚੋਂ ਜਿਹੜੀ ਵੱਡੀ ਗੱਲ ਨਿਕਲ ਕੇ ਆਈ ਆ ਉਹ ਇਹ ਆ ਕਿ ਸਾਨੂੰ ਇੱਥੋਂ ਦੇ ਸਾਡੇ ਜਿਹੜੇ ਲੋਕਲ ਲੀਡਰ ਜਿਹੜੇ ਚੁਣੇ ਹੋਏ ਨੇ, ਅਸੀਂ MP ਚੁਣੇ ਹੋਏ ਨੇਗੇ, ਉਹਨਾਂ ਤੱਕ ਸਾਨੂੰ ਅਪਰੋਚ ਕਰਨੀ ਚਾਹੀਦੀ ਆ। ਉਹਨਾਂ ਦੇ ਰਾਹੀਂ ਇੱਥੋਂ ਦੀ ਸਰਕਾਰ ਦੇ ਵਿੱਚ ਸੁਨੇਹਾ ਪਹੁੰਚਾਉਣਾ ਚਾਹੀਦਾ ਕਿ ਉੱਥੇ ਸਾਡੇ ਕਿਸਾਨਾਂ ਦੇ ਨਾਲ, ਸਾਡੇ ਫਾਰਮਰਸ ਦੇ ਨਾਲ ਕੀ ਹੋ ਰਿਹਾ ਔਰ ਕਿਸ ਤਰ੍ਹਾਂ ਹੋ ਰਿਹਾ, ਕਿੱਦਾਂ ਬੇਇਨਸਾਫੀ ਹੋ ਰਹੀ ਹੈ, ਹਿਊਮਨ ਰਾਈਟਸ ਦਾ ਕਿੱਦਾਂ ਜਿਹੜਾ ਵਾਇਲੇਸ਼ਨ ਹੋ ਰਿਹਾ ਉੱਥੇ। ਸੋ ਇਹ ਵੀ ਕਿਤੇ ਜਿਹੜੀ ਰਾਏ ਆ ਗਈ ਥੋੜੀ ਸਾਰਥਕ ਲੱਗ ਰਹੀ ਹੈ। ਬਿਲਕੁਲ ਜੀ, ਔਰ ਇਹਦੇ ਵਾਸਤੇ ਅਸੀਂ ਯਤਨ ਆਰੰਭ ਕਰ ਚੁੱਕੇ ਹਾਂ ਆਪਣੇ ਮੰਚ ਤੋਂ ਜੀ। ਤੇ ਹੁਣ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦੀ ਰਾਏ ਦਾ ਸਾਨੂੰ ਰਹੇਗਾ ਇੰਤਜ਼ਾਰ ਕਿ ਇਸ ਮਿਸ਼ਨ ਨੂੰ ਅੱਗੇ ਕਿਵੇਂ ਵਧਾਇਆ ਜਾਵੇ ਜੀ। ਆਪਾਂ ਇੱਕ ਕਾਲਰ ਹੋਰ ਲੈਣਾ, ਉਸ ਤੋਂ ਬਾਅਦ ਸਾਡੀਆਂ ਥੋੜ੍ਹੀਆਂ ਉਹਦੇ ਗੱਲਾਂ ਬਾਤਾਂ ਹੋਣਗੀਆਂ ਤੇ ਉਸ ਤੋਂ ਬਾਅਦ ਫਿਰ ਅਸੀਂ ਇਸ ਪ੍ਰੋਗਰਾਮ ਨੂੰ ਸਮੇਟਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਇਦਾਂ ਦੇ ਕਿਸੇ ਵਿਸ਼ੇ ਦੇ ਉੱਪਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਹੁਣ ਤੱਕ ਜੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਇਹਦਾ ਮਤਲਬ ਤੁਹਾਨੂੰ ਆਨੰਦ ਆ ਰਿਹਾ ਸਾਡੀ ਗੱਲਬਾਤ ਦਾ ਔਰ ਕੁਝ ਜਾਣਕਾਰੀ ਵੀ ਮਿਲ ਰਹੀ ਹੋਵੇਗੀ। ਫॉर श्योर ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਵੀ ਕਰ ਸਕਦੇ ਹੋ ਔਰ ਲਾਈਕ ਔਰ ਕਮੈਂਟ ਆਪਣੀ ਇਨਫੋਰਮੇਸ਼ਨ ਜਿਹੜੀ ਸਾਡੇ ਨਾਲ ਸਾਂਝੀ ਕਰ ਸਕਦੇ ਹੋਗੇ, ਤਾਂ ਜੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਤੋਂ ਕੋਈ ਸ਼ੋਅ ਆ ਜਿਹੜਾ ਮਿਸ ਨਾ ਹੋਵੇ। ਅਸੀਂ ਲੈਂਦੇ ਹਾਂ ਜੀ ਅਗਲੇ ਕਾਲਰ ਨੂੰ। ਸੋ ਰਿਸ਼ੀ ਜੀ, ਆਪਾਂ ਕਰੀਏ ਫਿਰ ਅਗਲੇ ਮਹਿਮਾਨ ਨੂੰ ਆਪਾਂ ਜੀ। ਮਹਿਮਾਨ ਆਪਣੇ ਨੇ ਸੁਖਜੀਤ ਸਿੰਘ ਔਲਖ ਜੀ, ਕਰੋ ਤੁਸੀਂ ਨੰਬਰ ਡਾਇਲ ਜੀ। ਤੁਸੀਂ ਦੱਸੋ ਉਹਨਾਂ ਬਾਰੇ ਆਪਣੇ ਦਰਸ਼ਕਾਂ ਨੂੰ। ਬਿਲਕੁਲ, ਸੁਖਜੀਤ ਔਲਖ ਸਾਹਿਬ ਮੈਲਬਰਨ ਦੇ ਵਸਨੀਕ ਨੇ ਤੇ ਨਾਲ ਇਮੀਗ੍ਰੇਸ਼ਨ 'ਚ ਵੀ ਸਾਡੀ ਛੋਟੀ ਭਾਗੋ ਰਾਣੀ ਦਾ ਪੈਰ ਅੜਦਾ ਹੈਗਾ, ਯਾਨੀ ਕਿ ਇਮੀਗ੍ਰੇਸ਼ਨ ਕੰਸਲਟੈਂਟ ਨੇ।
ਤੇ ਨਾਲ ਸੁਖਜੀਤ ਦੀ ਇੱਕ ਕਿਤਾਬ ਵੀ ਆ ਚੁੱਕੀ ਹੈ ਜੀ, ਆਖਰੀ ਵਿਆਹ, ਪੰਜਾਬੀ ਦੇ ਵਿੱਚ, ਤੇ ਨਾਲ ਉਹ ਪੱਤਰਕਾਰੀ ਵੀ ਕਰਦੇ ਨੇ ਦਾਇਰੇਦਾਰ ਦੀ ਮੈਲਬਰਨ ਤੋਂ। ਸੋ ਸਿਰ ਕੱਢਵੀਂ ਸ਼ਖਸੀਅਤ ਹੈ ਜੀ ਮੈਲਬਰਨ ਦੀ, ਤੇ ਨੰਬਰ ਮਿਲ ਗਿਆ ਮੇਰੇ ਖਿਆਲ ਨਾਲ। ਹਾਂਜੀ ਸੁਖਜੀਤ ਜੀ ਸਾਡੇ ਨਾਲ। ਸੁਖਜੀਤ ਜੀ ਵੈਲਕਮ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਈਸਟ ਵੈਸਟ ਵਿਦ ਬੈਨੀਪਾਲ ਤੁਹਾਡਾ ਸਵਾਗਤ ਕਰਦਾ ਜੀ। ਸਭ ਤੋਂ ਪਹਿਲਾਂ ਰਾਬਤਾ ਅਦਾਰੇ ਨਾਲ ਜੁੜੇ ਸਾਰੇ ਸਰੋਤਿਆਂ, ਦਰਸ਼ਕਾਂ ਤੇ ਮੇਰੇ ਸਾਰੇ ਪਿਆਰੇ ਵੀਰਾਂ ਭਾਈਆਂ ਦਾ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ ਜੀ। ਤੇ ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦੇ ਨਾਲ ਆਉਣੇ ਲੈਣ ਵਾਸਤੇ ਜੀ। ਗੱਲ ਸਾਡੀ ਇਹ ਹੋ ਰਹੀ ਹੈ ਸੁਖਜੀਤ ਜੀ ਕਿ ਅਸੀਂ ਅੱਜ ਇਹ ਟਰਾਈ ਟੂ ਫਾਈਂਡ ਕਰ ਰਹੇ ਹਾਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਜਿਹੜੀ ਥਾਟ ਦਾ ਜਵਾਬ ਲੱਭਣ ਵਾਸਤੇ ਕਿ ਅਸੀਂ ਵਿਦੇਸ਼ 'ਚ ਬੈਠੇ ਜਿਹੜੇ ਪੰਜਾਬੀ ਹਾਂ ਜਾਂ ਅਸੀਂ ਕਿਸਾਨ ਦੇ ਜਿਹੜੇ ਹਤੈਸ਼ੀ ਆ, ਜਾਂ ਸਾਨੂੰ ਪੇਨ ਹੋ ਰਿਹਾ ਉਸ ਪੂਰੀ ਜਿਹੜੀ ਚੱਲ ਰਿਹਾ ਜਿਹੜਾ ਸੰਘਰਸ਼ ਆ ਪੰਜਾਬ ਦੇ ਵਿੱਚ ਜਾਂ ਦਿੱਲੀ ਨੂੰ ਚੱਲੇ ਨੇ ਜਿਹੜੇ, ਤਾਂ ਉਹਦੇ ਵਿੱਚ ਅਸੀਂ ਕਿਸ ਤਰ੍ਹਾਂ ਯੋਗਦਾਨ ਪਾ ਸਕਦੇ ਹਾਂ ਫਾਈਨੈਂਸ਼ੀਅਲੀ, ਇਮੋਸ਼ਨਲੀ, ਔਰ ਜੇ ਪਾ ਸਕਦੇ ਹਾਂ ਕਿਸੇ ਤਰੀਕੇ ਨਾਲ ਤਾਂ ਕੌਣ ਉਸ ਦਾ ਇਨੀਸ਼ੀਏਟਿਵ ਲਊਗਾ, ਕਿਸ ਨੂੰ ਅੱਗੇ ਹੋਣਾ ਚਾਹੀਦਾ। ਅਸੀਂ ਤਾਂ ਸਾਰੇ ਪੱਤਰਕਾਰ ਭਾਈਚਾਰਕ ਸਾਂਝ ਵਾਲੇ ਹਾਂ, ਬਟ ਸਾਨੂੰ ਇਸ ਵਾਸਤੇ ਅੱਗੇ ਕੌਣ ਸਿਰ ਚੱਕ ਕੇ ਆਊਗਾ, ਕਿਸ ਤਰ੍ਹਾਂ ਦਾ ਯੋਗਦਾਨ ਹੋ ਸਕਦਾ, ਇਹਦੇ ਬਾਰੇ ਤੁਸੀਂ ਦੱਸੋ ਜੀ। ਸਭ ਤੋਂ ਪਹਿਲਾਂ ਤਾਂ ਇਸ ਕਿਸਾਨ ਮਜ਼ਦੂਰ ਜਿਹੜਾ ਸੰਘਰਸ਼ ਜਿਹੜਾ ਚੱਲ ਰਿਹਾ ਜੀ ਇਸ ਟਾਈਮ, ਇਹਦੇ ਵਿੱਚ ਜੂਝ ਰਹੇ ਸਾਰੇ ਹੀ ਵੀਰਾਂ ਭਾਈਆਂ, ਮੇਰੇ ਬਜ਼ੁਰਗਾਂ, ਮੇਰੀਆਂ ਮਾਤਾਵਾਂ ਨੂੰ ਲੱਖ ਲੱਖ ਸਿਰ ਦਾ ਪ੍ਰਣਾਮ, ਜਿਨ੍ਹਾਂ ਨੇ ਆਪਣੇ ਘਰਾਂ ਦਾ ਸੁੱਖ ਚੈਨ ਤਿਆਗ ਕੇ ਅੱਜ ਇੰਨੇ ਲੰਮੇ ਟਾਈਮ ਤੋਂ ਰੇਲਵੇ ਲਾਈਨਾਂ ਤੇ ਜਿਹੜੇ ਬੈਠੇ ਆ। ਤੇ ਮੈਨੂੰ ਰੋਗੀ ਜੀ ਐਵੇਂ ਲੱਗ ਰਿਹਾ ਕਿ ਜਿਵੇਂ ਕਹਿੰਦਾ ਨਾ, मोहे मरने का चाव है, मरो तो हर के द्वार, मत हर पूछो कौन है खड़ा हमारे बार। पूरा पंजाब इस टाइम इस शहादतां दा जिद्दां एक चाह चढ़िया वा इस अपनी होंद नूं बचाउण वास्ते। ते इह जिहड़ा एक वड्डी लहर, एक जिहड़ा इन्ना वड्डा तूफान खड़ गया ना, एक बार तो फिर दोबारे दिल तो प्रणाम। मैं पता नहीं सवेर दा जदों दा ओह तस्वीरां वेख चुका, जदों दी वीडियोस वेख चुका, घट्टो घट्ट मैं 4-5 बार मतलब मन भर ओहदा बार वेख के मैं 4-5 बार रो के अपना मन हल्का कर लिया कि साडे अज पंजाब साडी होंद ते इह सवाल आ गया। उस तो बाद जिहड़ी तुसीं गल कर रहे कि बाहर बैठे जिन्ने भी आ विदेशां दे विच, चाहे आस्ट्रेलिया, कैनेडा, अमेरिका, पंजाब दे विचों असीं निकले, साडे जो पंजाब ना निकलिया ते ना शायद निकलूगा। कैप्टन साहब नूं, मोदी साहब नूं जां होर जिन्ने भी ने, इन्हां नूं बाहर बैठे NRI जिहड़े, इन्हां नूं सारिआं नूं अतवादी नज़र आउंदे होणगे, पर हर NRI ਦੇ ਦਿਲ ਦੇ ਵਿੱਚ ਪੰਜਾਬ ਵਾਸਤੇ ਅੱਜ ਵੀ ਦਰਦ ਆ, ਅੱਜ ਵੀ ਉਹ ਪੰਜਾਬ ਨੂੰ ਹੱਸਦਾ ਵਸਦਾ ਵੇਖਣਾ ਚਾਹੁੰਦੇ ਆ। ਉਸ ਤੋਂ ਬਾਅਦ ਜਿਹੜੀ ਹੁਣ ਆਪਾਂ ਗੱਲ ਕਰੀਏ ਜੀ, ਜਿਹੜਾ ਤੁਹਾਡਾ ਸਵਾਲ ਸੀਗਾ ਕਿ ਆਪਾਂ ਮਦਦ ਕਿਵੇਂ ਕਰ ਸਕਦੇ ਆ ਜੀ। ਜਿਹੜੇ ਫਰੰਟ ਲਾਈਨ ਤੇ ਵੀਰ ਉੱਥੇ ਲੜ ਰਹੇ ਆ ਇਸ ਟਾਈਮ, ਜਿਹੜੇ ਸੰਘਰਸ਼ ਦੇ ਵਿੱਚ ਬੈਠੇ ਆ, ਚਾਹੇ ਅਸੀਂ ਤਨ ਕਰਕੇ ਉਹਨਾਂ ਦੇ ਵਿੱਚ ਨਹੀਂ ਜਾ ਸਕਦੇ ਲੋਕਡਾਊਨ ਦਾ ਵਜ੍ਹਾ ਨਾਲ, ਜਾਂ ਹੋਰ ਕਈ ਰੀਜ਼ਨ ਹੋ ਸਕਦੇ ਕਿ ਅਸੀਂ ਤਨ ਕਰਕੇ ਉੱਥੇ ਨਹੀਂ ਹਾਜ਼ਰ, ਪਰ ਲੜਾਈ ਦੇ ਵਿੱਚ ਜਿਹੜੀ ਬੈਕਗਰਾਉਂਡ ਤੇ ਦਾ ਪਿਛਲੇ ਪਾਸੇ ਇੱਕ ਸਟ੍ਰੈਟਜੀ ਬਣਾਉਣਾ, ਇੱਕ ਪਲਾਨ ਬਣਾਉਣਾ, ਜਿਹੜਾ ਬੈਕਅਪ ਦੇਣਾ, ਉਸ ਦੇ ਵਿੱਚ ਮੇਰੇ ਹਿਸਾਬ ਨਾਲ ਜਿੰਨੇ NRIs ਬੈਠੇ ਆ ਨਾ, ਉਹਦੇ ਵਾਸਤੇ ਉਹ ਬੜਾ ਵਧੀਆ ਰੋਲ ਨਿਭਾ ਸਕਦੇ ਆ। ਅਸੀਂ ਜਿੰਨੇ ਵੀ ਲੀਗਲ ਐਕਸ਼ਨ ਲੈਣੇ ਆ, ਚਾਹੇ ਉਹ ਇੰਟਰਨੈਸ਼ਨਲ ਕੋਰਟ ਦੇ ਵਿੱਚ ਹੋਣ, ਚਾਹੇ ਉਹ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਬੈਠੀਆਂ ਜਿੰਨੀਆਂ ਵੀ ਅੰਬੈਸੀਜ਼ ਆ, ਇਹਨਾਂ ਦੇ ਮੂਹਰੇ ਧਰਨੇ ਆ। ਘੱਟੋ ਘੱਟ ਇੰਟਰਨੈਸ਼ਨਲ ਲੈਵਲ ਤੇ, ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਇੱਕ ਰਾਸ਼ਟਰ ਦਾ ਜਿਹੜਾ ਅਖੌਤੀ ਲੋਕਤੰਤਰ ਦਾ ਜਿਹੜਾ ਚਿਹਰਾ ਵਾ ਨਾ, ਉਹਨੂੰ ਨੰਗਾ ਜ਼ਰੂਰ ਕਰ ਸਕਦੇ ਇੱਥੋਂ ਬੈਠੇ। ਉਸ ਤੋਂ ਬਾਅਦ ਜਿਹੜੇ ਵੀ ਪਿੰਡ 12,500 ਤੋਂ ਉੱਪਰ ਦੇ ਪਿੰਡ ਆ ਪੰਜਾਬ ਦੇ, ਤੇ ਮੇਰੇ ਖਿਆਲ ਨਾਲ ਹਰ ਪਿੰਡ ਦੇ ਵਿੱਚੋਂ ਲੋਕ ਜਿਹੜੇ ਉਸ ਸੰਘਰਸ਼ 'ਚ ਗਏ ਆ, ਪਿੰਡ ਲੈਵਲ ਤੇ, ਪਿੰਡ ਪੱਧਰ ਤੇ ਹਰ NRI ਆਪਣੇ ਪਿੰਡ ਦੇ ਪਿੰਡ ਵਾਲਿਆਂ ਨਾਲ, ਜਿਹੜੇ ਵਸਨੀਕਾਂ ਨਾਲ, ਜਿਹੜੇ ਵੀ ਮੋਹਰੀ ਬੰਦੇ ਉਹਨਾਂ ਨਾਲ ਸੰਪਰਕ ਕਰਕੇ ਕਿ ਜਿਹੜੇ ਬੰਦੇ ਭਾਈ ਉਸ ਸੰਘਰਸ਼ ਦੇ ਵਿੱਚ ਉੱਥੇ ਬੈਠੇ ਆ ਲੰਮੇ ਟਾਈਮ ਤੋਂ, ਜਾਂ ਹੋਰ ਉਹਨਾਂ ਨੂੰ ਬਹਿਣਾ ਪੈਣਾ ਵਾ, ਉਹਨਾਂ ਦੇ ਪਰਿਵਾਰਕ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਵਾ, ਉਹਨਾਂ ਦੇ ਵਿੱਚ ਅਸੀਂ ਮਦਦ ਕਰ ਸਕਦੇ ਆ। ਉਹਨਾਂ ਨੂੰ ਘੱਟੋ ਘੱਟ ਇਹ ਲੱਗੇ ਕਿ ਜੇ ਸਾਡੇ ਪਰਿਵਾਰ ਦੇ ਅੱਧੇ ਮੈਂਬਰ ਜਿਹੜੇ ਮੋਹਰੀ ਮੈਂਬਰ ਆ, ਘਰ ਦੇ ਜਿਹੜੇ ਕਮਾਊ ਮੈਂਬਰ ਆ, ਉਹ ਜਾ ਕੇ ਰੇਲਵੇ ਲਾਈਨਾਂ ਤੇ ਬੈਠੇ, ਉਹ ਡਾਂਗਾਂ ਖਾ ਰਹੇ ਆ, ਉਹ ਹਿੱਕਾਂ ਦੇ ਪਾਣੀ ਦੀਆਂ ਬੁਛਾੜਾਂ ਸਹਿ ਰਹੇ ਆ, ਤੇ ਅਗਰ ਉਹਨਾਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਹੈਲਪ ਦੀ ਮਦਦ ਲੋੜ ਪੈਂਦੀ ਆ, ਉਹ NRI ਪੂਰੀ ਕਰ ਸਕਦੇ ਆ ਜੀ। ਉਸ ਤੋਂ ਬਾਅਦ ਜਿਵੇਂ ਮੈਂ ਪਹਿਲਾਂ ਕਹਿ ਚੁੱਕਾ ਕਿ ਇੰਟਰਨੈਸ਼ਨਲ ਪੱਧਰ ਤੇ ਜਿਹੜਾ ਇਹਨਾਂ ਦਾ ਅਖੌਤੀ ਚਿਹਰਾ ਨੰਗਾ ਕਰਨਾ, ਸਾਰੇ ਸ਼ਹਿਰਾਂ ਦੇ ਵਿੱਚ ਲਗਭਗ ਜਿੰਨੀਆਂ ਵੀ ਕੌਂਸਲੇਟ ਆ, ਉੱਥੇ ਪਲਾਨ ਕਰਕੇ ਤਰੀਕੇ ਦੇ ਨਾਲ ਕੁਛ ਮੁਜ਼ਾਹਰੇ ਮੇਰੇ ਖਿਆਲ ਨਾਲ ਆਲਰੇਡੀ ਹੋ ਵੀ ਚੁੱਕੇ, ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਆਪਾਂ ਦੇਖੇ ਆਲਰੇਡੀ ਉਹ ਰੈਲੀਆਂ ਵਗੈਰਾ ਲੋਕ ਕਰ ਚੁੱਕੇ ਆ। ਚਲੋ ਲੋਕਡਾਊਨ ਦਾ ਕਰਕੇ ਕੁਛ ਪਾਬੰਦੀਆਂ ਵੀ ਆ, ਕੁਛ ਰਿਸਟ੍ਰਿਕਸ਼ਨਸ ਵੀ ਆ, ਬਟ ਫਿਰ ਵੀ ਪਲਾਨ ਕੀਤਾ ਜਾ ਸਕਦਾ ਵਾ। ਉਸ ਤੋਂ ਬਾਅਦ ਜਿਹੜੇ ਪੋਲੀਟੀਕਲ ਲੈਵਲ ਤੇ ਜਿਹੜੇ ਸਾਡੇ ਜਿੰਨੇ ਵੀ ਆਗੂ ਆ, ਜੇ ਚਾਹੇ
ਚੀਜ਼ ਦਾ ਚਾਰਾ ਕਰਨਗੇ। ਜਿਹੜੀਆਂ ਅਲੱਗ-ਅਲੱਗ ਕੰਟਰੀਜ਼ ਦੀਆਂ ਜਿਹੜੀਆਂ ਪਾਰਲੀਮੈਂਟਸ ਆ ਉਹਨਾਂ ਦੇ ਵਿੱਚ ਇਸ ਚੀਜ਼ ਦੇ ਪ੍ਰਸਤਾਵ ਲਿਆਂਦੇ ਜਾਣ, ਨਿੰਦਾ ਪ੍ਰਸਤਾਵ ਲਿਆਂਦੇ ਜਾਣ ਕਿ ਕਿੱਦਾਂ ਜਿਹੜੀ ਗਵਰਨਮੈਂਟ ਆ ਉਹ ਲੋਕਾਂ ਨਾਲ ਉੱਥੇ ਧੱਕਾ ਕਰ ਰਹੀ ਹੈ ਸਰੇਆਮ। ਜੀ ਬਿਲਕੁਲ ਜੀ, ਬਿਲਕੁਲ ਇਹਨਾਂ ਦੀ ਗੱਲ ਸਹੀ ਹੈਗੀ ਔਰ ਬਹੁਤ ਵਧੀਆ ਅਪਰੋਚ ਜਿਹੜੀ ਹੈ ਤੁਹਾਡੇ ਮਨ ਦੇ ਵਿੱਚ ਹੈ ਜੀ। ਉਮੀਦ ਕਰਦੇ ਹਾਂ ਸਾਡੇ ਪੰਜਾਬੀ ਇਹਨਾਂ ਵਿਚਾਰਾਂ ਦੇ ਉੱਪਰ ਜਿਹੜਾ ਧਿਆਨ ਦੇਣਗੇ ਔਰ ਕੁਛ ਨਾ ਕੁਛ ਇਨੀਸ਼ੀਏਟਿਵ ਕਿਤੇ ਨਾ ਕਿਤੇ ਉਹ ਲੋਕ ਲੈਣਗੇ। ਤੇ ਸਮਾਂ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ, ਬਹੁਤ ਸਾਰੀਆਂ ਗੱਲਾਂ ਮੈਂ ਚਾਹੁੰਦਾ ਸੀਗਾ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ, ਮਨ 'ਚ ਬਹੁਤ ਸਾਰੇ ਖਿਆਲ ਆ ਰਹੇ ਨੇ, ਪਰ ਸਮੇਂ ਨੂੰ ਨਜ਼ਰ 'ਚ ਰੱਖਦੇ ਹੋਏ ਸਾਨੂੰ ਸਮੇਟਣਾ ਪੈਣਾ ਜੀ ਪ੍ਰੋਗਰਾਮ। ਤੇ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਵਾਜ਼ ਮਾਰਾਂਗੇ ਜੀ, ਤੁਹਾਡੇ ਵਿਚਾਰਾਂ ਦੇ ਨਾਲ ਅਸੀਂ ਸਾਡੇ ਆਪਣੇ ਦਰਸ਼ਕਾਂ ਸਰੋਤਿਆਂ ਦੀ ਸਾਂਝ ਪਾਵਾਂਗੇ। ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸੋ ਮਚ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸੋ ਰਿਸ਼ੀ ਜੀ, ਇਹ ਤਾਂ ਸਨ ਸਾਡੇ ਜਿਹੜੇ ਦੋਸਤ ਜਿਹੜੇ ਮੈਲਬੌਰਨ ਤੋਂ ਸਾਡੇ ਨਾਲ ਰਾਬਤਾ ਬਣਾਇਆ ਜਿਨ੍ਹਾਂ ਨੇ, ਸੁਖਜੀਤ ਜੀ। ਔਰ ਇਸ ਤੋਂ ਬਾਅਦ ਫਿਰ ਆਪਾਂ ਨੇ ਇਸ ਤੋਂ ਬਾਅਦ ਜਿਹੜੀ ਗੱਲਬਾਤ ਆ ਗਈ ਆਪਣੀ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਸਾਰੇ ਜਿਹੜੇ ਸਾਡੇ ਜਿਹੜੇ ਦੋਸਤ ਨੇਗੇ ਇੱਥੋਂ ਦੇ ਜਾਂ ਜਿਹੜੇ ਉਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਨੇਗੇ ਉਹਨਾਂ ਦੇ ਨਾਲ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਇਸ ਪ੍ਰੋਗਰਾਮ ਦੇ ਵਿੱਚ ਹੁਣ ਜੇ ਇਸ ਪ੍ਰੋਗਰਾਮ ਨੂੰ ਅਸੀਂ ਸਮੇਟਣ ਵੱਲ ਨੂੰ ਚੱਲੀਏ ਤਾਂ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸੋਚਦੇ ਹੋ? ਇੰਨੀਆਂ ਸਾਰੀਆਂ ਆਪਾਂ ਗੱਲਾਂ ਬਾਤਾਂ ਆਪਣੇ ਮਹਿਮਾਨਾਂ ਤੋਂ ਸੁਣੀਆਂ, ਤੁਹਾਨੂੰ ਕੀ ਲੱਗਦਾ ਹੈਗਾ ਕਿ ਕੀ ਕਰ ਸਕਦਾ ਇੱਕ NRI, ਇੱਕ ਵਿਦੇਸ਼ 'ਚ ਬੈਠਾ ਪੰਜਾਬੀ ਜਾਂ ਇੱਕ ਕਿਸਾਨ ਦਾ ਹਿਤੈਸ਼ੀ ਪਰਸਨ ਹੈ ਜਿਹੜਾ ਉਸ ਪੇਨ ਨੂੰ ਮਹਿਸੂਸ ਕਰਨ ਦੇ ਨਾਲ ਨਾਲ ਉਸ ਨੂੰ એનર્ਜੀ ਦੇ ਰੂਪ ਦੇ ਵਿੱਚ ਕਿਸ ਤਰ੍ਹਾਂ ਬਾਹਰ ਲੈ ਕੇ ਆ ਸਕਦਾ, ਕਿੱਦਾਂ ਸਪੋਰਟ ਕਰ ਸਕਦਾ? ਜੀ ਬਿਲਕੁਲ, ਨਿਚੋੜ ਤਾਂ ਰੋਬੀ ਜੀ ਸਾਰੀਆਂ ਗੱਲਾਂ ਦਾ ਆਲਮੋਸਟ ਨਿਕਲ ਹੀ ਚੁੱਕਿਆ ਹੈ। ਫਾਈਨੈਂਸ਼ੀਅਲ ਏਡ ਇਹ ਬਹੁਤ ਮਹੱਤਵਪੂਰਨ ਹੈਗੀ ਹੈ ਜੀ, ਔਰ ਉਸ ਤੋਂ ਵੀ ਉੱਪਰ ਹੈਗੀ ਹੈ ਜਿਹੜੀ ਕਿ ਮਾਨਸਿਕ ਸਪੋਰਟ ਦੇਣੀ ਹੈ ਨਾ ਆਪਣੇ ਪਰਿਵਾਰ ਨੂੰ ਜੀ, ਆਪਣੇ ਪਿੰਡ ਦੇ ਕਿਸਾਨਾਂ ਨੂੰ, ਉਹ ਬਹੁਤ ਹੀ ਜ਼ਰੂਰੀ ਹੈਗੀ ਹੈ। ਕਿਉਂਕਿ ਅਸੀਂ ਪਾਸਟ ਦੇ ਵਿੱਚ ਵੇਖਿਆ ਵੀ 2-2 4-4 ਲੱਖ ਜਦੋਂ ਕਿਸੇ ਸਿਰ ਕਰਜ਼ਾ ਹੁੰਦਾ ਹੈ ਤੇ ਉਹ ਆਪਣੀ ਜ਼ਿੰਦਗੀ ਨਾਲ ਖੇਡ ਜਾਂਦਾ ਹੈ। ਹੁਣ ਤੇ ਗੱਲ ਹੀ ਬਹੁਤ ਵੱਡੀ ਹੋ ਚੁੱਕੀ ਹੈ। ਸੋ ਇਸ ਪੱਖੋਂ ਵੀ ਸਾਨੂੰ ਆਪਣੇ ਭਰਾਵਾਂ ਨੂੰ ਸਪੋਰਟ ਦੇਣੀ ਚਾਹੀਦੀ ਹੈ ਕਿ ਭਾਈ ਘਬਰਾਉਣ ਦੀ ਲੋੜ ਨਹੀਂ ਹੈਗੀ। ਤੇ ਫਾਈਨੈਂਸ਼ੀਅਲ ਏਡ ਦੀ ਆਪਾਂ ਗੱਲ ਕਰ ਚੁੱਕੇ ਹਾਂ। ਬਾਕੀ ਜੋ ਰਾਜਨੀਤਿਕ ਲੈਵਲ ਤੇ ਹੈਗਾ ਉਹ ਵੀ ਕੀਤਾ ਜਾਣਾ ਚਾਹੀਦਾ, ਪਰ ਹਰ ਖੇਤਰ ਦੇ ਵਿੱਚ ਉਸ ਖੇਤਰ ਦੇ ਮਾਹਿਰ ਬੰਦੇ ਹੀ ਮੂਹਰੇ ਆਉਣ, ਉਹ ਜ਼ਿਆਦਾ ਵਧੀਆ ਰਹੇਗਾ। ਇਹ ਬਹੁਤ ਜ਼ਰੂਰੀ ਹੈ ਜੀ। ਮੈਂ ਤੁਹਾਡੀ ਗੱਲ ਦੇ ਵਿੱਚ ਆਪਣੇ ਵਿਚਾਰ ਐਡ ਕਰਨੇ ਚਾਹੂੰਗਾ। ਬਹੁਤ ਸਾਰਾ ਵਿਦੇਸ਼ ਦੀ ਧਰਤੀ ਤੇ ਬੈਠੀਏ ਜਾਂ ਅਸੀਂ ਪੰਜਾਬ ਦੀ ਧਰਤੀ ਤੇ ਹੋਈਏ, ਕਈ ਵਾਰੀ ਕੀ ਹੁੰਦਾ ਕਿ ਜਿਸ ਖੇਤਰ ਦੇ ਵਿੱਚ ਇੱਕ ਬੰਦਾ ਕੁੱਦ ਜਾਂਦਾ ਉਸ ਖੇਤਰ ਦਾ ਉਹ ਮਾਹਰ ਨਹੀਂ ਹੁੰਦਾ ਤੇ ਉਹ ਕਿਸੇ ਤਰੀਕੇ ਨਾਲ ਜੁਗਾੜ ਲਾ ਕੇ ਉਸ ਖੇਤਰ 'ਚ ਅੱਗੇ ਤਾਂ ਜ਼ਰੂਰ ਵੱਧਦਾ ਜਾਂਦਾ ਤੇ ਉਸ ਬੰਦੇ ਨੂੰ ਜਿਹੜਾ ਅਸਲ 'ਚ ਉਸ ਦੀ ਸਕਿੱਲ, ਉਹਦੀ ਸਟਰੈਂਥ ਹੁੰਦੀ ਹੈ ਸਕਿੱਲ ਦੀ, ਉਹ ਜਾਂ ਤਾਂ ਉੱਠੇ ਨਹੀਂ ਹੁੰਦਾ, ਉਹਨੂੰ ਜਾਂ ਤਾਂ ਹੱਲਾਸ਼ੇਰੀ ਨਹੀਂ ਮਿਲੀ ਹੁੰਦੀ ਜਾਂ ਉਸ ਦੀ ਲੱਤ ਖਿੱਚ ਕੇ ਉਸ ਨੂੰ ਪਿੱਛੇ ਕਰ ਦਿੱਤਾ ਜਾਂਦਾ। ਇੱਕ ਚੀਜ਼ ਹੋਰ ਵੀ ਹੋ ਸਕਦਾ ਕਿ ਸਕਿੱਲ ਹੋਵੇ, ਕੌਨਫੀਡੈਂਸ ਨਾ ਹੋਵੇ ਉਹਨੂੰ, ਤਾਂ ਉਹ ਅੱਗੇ ਜਦੋਂ ਉੱਪਰਲੀ ਲੇਅਰ 'ਚ ਜਾਂਦੇ ਨੇ ਜਿੱਥੇ ਜਾ ਕੇ ਉਸ ਨੂੰ ਅਸਲੀ ਕਹਿੰਦੇ ਨਹੀਂ ਹੁੰਦਾ ਕਿ ਵੀ ਇੱਕ ਜਿੱਥੇ ਤੱਕ 에ਅਰ ਆ ਰਾਕਟ ਉੱਥੇ ਤੱਕ ਤਾਂ ਚਲਾ ਜਾਂਦਾਗਾ ਤੇ ਉਸ ਤੋਂ ਬਾਅਦ ਹੀ ਅਸਲੀ ਪ੍ਰੀਖਿਆ ਸ਼ੁਰੂ ਹੁੰਦੀ ਆ। ਤੇ ਫਿਰ ਜਦੋਂ ਉਸ ਪੁਲਾੜ ਦੇ ਉਸ ਏਰੀਆ ਦੇ ਵਿੱਚ ਜਦੋਂ ਉਹ ਪਰਸਨੈਲਿਟੀ ਐਂਟਰ ਹੁੰਦੀ ਆ ਫਿਰ ਉੱਥੇ ਕਲੈਪਸ ਹੋ ਜਾਂਦੀ ਆ ਉਹ। ਤੇ ਉਹ ਇੱਕ ਬੜੀ ਆਪਣੀ ਵੀ ਉਹਨਾਂ ਨੇ ਟਾਈਮ ਵੇਸਟ ਕੀਤਾ ਹੁੰਦਾ ਤੇ ਇੱਕ ਬੜੀ ਰੋਂਗ ਪ੍ਰੈਕਟਿਸ ਹੋ ਜਾਂਦੀ ਆ। ਇੱਥੇ ਇੱਕ ਹੋਰ ਵੀ ਹੈਗਾ ਵੀ ਸੜਕ ਤੇ ਤਾਂ ਗੱਡੀਆਂ ਹਰ ਕੋਈ ਚਲਾ ਲੈਂਦਾ, ਸਵਾਦ ਤਾਂ ਉੱਥੇ ਜਿੱਥੇ ਚਾਲੇ ਵਿੱਚ ਦੀ ਗੱਡਾ ਲੈ ਕੇ ਟੱਪਣਾ ਪੈਂਦਾ ਨਾ, ਚਿੱਕੜ ਵਿੱਚ ਦੀ ਗੱਡਾ ਲੈ ਕੇ। ਸਕਿੱਲ ਦਾ ਅਸਲ 'ਚ ਉਹ ਹੈ। ਸੋ ਇਹੋ ਜਿਹੇ ਸਾਨੂੰ ਲੀਡਰ ਚਾਹੀਦੇ ਨੇ ਜਿਹੜੇ ਕਿ ਚਿੱਕੜ ਵਿੱਚ ਦੀ ਗੱਡਾ ਲੈ ਕੇ ਨਿਕਲ ਜਾਣ। ਸੋ ਸਾਨੂੰ ਇੱਥੇ ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਇੱਦਾਂ ਦੀ ਲੀਡਰਸ਼ਿਪ ਜਾਂ ਇੱਦਾਂ ਦੇ ਲੋਕ ਚਾਹੀਦੇ ਨੇ ਜਿਹੜੇ ਇਸ ਖਿੱਤੇ ਦੇ ਵਿੱਚ ਹੁਣ ਕੰਮ ਕਰਨ, ਅੱਗੇ ਆ ਕੇ ਕੰਮ ਕਰਨ। ਉਹ ਚਾਹੇ ਫਾਈਨੈਂਸ਼ੀਅਲੀ ਸਪੋਰਟ ਆ ਗਈ, ਚਾਹੇ ਇਮੋਸ਼ਨਲੀ ਸਪੋਰਟ ਆ, ਉਹ ਸਾਰੇ ਕੰਮਾਂ ਸਾਰੀਆਂ ਚੀਜ਼ਾਂ ਦੇ ਉੱਪਰ ਵਰਕ ਕਰਨ। ਥੋੜਾ ਜਿਹਾ ਡਿਜ਼ਾਈਨ, ਇੱਕ ਥੋੜਾ ਜਿਹਾ ਜਿਹੜਾ ਫਾਰਮੂਲਾ ਮੇਰੇ ਦਿਮਾਗ ਦੇ ਵਿੱਚ ਹੈ ਇਹਨਾਂ ਸਿਚੁਏਸ਼ਨਸ ਨੂੰ ਮੱਦੇ, ਬਿਕੋਜ਼ ਇਮੋਸ਼ਨਲੀ ਜਿਹੜੇ ਲੋਕ ਨੇ ਉਹ ਇਸ ਸਬਜੈਕਟ ਦੇ ਨਾਲ ਬਹੁਤ ਨੇੜੇ ਤੋਂ ਜੁੜੇ ਹੋਏ ਨੇਗੇ ਔਰ ਉਸ ਸਮੇਂ ਨੂੰ ਇੱਕ ਰਾਈਟ ਔਰ ਸਹੀ ਤਰੀਕੇ ਨਾਲ ਉਸ ਦੀ ਵਰਤੋਂ ਕਰਕੇ ਉਸ ਦੇ ਸਮੇਂ ਦੇ ਨੂੰ ਮੁੱਖ ਰੱਖਦੇ ਹੋਏ ਕੁਝ ਐਦਾਂ ਦਾ ਡਿਜ਼ਾਈਨ ਕੀਤਾ ਜਾ ਸਕਦਾ ਜਾਂ ਭਵਿੱਖ ਦੇ ਵਿੱਚ ਵੀ ਸਾਨੂੰ ਬੈਨੀਫਿਟ ਦਿੰਦਾ ਰਹੇ। ਇੱਦਾਂ ਦੀ ਇੱਕ ਸੰਸਥਾ ਬਣਾਈ ਜਾ ਸਕਦੀ ਹੈ ਜਿਹੜੀ ਸਿਰਫ ਆਸਟ੍ਰੇਲੀਆ, ਨਿਊਜ਼ੀਲੈਂਡ ਨੈਸ਼ਨਲ ਪੱਧਰ ਤੇ ਫਾਊਂਡ ਹੋਵੇ, ਜਿਸ ਦੇ ਵਿੱਚ ਸਿਰਫ ਇਸ ਜਦੋਜਹਿਦ ਦੇ ਵਿੱਚ ਹੀ ਨਹੀਂ ਬਲਕਿ ਸਮੇਂ ਦੇ ਨਾਲ ਜਿੱਦਾਂ ਜਿਹੜਾ ਕਿਸਾਨ ਆ ਉਹ ਸੁਸਾਈਡ ਕਰਦਾ, ਉਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਦੀ ਲੋੜ ਹੋਵੇ ਤਾਂ ਫਾਈਨੈਂਸ਼ੀਅਲੀ ਸਪੋਰਟ ਦੀ ਗੱਲ ਕੀਤੀ ਜਾਵੇ, ਜਾਂ ਉਹ
ਜਿਹੜੀ ਸੰਸਥਾ ਉਹ ਆਪਣੇ ਜਿਹੜੀ ਸਾਈਕੋਲੋਜੀਕਲ ਜਿਹੜੀ ਦਿਮਾਗੀ ਸੰਤੁਲਨ ਵਾਸਤੇ ਜਿਹੜੀ ਉਹਦੀ ਹੈਲਪ ਵਾਸਤੇ ਇੰਡੀਆ ਦੇ ਵਿੱਚ ਸਟਾਫ, ਪੰਜਾਬ ਦੇ ਵਿੱਚ ਸਟਾਫ ਹਾਇਰ ਕਰਕੇ ਉਹਨਾਂ ਨੂੰ ਫ੍ਰੀ ਜਿਹੜੀ ਮਾਨਸਿਕ ਹੈਲਥ ਵਾਸਤੇ ਕਿਸਾਨਾਂ ਨੂੰ ਜਿਹੜੀ ਸਪੋਰਟ ਕਰੇ ਜਾ ਕੇ, ਜਾਂ ਉਹਨਾਂ ਦੀ ਮਾਨਸਿਕ ਤੇ ਸਰੀਰਕ ਤੰਦਰੁਸਤੀ ਵਾਸਤੇ ਜਾਂ ਕਾਈਂਡ ਆਫ ਇੰਸ਼ੋਰੈਂਸ ਪਾਲਿਸੀ ਟਾਈਪ ਉਹਨਾਂ ਦੀ ਸਪੋਰਟ ਕਰੇ, ਤਾਂ ਜੋ ਅਸੀਂ ਉਹਨਾਂ ਨੂੰ ਕੁਝ ਦਈਏ ਨਾ, ਉਹਨਾਂ ਨੂੰ ਖੁਦ ਦੇਣ ਜੋਗਾ ਬਣਾ ਦਈਏ ਤੇ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਯੋਗਦਾਨ ਪਾ ਦਈਏ। ਭਾਵੇਂ ਉਹਨਾਂ ਦੀ ਸੋਚ ਜਿੱਦਾਂ ਜਿਸ ਤਰੀਕੇ ਨਾਲ ਉਹਨਾਂ ਨੇ ਅੱਜ ਇਸ ਪੂਰੇ ਜਿਹੜੇ ਇਵੈਂਟ ਦੇ ਵਿੱਚ ਐਕਟ ਕਰ ਰਹੇ ਨੇ, ਉਹ ਆਪਣੇ ਆਪ ਦੇ ਵਿੱਚ ਸਾਡੇ ਤੋਂ ਵੀ ਗਾਹਾਂ ਦੀ ਗੱਲ ਦਿਖਾ ਰਹੇ ਨੇਗੇ, ਬਟ ਫਿਰ ਵੀ ਅਸੀਂ ਆਪਣੇ ਵੱਲੋਂ ਐਫਰਟ ਪਾਉਂਦੇ ਰਹੀਏ। ਔਰ ਇੱਕ ਇੱਦਾਂ ਦੀ ਆਰਗੇਨਾਈਜੇਸ਼ਨ, ਹੁਣ ਆਰਗੇਨਾਈਜੇਸ਼ਨ ਫਾਊਂਡ ਕਿੱਦਾਂ ਕੀਤੀ ਜਾ ਸਕਦੀ ਆ, ਉਸ ਵਾਸਤੇ ਜਦੋਂ ਅਸੀਂ ਕਹਿੰਦੇ ਆ ਕਿ ਇੱਕ ਸ਼ਹਿਰ ਦੇ ਅਸੀਂ ਕੋਈ ਆਰਗੇਨਾਈਜੇਸ਼ਨ ਫਾਊਂਡ ਕਰਨੀ ਆ, ਅਸੀਂ ਉਹਨਾਂ ਬੰਦਿਆਂ ਨੂੰ ਪਰਸਨਲੀ ਜਾਣਦੇ ਆ, ਉਹਨਾਂ ਨੇ ਇੱਕ ਆਰਗੇਨਾਈਜੇਸ਼ਨ ਫਾਊਂਡ ਕਰ ਲਈ, ਦੂਜੇ ਆਪਣਿਆਂ ਨੂੰ ਜਾਣਦੇ ਨੇ, ਉਹਨਾਂ ਨੇ ਕਰ ਲਈ, ਤਾਂ ਉਹਦੇ ਨਾਲ ਕੀ ਆ ਕਿ ਛੋਟੀਆਂ ਅਲੱਗ ਤੋਂ ਹੋ ਜਾਂਦੀਆਂ। ਤਾਂ ਸਭ ਤੋਂ ਪਹਿਲਾਂ ਜੇ ਇਦਾਂ ਦੀ ਅਪਰੋਚ, ਜੇ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੋ ਜੋ ਮੈਂ ਵਿਚਾਰ ਦੇਣਾ ਚਾਹ ਰਿਹਾ, ਤਾਂ ਉਸ ਵਾਸਤੇ ਇੱਕ ਸਭ ਤੋਂ ਪਹਿਲਾਂ ਐਂਟਰੀ ਕਾਈਂਡ ਆਫ ਐਂਟਰੀ ਫਾਰਮ ਬਣਾਇਆ ਜਾਵੇ, ਜਿਹੜਾ ਕਿ ਗੂਗਲ ਤੇ ਹੀ ਬਣ ਜਾਂਦਾ, ਤਾਂ ਜੋ ਬੰਦਾ ਉਸ ਨੂੰ ਆਪਰੇਟ ਕਰੇ ਉਹ ਉਸ ਸੰਸਥਾ ਦਾ ਹਿੱਸਾ ਨਾ ਹੋਵੇ, ਉਹ ਸੰਸਥਾ ਦਾ ਹਿੱਸਾ ਨਹੀਂ ਹੋਣਾ ਚਾਹੀਦਾ, ਉਹ ਸਿਰਫ ਉੱਥੇ ਐਂਟਰੀ ਲਵੇ ਪੂਰੇ ਨੈਸ਼ਨ ਵਾਈਡ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ, ਤੇ ਉੱਥੇ ਉਹ ਲੋਕ ਕਹਿਣ ਕਿ ਹਾਂ ਮੈਂ ਇਸ ਸੰਸਥਾ ਦੇ ਵਿੱਚ ਪੈਸੇ ਤੇ ਆਪਣਾ ਜਿਹੜਾ ਸਮਾਂ ਦੇਣਾ ਚਾਹੁੰਦਾ। ਹੁਣ ਉਹ ਜਦੋਂ ਸੰਸਥਾ ਦੇ ਵਿੱਚ ਮੰਨ ਲਓ 100 ਜਣੇ ਦੀ ਐਂਟਰੀ ਆਉਂਦੀ ਆ, ਤਾਂ ਫਿਰ ਉਹਨਾਂ ਦੀ ਇੱਕ ਗਰੁੱਪ ਦੇ ਵਿੱਚ ਜ਼ੂਮ ਦੇ ਉੱਪਰ ਮੀਟਿੰਗ ਹੋਵੇ, ਉੱਥੇ ਸਾਰਿਆਂ ਦੇ ਵਿਚਾਰ ਲਿੱਤੇ ਜਾਣ ਐਂਟਰੀ ਵਾਸਤੇ, ਉਹਨਾਂ ਦੀ ਕਾਬਲੀਅਤ ਪਰਖੀ ਜਾਵੇ ਕਿ ਉਹ ਕਿਸ ਤਰ੍ਹਾਂ ਸੋਚ ਰਹੇ ਨੇ। ਫਿਰ ਉਸ ਦੇ ਵਿੱਚੋਂ ਅਲੱਗ-ਅਲੱਗ ਉਹਨਾਂ ਦੀਆਂ ਪੋਜੀਸ਼ਨਸ ਜਾਂ ਉਹਨਾਂ ਦਾ ਇੱਕ ਗਰੁੱਪ ਬਿਲਡ ਕੀਤਾ ਜਾਵੇ ਕਿ ਜਿਹੜਾ A ਪਰਸਨ ਆ ਉਹਨੂੰ B ਪਰਸਨ ਨੂੰ ਉਹ ਪਰਸਨਲੀ ਜਾਣਦਾ ਹੀ ਨਾ ਹੋਵੇ, ਉਹਨਾਂ ਦੀ ਜਿਹੜੀ ਰਿਲੇਸ਼ਨਸ਼ਿਪ ਆ ਉਹ ਉਸ ਮੁੱਦੇ ਦੇ ਉੱਤੇ ਹੀ ਹੋਵੇ, ਉਹਨਾਂ ਦਾ ਜਿਹੜਾ ਬੇਸ ਆ ਰਿਲੇਸ਼ਨਸ਼ਿਪ ਦਾ ਉਹ ਮੁੱਦਾ ਹੀ ਹੋਵੇ। ਤੇ ਉਸ ਤਰ੍ਹਾਂ ਇੱਕ ਕਨੈਕਟ ਕਰਕੇ ਜਦੋਂ ਤੁਸੀਂ ਏਦਾਂ ਕਨੈਕਟ ਕਰੋਗੇ ਤਾਂ ਕੱਲ ਨੂੰ ਉਸ ਤਰ੍ਹਾਂ ਦੀ ਇੱਕ ਹੋਰ ਸੰਸਥਾ ਪੈਦਾ ਹੋਣ ਦੇ ਜਿਹੜੇ ਚਾਂਸਸ ਨੇ ਬਹੁਤ ਘੱਟ ਹੋ ਜਾਂਦੇ ਨੇ। ਕਿਉਂਕਿ ਜੋ ਅਸੀਂ ਇੱਕ ਗਰੁੱਪ ਦੇ ਰੂਪ ਦੇ ਵਿੱਚ ਅਸੀਂ ਇੱਕ ਸੁਨੇਹਾ ਪਹੁੰਚਾ ਸਕੀਏ ਕਿ ਅਸੀਂ ਇਹ ਕਰਕੇ ਦਿਖਾਤਾ ਤੁਹਾਨੂੰ, ਇਹ ਇੱਕ ਫੰਡ ਅਰੇਂਜਮੈਂਟ ਕਰ ਲਿਆ ਅਸੀਂ, ਜੇ ਕੱਲ ਨੂੰ ਰੱਬ ਨਾ ਕਰੇ ਇਹ ਜਦੋਜਹਿਦ ਜਿਸ ਤਰੀਕੇ ਨਾਲ ਅੱਗੇ ਵੱਧ ਰਹੀ ਆ, ਭਾਵੇਂ ਖਾਲਸਾ ਏਡ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਸਪੋਰਟ ਕਰ ਰਹੀਆਂ ਨੇ, ਜਿਸ ਤਰੀਕੇ ਨਾਲ ਇਹ ਅੱਗੇ ਵੱਧ ਰਹੀ ਹੈ, ਜਿਸ ਤਰੀਕੇ ਨਾਲ ਦਿੱਲੀ ਵਾਲਿਆਂ ਨੇ ਅੱਗੇ ਇੰਤਜ਼ਾਮ ਕੀਤੇ ਹੋਏ ਨੇ, ਤਾਂ ਡਰ ਇਹ ਵੀ ਆ ਕਿ ਸੱਟ ਫੇਟ ਦਾ ਮਸਲਾ ਵੀ ਹੋ ਸਕਦਾ, ਕਿਸੇ ਦੀ ਜਾਨ ਵੀ ਜਾ ਸਕਦੀ ਆ। ਤਾਂ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਜਾ ਕੇ ਖੜੀਏ, ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਪਰ ਇਹ ਸੋਚ ਨੂੰ ਜਾਮਾ ਪਹਿਨਾਉਣਾ, ਇਸ ਸੋਚ ਨੂੰ ਪੂਰਾ ਇੱਕ ਰੂਪ ਜਿਹੜਾ ਦੇਣਾ, ਉਸ ਵਾਸਤੇ ਇੱਕ ਬੰਦੇ ਦਾ ਕੰਮ ਨਹੀਂ। ਉਹ ਤਾਂ ਹੀ ਪੋਸੀਬਲ ਹੋਊਗਾ ਕਿ ਸਾਡੀ ਇਸ ਸੋਚ ਨੂੰ, ਸਾਡੇ ਇਸ ਵਿਚਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਪਰੈਡ ਕੀਤਾ ਜਾਵੇ। ਚਾਹੇ ਤੁਸੀਂ ਆਪਣੇ ਵੱਲੋਂ ਆਪਣੀ ਫੇਸਬੁੱਕ ਦੇ ਉੱਪਰ ਲਿਖ ਕੇ ਕਰੋ, ਚਾਹੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਰੋ, ਚਾਹੇ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਉਸ ਮੈਸੇਜ ਨੂੰ ਤੁਸੀਂ ਸਾਡੇ ਨੂੰ ਅੱਗੇ ਡਿਲੀਵਰ ਕਰੋ, ਤੁਹਾਡੇ ਵਿਚਾਰ ਦਾ ਰਾਬਤਾ ਸਾਡੇ ਵਿਚਾਰ ਨਾਲ ਹੋ ਸਕੇ, ਔਰ ਉਸ ਵਿਚਾਰਧਾਰਾ ਦੇ ਵਿੱਚੋਂ ਇੱਕ ਇਹੋ ਜਿਹਾ ਸੋਲੂਸ਼ਨ, ਇਹੋ ਜਿਹਾ ਇੱਕ ਨਤੀਜਾ ਬਾਹਰ ਆ ਸਕੇ ਜਿਸ ਨੂੰ ਸਾਰੇ ਪ੍ਰਵਾਨ ਕਰਨ। ਸੋ ਇਹ ਗੱਲ ਅਸੀਂ ਫਿਰ ਤੋਂ ਕਲੀਅਰ ਕਰ ਦਿੰਦੇ ਹਾਂ ਕਿ ਸਾਡਾ ਮਕਸਦ ਸਿਰਫ ਉਹੀ ਹੈ ਕਿ ਮਣਕਿਆਂ ਦੇ ਵਿੱਚ ਡੋਰ ਬਣਨਾ, ਔਰ ਡੋਰ ਮਣਕੇ ਤੁਸੀਂ ਹੀ ਹੋ ਵਿਚਾਰਾਂ ਦੇ, ਅਸੀਂ ਸਿਰਫ ਤੁਹਾਨੂੰ ਪਰੋਣ ਵਾਸਤੇ ਇੱਕ ਆਪਣਾ ਉਪਰਾਲਾ ਕਰ ਰਹੇ ਹਾਂ। ਜਿੱਥੇ ਅਸੀਂ ਚਿੰਤਤ ਹਾਂ ਉਸ ਧਰਤੀ ਬਾਰੇ, ਜਿੱਥੇ ਅਸੀਂ ਚਿੰਤਤ ਹਾਂ ਉਸ ਸੰਘਰਸ਼ ਬਾਰੇ, ਅਸੀਂ ਤੁਹਾਨੂੰ ਸਿਰਫ ਬੇਨਤੀ ਕਰ ਰਹੇ ਹਾਂ ਕਿ ਕੋਈ ਨਾ ਕੋਈ ਉੱਠੋ ਔਰ ਇਸ ਦੇ ਉੱਪਰ ਕਾਰਜ ਸ਼ੁਰੂ ਕਰੋ, ਤਾਂ ਜੋ ਅਸੀਂ ਚਾਹੇ ਸਾਡੇ ਜਿਹੜੇ ਮਹਿਮਾਨਾਂ ਵੱਲੋਂ ਗੱਲ ਕਹੀ ਗਈ ਆ, ਚਾਹੇ ਸਾਨੂੰ ਇੱਥੋਂ ਦੇ ਲੋਕਲ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਅਪਰੋਚ ਕਰਨੀ ਪਵੇ, ਮੀਡੀਆ ਨੂੰ ਅਪਰੋਚ ਕਰਨੀ ਪਵੇ, ਇੱਥੋਂ ਦੇ ਸਿਸਟਮ ਨੂੰ ਆਪਣਾ ਸੁਨੇਹਾ ਪਹੁੰਚਾਉਣਾ ਪਵੇ ਕਿ ਇੰਡੀਆ ਦੀ ਜਿਹੜੀ ਗਵਰਨਮੈਂਟ ਹੈਗੀ ਉਹ ਕਿਸ ਤਰ੍ਹਾਂ ਉੱਥੋਂ ਦੀ ਕਿਸਾਨੀ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਸੁਣਨੀ ਰਹੀ, ਔਰ ਹਿਊਮਨ ਰਾਈਟਸ ਦਾ ਜਿਹੜਾ ਉਲੰਘਣ ਸ਼ਰੇਆਮ ਕੀਤਾ ਜਾ ਰਿਹਾ, ਤਾਂ ਜੋ ਸਵਾਲ ਜਾਂ ਉਸ ਸਵਾਲਾਂ ਦੇ ਕਚਹਿਰੀ ਦੇ ਵਿੱਚ ਭਾਰਤ ਦੀ ਸਰਕਾਰ ਹੈ ਜਿਹੜੀ ਉਹ ਵੀ ਖੜੀ ਹੋਵੇ। ਜੀ ਬਿਲਕੁਲ।
ਸੋ ਚੱਲੀਏ ਜੀ ਆਪਾਂ ਹੁਣ ਬਿਲਕੁਲ। ਸੋ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਹੈ ਜੀ ਦੋਸਤੋ। ਉਮੀਦ ਕਰਦੇ ਹਾਂ ਤੁਹਾਨੂੰ ਅਸੀਂ ਬਹੁਤ ਜ਼ਿਆਦਾ ਬੋਰ ਤਾਂ ਨਹੀਂ ਕੀਤਾ ਹੋਊਗਾ। ਆਫ ਕੋਰਸ ਅਸੀਂ ਬਿਲਕੁਲ ਹੀ ਨਹੀਂ ਕੀਤਾ। ਤੁਹਾਡੇ ਚਿਹਰੇ ਦੀ ਸਮਾਈਲ ਸਾਨੂੰ ਦੱਸ ਰਹੀ ਹੈ ਜੇ ਤੁਸੀਂ ਹੁਣ ਤੱਕ ਬੈਠੇ ਹੋ। ਤੇ ਅਗਲੇ ਫਿਰ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਰਾਬਤਾ ਬਣਾਵਾਂਗੇ। ਤਦ ਤੱਕ ਸਾਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।